ਮਰਨ ਤੇ ਜੀਣ ਪੰਜਾਬੀ, ਮੇਰਾ ਧਰਮ ਤੇ ਦੀਨ ਪੰਜਾਬੀ, ਜੰਨਤ ਨਾਲੋਂ ਸੋਹਣੀ ਮੈਨੂੰ, ਜਿੱਥੋਂ ਤੱਕ ਜ਼ਮੀਨ ਪੰਜਾਬੀ, ਮਾਂ ਬੋਲੀ ਦੇ ਸੇਵਕ ਜਿਹੜੇ, ਜਦ ਤੱਕ ਦੁਨੀਆ ਜੀਣ ਪੰਜਾਬੀ। ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ ਤੇ ਆਦਾਬ ਦੋਸਤੋ। ਮੈਂ ਤੁਹਾਡੀ ਹੋਸਟ ਤੇ ਦੋਸਤ ਮਧੂ ਤਨਹਾ ਇੱਕ ਵਾਰ ਫੇਰ ਹਾਜ਼ਰ ਹਾਂ ਇੱਕ ਅਗਲੀ ਕੜੀ ਲੈ ਕੇ ਅੱਜ ਦੀ ਰਾਹਾਂ ਪ੍ਰੋਗਰਾਮ ਦੀ। ਤੇ ਅੱਜ ਦੀ ਕੜੀ ਦੇ ਵਿੱਚ ਅਸੀਂ ਅਦਬ ਦੇ ਨਾਲ ਜੁੜੇ ਇੱਕ ਹੋਰ ਬਹੁਤ ਗੰਭੀਰ ਵਿਸ਼ੇ ਤੇ ਗੱਲ ਕਰਾਂਗੇ, ਜੋ ਕਿ ਹੈ ਪੱਤਰਕਾਰੀ ਤੇ ਸਾਹਿਤ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਪੰਜਾਬੀ ਖਤ ਮੈਲਬਨ ਤੇ AUP ਪੰਜਾਬੀ ਚੈਨਲ, ਆਸਟ੍ਰੇਲੀਅਨ ਪੰਜਾਬੀ ਚੈਨਲ ਤੇ ਉਹਨਾਂ ਦੀ ਸਾਰੀ ਟੀਮ ਦਾ, ਕੁਲਜੀਤ ਕੌਰ ਗਜ਼ਲ ਜੀ, ਵਿਕਰਮ ਸੇਖੋਂ ਜੀ ਤੇ ਰਮਾ ਸੇਖੋਂ ਜੀ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਦਾ ਉਦਮ ਕਰਦੇ ਨੇ ਤੇ ਮੈਨੂੰ ਮੌਕਾ ਦਿੰਦੇ ਨੇ ਕਿ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕੇ ਨਵੇਂ ਵਿਸ਼ਿਆਂ ਤੇ ਜਿਹੜਾ ਹੈਗਾ ਅਦਬ ਦੇ ਵਿਸ਼ਿਆਂ ਤੇ ਗੱਲ ਕਰ ਸਕਾਂ। ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੋ ਹਰ ਵਾਰ ਪ੍ਰੋਗਰਾਮ ਦੀ ਉਡੀਕ ਕਰਦੇ ਹੋ, ਸਾਡੇ ਨਾਲ ਜੁੜਦੇ ਹੋ, ਸਾਨੂੰ ਸੁਝਾਅ ਦਿੰਦੇ ਹੋ, ਸਾਨੂੰ ਪ੍ਰਸ਼ਨ ਭੇਜਦੇ ਹੋ, ਕਮੈਂਟ ਕਰਕੇ ਸਾਡਾ ਹੌਸਲਾ ਵਧਾਉਂਦੇ ਹੋ, ਸ਼ੇਅਰ ਕਰਦੇ ਹੋ ਤੇ ਸਾਡੇ ਨਾਲ ਜੁੜੇ ਰਹਿੰਦੇ ਹੋ ਅਲੱਗ-ਅਲੱਗ ਤਰੀਕਿਆਂ ਨਾਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਡਾ ਸਾਥ ਦੇਣ ਲਈ ਤੇ ਸਾਡੇ ਨਾਲ ਜੁੜਨ ਲਈ। ਅੱਜ ਇਸ ਤੋਂ ਬਾਅਦ ਮੈਂ ਜਿਹੜਾ ਹੈ ਖਾਸ ਸ਼ੁਕਰੀਆ ਕਰਾਂਗੀ ਸਾਡੇ ਅੱਜ ਦੇ ਮਹਿਮਾਨਾਂ ਦਾ, ਜਿਨ੍ਹਾਂ ਨੇ ਕਿ ਬਹੁਤ ਬਿਜ਼ੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਨੇ ਇਸ ਮੁੱਦੇ ਤੇ ਗੱਲ ਕਰਨ ਲਈ। ਤੇ ਮੈਂ ਇੱਕ ਰਸਮੀ ਜੀ ਮੁਲਾਕਾਤ, ਵੈਸੇ ਤੁਸੀਂ ਸਾਰੇ ਉਹਨਾਂ ਨੂੰ ਸਕਰੀਨ ਤੇ ਦੇਖ ਰਹੇ ਹੋ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਉਹਨਾਂ ਸਾਰਿਆਂ ਨੂੰ ਭਲੀ ਭਾਂਤ ਜਾਣਦੇ ਵੀ ਹੋ। ਮੇਰੇ ਕਿਸੇ ਵੀ ਤਰ੍ਹਾਂ ਦੀ ਤਾਰੀਫ ਦੇ ਜਾਂ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਸਾਡੇ ਅੱਜ ਦੇ ਮਹਿਮਾਨ, ਪਰ ਫਿਰ ਵੀ ਇੱਕ ਰਸਮੀ ਜੀ ਜਿਹੜੀ ਮੁਲਾਕਾਤ ਹੈ ਮੈਂ ਉਹ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੀ ਸਾਡੇ ਅੱਜ ਦੇ ਮਹਿਮਾਨਾਂ ਦੀ। ਸਾਡੇ ਨਾਲ ਸਭ ਤੋਂ ਪਹਿਲਾਂ ਸਕਰੀਨ ਤੇ ਨੇ ਜੀ ਮਿੰਟੂ ਬਰਾੜ ਜੀ, ਗੁਰਸ਼ਮਿੰਦਰ ਸਿੰਘ ਨਾਮ ਤੋਂ ਪਰ ਮਿੰਟੂ ਬਰਾੜ ਦੇ ਨਾਮ ਨਾਲ ਮਸ਼ਹੂਰ ਨੇ ਪੂਰੇ ਆਸਟ੍ਰੇਲੀਆ ਤੇ ਵਰਲਡ ਦੇ ਵਿੱਚ। ਐਡੀਟਰ ਇਨ ਚੀਫ ਨੇ ਜੀ ਪੰਜਾਬੀ ਅਖਬਾਰ, ਪੰਜਾਬੀ ਨਿਊਜ਼ਪੇਪਰ ਹੈ, ਜੋ ਕਿ ਹੋਸਟ ਤੇ ਪ੍ਰੋਡਿਊਸਰ ਨੇ ਪੇਂਡੂ ਆਸਟ੍ਰੇਲੀਆ ਚੈਨਲ ਜਿਹੜਾ ਹੈਗਾ ਉਹ ਆਪਣੇ ਪ੍ਰੋਗਰਾਮਾਂ ਨੂੰ ਲੈ ਕੇ ਕਾਫੀ ਮਸ਼ਹੂਰ ਰਹਿੰਦਾ ਵਰਲਡ ਵਾਈਡ। ਟਰੈਵਲ ਸ਼ੋਅ ਕਰਦੇ ਨੇ YouTube ਦੇ ਉੱਪਰ। ਤੇ ਮੈਨੇਜਰ ਨੇ ਜੀ ਹਰਮਨ ਰੇਡੀਓ ਦੇ, 24x7 ਚੱਲਦਾ ਹਰਮਨ ਰੇਡੀਓ ਆਨਲਾਈਨ ਆਸਟ੍ਰੇਲੀਆ ਤੋਂ, ਉਹਨਾਂ ਨੂੰ ਮੈਨੇਜ ਕਰਦੇ ਨੇ। ਇਸ ਤੋਂ ਇਲਾਵਾ ਡਾਇਰੈਕਟਰ ਨੇ ਜੀ ਕੁਕਾਬਰਾ ਲਿਟਰੇਰੀ ਮੈਗਜ਼ੀਨ ਫਰਮ ਆਸਟ੍ਰੇਲੀਆ ਤੇ ਨਾਲ ਹੀ ਜਿਹੜੇ ਹੈਗੇ ਨੇ ਉਹ ਪ੍ਰੈਜ਼ੀਡੈਂਟ ਨੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿੰਟੂ ਬਰਾੜ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਤੋਂ ਬਾਅਦ ਜੀ ਸਾਡੇ ਨਾਲ ਜੁੜੇ ਨੇ ਸੁਰਿੰਦਰ ਕੋਛੜ ਜੀ, ਜੋ ਕਿ ਉਹਨਾਂ ਦੇ ਜਰਨਲਿਜ਼ਮ ਦੇ ਪੈਸ਼ਨ ਨੂੰ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਬੈਚਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤੀ ਹੈ ਖਾਲਸਾ ਕਾਲਜ ਤੋਂ। ਸਾਹਿਤ ਨਾਲ ਉਹਨਾਂ ਦੀ ਮੁਹੱਬਤ ਨੂੰ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਉਹਨਾਂ ਨੇ 15 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਨੇ, ਜਿਹਦੇ ਵਿੱਚ 3 ਕਿਤਾਬਾਂ ਉਹਨਾਂ ਨੇ ਸੰਪਾਦਿਤ ਵੀ ਕੀਤੀਆਂ ਨੇ। ਸਟੇਟ ਲੈਵਲ ਤੇ ਵੱਖ-ਵੱਖ ਅਵਾਰਡ ਲੈ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਦਾ ਪ੍ਰਮਾਣ ਪੱਤਰ ਸਟੇਟ ਅਵਾਰਡ ਜਿਹੜਾ ਹੈ 2014 ਦੇ ਵਿੱਚ ਉਹਨਾਂ ਨੂੰ ਮਿਲਿਆ, ਉਹ ਖਾਸ ਜਿਹੜਾ ਹੈ ਨਾਮ ਰੱਖਦਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਵਾਰਡ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਾਏ ਨੇ। ਲਗਾਤਾਰ ਉਹ ਜਿਹੜਾ ਹੈਗਾ ਸਾਹਿਤ ਤੇ ਜਰਨਲਿਜ਼ਮ ਦੇ ਵਿਸ਼ਿਆਂ ਦੇ ਉੱਪਰ ਕੰਮ ਕਰਦੇ ਰਹਿੰਦੇ ਨੇ ਤੇ ਆਪਣੀਆਂ ਕਿਤਾਬਾਂ, ਆਪਣੇ ਵੱਖ-ਵੱਖ ਸਾਹਿਤ ਦੀਆਂ ਵਿਧਾਂ ਦੇ ਨਾਲ ਉਹ ਪੂਰੇ ਸਾਹਿਤ ਜਗਤ ਦੇ ਵਿੱਚ ਉਹਨਾਂ ਨੂੰ ਆਪਾਂ ਸਾਰੇ ਜਾਣਦੇ ਹਾਂ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੁਰਿੰਦਰ ਕੋਛੜ ਸਰ ਜੀ। ਜੀ ਦੋਸਤੋ, ਟੈਕਨੀਕਲ ਪ੍ਰੋਬਲਮਸ ਜਿਹੜੀਆਂ ਹੈਗੀਆਂ ਸਾਨੂੰ ਆਉਂਦੀਆਂ ਰਹਿਣਗੀਆਂ। ਆਪਾਂ ਜਿਵੇਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਜਾਂਦੇ ਨੇ ਤੇ ਫਿਰ ਥੋੜਾ ਜਿਹਾ ਇਸ਼ੂਜ਼ ਆ ਜਾਂਦੇ ਨੇ, ਤੇ ਸਾਡੇ ਨਾਲ ਬਣੇ ਰਹੋ। ਇਹ ਪਿੱਛੇ ਸਾਡੀ ਟੈਕਨੀਕਲ ਟੀਮ ਜਿਹੜੀ ਹੈਗੀ ਉਹ ਵਰਕ ਕਰ ਰਹੀ ਹੈ ਇਹਦੇ ਤੇ। ਹਾਂਜੀ, ਹੁਣ ਆਪਾਂ ਚੱਲਾਂਗੇ ਜੀ ਸਾਡੇ ਅੱਜ ਦੇ ਅਗਲੇ ਮਹਿਮਾਨ ਵੱਲ। ਡਾਕਟਰ ਰਾਮ ਮੂਰਤੀ, ਜਿਨ੍ਹਾਂ ਨੇ ਕਿ ਪੇਸ਼ੇ ਵਜੋਂ ਅਧਿਆਪਕ ਨੇ। ਸਾਹਿਤ ਦੇ ਵਿੱਚ ਉਹਨਾਂ ਦਾ ਜਿਹੜਾ ਅਲੱਗ ਨਾਮ ਹੈ, MA PhD ਕੀਤੀ ਹੋਈ ਡਾਕਟਰ ਰਾਮ ਮੂਰਤੀ ਜੀ ਨੇ। ਉਹਨਾਂ ਨੇ ਵੀ ਆਪਣੇ ਹਿੱਸੇ ਬਹੁਤ ਸਾਰੇ ਮਾਨ ਸਨਮਾਨ ਪਾਏ ਨੇ, ਜਿਹਦੇ ਵਿੱਚ ਸਿਮਰਨ ਵੀਕਲੀ ਅਵਾਰਡ, ਸ਼ਾਇਰ ਨਿਰੰਜਨ ਸਿੰਘ ਨੂਰ ਯਾਦਗਾਰੀ ਅਵਾਰਡ ਤੇ ਸਵਰਗੀ ਕੰਵਰ ਇਮਤਿਆਜ਼ ਯਾਦਗਾਰੀ ਅਵਾਰਡ ਜਿਹੜਾ ਹੈਗਾ ਖਾਸ ਨਾਮ ਰੱਖਦੇ ਨੇ। ਸਾਹਿਤ ਤੇ ਪੱਤਰਕਾਰੀ, ਇਸ ਪ੍ਰਤੀ ਉਹਨਾਂ ਦਾ ਜਿਹੜਾ ਹੈਗਾ ਸਮਰਪਣ ਉਹ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਉਹ 2 ਤ੍ਰੈਮਾਸੀ ਮੈਗਜ਼ੀਨ ਕੱਢਦੇ ਨੇ, ਜਿਨ੍ਹਾਂ ਦਾ ਨਾਮ ਹੈ ਕਿ ਅਲਖ ਤੇ ਰਣਜੀਤ। 5 ਵਿਸ਼ਵ ਕਾਨਫਰੰਸਾਂ, 30 ਰਾਸ਼ਟਰੀ ਸੈਮੀਨਾਰ ਤੇ 30 ਤੋਂ ਵੱਧ ਖੋਜ ਪੱਤਰ ਜਿਹੜੇ ਹੈਗੇ ਆ ਉਹ ਪ੍ਰਕਾਸ਼ਿਤ ਕਰ ਚੁੱਕੇ ਨੇ ਡਾਕਟਰ ਰਾਮ ਮੂਰਤੀ ਜੀ। ਡਾਕਟਰ ਰਾਮ ਮੂਰਤੀ ਜੀ, ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਨਾਲ ਅੱਗੇ ਜੁੜੇ ਨੇ ਜੀ ਅਨੰਤ ਗਿੱਲ ਜੀ, ਮੋਗਾ ਤੋਂ BA ਪਾਸ। ਅਨੰਤ ਗਿੱਲ ਸਾਹਿਤ ਦੇ ਨਾਲ ਤਾਂ ਜੁੜੀ ਹੀ ਹੋਈ ਹੈ,
ਤੇ ਨਾਲ ਜਿਹੜਾ ਹੈਗਾ ਪੱਤਰਕਾਰੀ ਵੱਲ ਵੀ ਆਪਣਾ ਕਲਮ ਅਜਮਾ ਰਹੀ ਹੈ। ਵੱਖ-ਵੱਖ ਏਰੀਆ ਨੂੰ ਕਵਰ ਕਰਦੀ ਹੋਈ ਅਨੰਤ ਗਿੱਲ ਇੱਕ ਉੱਭਰਦੀ ਹੋਈ ਸ਼ਾਇਰਾ ਤੇ ਇੱਕ ਉੱਭਰਦੀ ਹੋਈ ਪੱਤਰਕਾਰ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਬਹੁਤ ਮੰਝੀਆਂ ਹੋਈਆਂ ਕਲਮਾਂ ਨੂੰ ਲਿਆ ਹੈ, ਜਿਨ੍ਹਾਂ ਨੇ ਕਿ ਪੱਤਰਕਾਰੀ ਤੇ ਸਾਹਿਤ ਦੇ ਵਿੱਚ ਆਪਣਾ ਅਲੱਗ ਮੁਕਾਮ ਹਾਸਲ ਕੀਤਾ ਹੈ, ਉਹਦੇ ਨਾਲ ਅਸੀਂ ਅਨੰਤ ਗਿੱਲ ਜੀ ਨੂੰ ਐਡ ਕੀਤਾ ਹੈ, ਕਿਉਂਕਿ ਉਹ ਇਹਨਾਂ ਮੰਜ਼ਲਾਂ ਦੇ ਉੱਪਰ ਹੁਣੇ ਚੱਲਣ ਲੱਗੇ ਨੇ। ਉਹਨਾਂ ਦਾ ਸਫ਼ਰ ਹਜੇ ਨਵਾਂ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਨਵੀਆਂ ਨੇ, ਤੇ ਅਨੰਤ ਜੀ ਸਾਨੂੰ ਜਿਹੜਾ ਹੈਗਾ ਸਾਨੂੰ ਇੱਕ ਰਾਹ ਦਿਖਾਉਣਗੇ ਕਿ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਹੋ ਕੇ ਜਿਹੜਾ ਹੈ ਇੱਕ ਨਵਾਂ ਪੱਤਰਕਾਰ ਜਾਂ ਇੱਕ ਨਵਾਂ ਸਾਹਿਤਕਾਰ ਲੰਘਦਾ ਹੈ। ਜਿਨ੍ਹਾਂ ਸਫ਼ਰਾਂ ਤੇ ਅੱਜ ਜਿਹੜੀਆਂ ਮੰਜ਼ਲਾਂ ਤੇ ਸਾਡੇ ਡਾਕਟਰ ਸਾਹਿਬ ਜਾਂ ਮਿੰਟੂ ਬਰਾੜ ਜੀ ਜਾਂ ਕੋਚਰ ਜੀ ਪਹੁੰਚ ਚੁੱਕੇ ਨੇ, ਉਹਨਾਂ ਮੰਜ਼ਲਾਂ ਤੇ ਇਹ ਨਵੇਂ ਕਦਮ ਕਿਵੇਂ ਪਹੁੰਚਣਗੇ, ਇਹ ਸਾਨੂੰ ਅਨੰਤ ਗਿੱਲ ਜੀ ਦੱਸਣਗੇ। ਅਨੰਤ ਗਿੱਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਕਿ ਅਨੰਤ ਜੀ ਨੂੰ ਜਿਹੜਾ ਹੈਗਾ ਸਾਡੀ ਆਵਾਜ਼ ਦਾ ਕੋਈ ਇਸ਼ੂ ਆ ਰਿਹਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੀ ਸ਼ਖਸੀਅਤਾਂ ਨੂੰ। ਮੈਂ ਤੁਹਾਡੇ ਸਾਰਿਆਂ ਕੋਲੋਂ ਬਹੁਤ ਕੁਝ ਸਿੱਖਣ ਵਾਸਤੇ ਆਈ ਹਾਂ ਜੀ। ਬਿਲਕੁਲ ਅਨੰਤ ਜੀ, ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਜਿਹੜਾ ਹੈਗਾ ਤੁਹਾਡੇ ਤੱਕ ਸਾਡੀ ਆਵਾਜ਼ ਤੇ ਸਾਡੇ ਤੱਕ ਤੁਹਾਡੀ ਆਵਾਜ਼ ਪਹੁੰਚ ਗਈ ਹੈ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਸਤਾਂ ਨੂੰ ਦੱਸਦੇ ਆ ਕਿ ਪਰਮਜੀਤ ਸਿੰਘ ਬਾਗੜੀਆ ਜੀ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ। ਪਿੱਛੇ ਬੈਕਗ੍ਰਾਉਂਡ ਤੇ ਟੈਕਨੀਕਲ ਟੀਮ ਜਿਹੜਾ ਹੈ ਵਰਕ ਕਰ ਰਹੀ ਹੈ ਇਸ ਵਿਸ਼ੇ ਤੇ। ਹੋਪਫੁਲੀ ਉਹ ਸਾਡੇ ਨਾਲ ਜਲਦੀ ਜੁੜਨਗੇ। ਤੇ ਹੁਣ ਬਿਲਕੁਲ ਹੀ ਸਮਾਂ ਅਜਾਈ ਨਾ ਗਵਾਉਂਦੇ ਹੋਏ ਆਪਾਂ ਅੱਜ ਦੇ ਸਵਾਲਾਂ ਦੀ ਲੜੀ ਵੱਲ ਵਧਦੇ ਹਾਂ। ਸਵਾਲ ਜਿਹੜੇ ਨੇ ਸਾਡੇ ਉਹ ਪਹਿਲਾਂ ਹੀ ਅਸੀਂ ਸਾਰੇ ਸਾਡੇ ਦੋਸਤਾਂ ਨੂੰ ਪੁੱਛਿਆ ਸੀ ਤੇ ਸਾਨੂੰ ਬਹੁਤ ਸਾਰੇ ਸਵਾਲ ਜਿਹੜੇ ਨੇ ਦੋਸਤਾਂ ਨੇ ਭੇਜੇ ਨੇ। ਆ ਜਾਓ ਫਿਰ ਆਪਾਂ ਸਵਾਲਾਂ ਦੀ ਲੜੀ ਸ਼ੁਰੂ ਕਰੀਏ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੀ ਹਾਂ ਕਿ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਆਉਂਦਾ ਹੈ ਪ੍ਰੋਗਰਾਮ ਦੇ ਦੌਰਾਨ, ਤੇ ਕਮੈਂਟ ਸੈਕਸ਼ਨ ਦੇ ਵਿੱਚ ਡ੍ਰੌਪ ਕਰੋ, ਕਿਉਂਕਿ ਐਂਡ ਤੇ ਜੇ ਸਾਡੇ ਕੋਲ ਸਮਾਂ ਬਚਦਾ ਹੈ ਤੇ ਅਸੀਂ ਤੁਹਾਡੇ ਜਿਹੜੇ ਪ੍ਰਸ਼ਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਮੇਰਾ ਅੱਜ ਦਾ ਸਵਾਲ ਮੈਂ ਸ਼ੁਰੂ ਕਰਾਂਗੀ ਜੀ ਸਾਡੇ ਦੋਸਤ ਮਿੰਟੂ ਬਰਾੜ ਜੀ ਤੋਂ। ਮਿੰਟੂ ਜੀ, ਤੁਹਾਡੇ ਵਿਚਾਰ ਅਨੁਸਾਰ ਅੱਜ ਦੇ ਯੁੱਗ ਵਿੱਚ ਸਾਹਿਤਕ ਪੱਤਰਕਾਰੀ ਦੀ ਪੰਜਾਬ ਦੇ ਸਮਾਜ ਵਿੱਚ ਕਿਹੋ ਜਿਹੀ ਸਥਿਤੀ ਹੈ? ਲਾਈਕ ਪੱਤਰਕਾਰੀ ਜਿਹੜਾ ਹੈਗਾ ਇੱਕ ਅਲੱਗ ਵਿਸ਼ਾ ਮੰਨਿਆ ਜਾਂਦਾ, ਸਾਹਿਤਕਾਰੀ ਅਲੱਗ, ਤੇ ਜਿਹੜਾ ਸਾਹਿਤਕ ਪੱਤਰਕਾਰੀ ਇੱਕ ਬਿਲਕੁਲ ਇੱਕ ਨਵਾਂ ਨਹੀਂ ਕਹਿ ਸਕਦੇ, ਪਰ ਇੱਕ ਡਿਫਰੈਂਟ ਸਿਨਾਰੀਓ ਆ ਜਾਂਦਾ ਹੈ। ਕਿ ਕਿਹੋ ਜਿਹੀ ਸਥਿਤੀ ਹੈ ਸਮਾਜ ਦੇ ਵਿੱਚ ਇੱਕ ਪੱਤਰਕਾਰੀ? ਦੇਖੋ, ਕੁਝ ਇੱਕ ਸਮੇਂ ਦੇ ਨਾਲ ਚੀਜ਼ਾਂ ਆਜ਼ਾਦ ਹੁੰਦੀਆਂ, ਤੇ ਮੈਨੂੰ ਲੱਗਦਾ ਹੈ ਵੀ ਜਿਹੜਾ ਇੱਕ ਸਮੇਂ ਦੇ ਨਾਲ ਆਜ਼ਾਦ ਹੋਈ ਇੱਕ ਗੱਲ ਆ। ਕਾਰਨ ਕੀ ਹੋਇਆ ਵੀ ਜਿਉਂ-ਜਿਉਂ ਸੋਸ਼ਲ ਮੀਡੀਆ ਜਾਂ ਮੀਡੀਆ ਹਰ ਬੰਦੇ ਦੀ ਜੇਬ 'ਚ ਆ ਗਿਆ, ਪਹੁੰਚ 'ਚ ਆ ਗਿਆ, ਤੇ ਨਾਲ ਸਾਹਿਤਕਾਰ ਵੀ ਬੜੇ ਪੈਦਾ ਹੋਏ। ਤੇ ਸਾਹਿਤਕਾਰ ਦੇ ਨਾਲ ਫਿਰ ਜਿਹੜਾ ਇੱਕ ਸਿਟੀ ਜਰਨਲਿਜ਼ਮ ਕਹਿੰਦੇ ਆ, ਜਿਹਨੂੰ ਕਹਿੰਦੇ ਆ ਵੀ ਕੋਈ ਵੀ ਸਿਟੀ ਜਰਨਲਿਜ਼ਮ ਕਰ ਸਕਦਾ, ਉਹ ਸਿਟੀ ਜਰਨਲਿਜ਼ਮ ਵੀ ਸ਼ੁਰੂ ਹੋ ਗਿਆ। ਤਾਂ ਉਹ ਦੋਨਾਂ ਦਾ ਜਿਹੜਾ ਸੁਮੇਲ ਚੋਂ ਨਿਕਲ ਕੇ ਹੁਣ ਸਾਹਿਤਕ ਪੱਤਰਕਾਰੀ ਦੇ ਅੱਜ ਆਪਾਂ ਗੱਲ ਕਰਦੇ ਹੋ ਗਏ ਆ, ਜਾਣੀ ਕਿ ਇੱਕ ਬਿਲਕੁਲ ਨਵਾਂ ਵਿਸ਼ਾ ਤੇ ਨਵੀਂ ਗੱਲ ਆ। ਇਹਦੇ ਜੇ ਆਪਾਂ ਅੱਜ ਹੀ ਨਵੇਂ ਨੁਕਸਾਨ ਦੱਸਣ ਲੱਗੇ ਜਾਂ ਕਰਾਂਗੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਾਂ ਕੱਚ ਘਾੜ ਜਾਂ ਕੱਚੀ ਗੱਲ ਕਰਾਂਗੇ। ਇਹ ਸਮੇਂ ਦੇ ਨਾਲ ਹੀ ਪਰਪੱਕ ਹੋਊਗੀ। ਸ਼ੁਰੂ ਚ ਊਨਤਾਈਆਂ ਹੈਗੀਆਂ, ਆਉਣਗੀਆਂ ਵੀ। ਜਦੋਂ ਕਹਿੰਦੇ ਨਹੀਂ ਹੁੰਦੇ ਵੀ ਇੱਕ ਅਣਜਾਣ ਦੇ ਹੱਥ ਦੇ ਵਿੱਚ ਕੋਈ ਚੀਜ਼ ਆ ਜਾਂਦੀ ਆ ਤਾਂ ਉਹਦੇ ਤੋਂ ਡਰ ਵੀ ਬਹੁਤ ਲੱਗਦਾ। ਉਹੀ ਮੈਂ ਇੱਥੇ ਹਲਕੇ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਉਹ ਅੱਗ ਲਾਉਣ ਦਾ ਡਰ ਵੀ ਲੱਗ ਜਾਂਦਾ ਕਿ ਯਾਰੀ ਤੀਲੀ ਤੋਂ ਉਸ ਤੋਂ, ਤੇ ਉਹ ਤੀਲੀ ਜੀਵਨ ਆ। ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਵੀ ਹਾਲੇ ਇਹ ਨਾ ਬਹੁਤ ਇੱਕ ਸੈਂਸਿਟਿਵ ਜਿਹਾ ਮੁੱਦਾ, ਤੇ ਇਸ ਮੁੱਦੇ ਦੇ ਉੱਤੇ ਜੇ ਚੰਗੀ ਸੇਧ ਹੁਣ ਤੋਂ ਬਣਨ ਲੱਗ ਗਈ ਤਾਂ ਹੋ ਸਕਦਾ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਆ ਜਾਣ। ਤੇ ਪਰ ਫਿਲਹਾਲ ਦੀ ਘੜੀ ਕਾਫੀ ਇੱਕ ਮੈਨੂੰ ਇਹਨੂੰ ਸੋਚਦਾ ਵੀ ਇੱਕ ਖਤਰਨਾਕ ਤਰੀਕੇ ਨਾਲ ਜਿਹੜਾ ਇੱਕ ਅੱਗੇ ਵੱਧ ਰਿਹਾ ਚੀਜ਼, ਕਿਉਂਕਿ ਰੋਜ਼ ਦੇਖਦੇ ਆ ਵੀ ਇਹੋ ਜਿਹੀਆਂ ਅਫਵਾਹਾਂ ਜਿਹੜੀਆਂ ਫੈਲਦੀਆਂ, ਉਹ ਵੀ ਇੱਕ ਆਪਦੇ ਆਪ ਨੂੰ ਪੱਤਰਕਾਰ, ਜਦੋਂ ਮੀਡੀਆ ਆ ਗਿਆ, ਗੱਲ ਕਹਿਣ ਦਾ ਜ਼ਰੀਆ ਹੋ ਗਿਆ। ਅੱਗੇ ਮੇਰੇ ਵਰਗੇ ਕੋਲੇ ਕੋਈ ਗੱਲ ਹੁੰਦੀ ਤਾਂ ਅਖਬਾਰ ਛਾਪਦਾ ਨਾ ਛਾਪਦਾ ਉਹਦੀ ਮਰਜ਼ੀ ਹੁੰਦੀ ਸੀ, ਕੋਈ ਹੋਰ ਨਹੀਂ ਤੁਹਾਨੂੰ ਪਲੇਟਫਾਰਮ ਦਿੰਦੇ। ਅੱਜ ਇਹ ਆ ਵੀ ਤੁਹਾਡੇ ਗੱਲ ਜ਼ਹਿਨ ਚ ਆਈ ਨਹੀਂ ਤੇ 2 ਮਿੰਟ ਚ ਤੁਸੀਂ ਹਵਾ ਚੋਂ ਕੀਤਾ। ਪਰ ਉਹ ਤੁਸੀਂ ਉਦੋਂ ਪੱਤਰਕਾਰਤਾ, ਜਿਵੇਂ ਹੁਣ ਆਪਣੇ ਕੋਚਰ ਸਾਹਿਬ ਪੜ੍ਹੇ ਹੋਏ ਆ ਜਾਂ ਰਾਮ ਮੂਰਤੀ ਜੀ ਪੜ੍ਹੇ ਹੋਏ ਆ, ਮੈਂ ਇਹਨਾਂ ਦਾ ਸਤਿਕਾਰ ਕਰਦਾ ਵੀ ਚਲੋ ਜਿਹੜੇ ਲਾਈਨ ਚ ਪੜ੍ਹੇ ਆ। ਮੈਂ ਕੀ ਕਹਾਂ, ਮੈਂ ਆਪਦੇ ਨੂੰ ਪੱਤਰਕਾਰ ਕਹਾਉਣ ਚ ਸ਼ਰਮ ਮਹਿਸੂਸ ਕਰਦਾ। ਸ਼ਰਮ ਇਸ ਲਈ ਨਹੀਂ ਕਰਦਾ, ਮੇਰਾ ਇੱਕ ਕਿੱਤਾ ਛੋਟਾ, ਮੈਂ ਸ਼ਰਮ ਇਸ ਲਈ ਕਰਦਾ ਕਿ ਇਹ ਬਹੁਤ ਉੱਚਾ ਕਿੱਤਾ ਤੇ ਮੈਂ ਇੱਕ ਅਨਪੜ੍ਹ ਬੰਦਾ, ਮੈਂ ਪੜ੍ਹਿਆ ਲਿਖਿਆ ਹੋਰ ਲਾਈਨ ਚ ਆ, ਮੈਂ ਪੱਤਰਕਾਰਤਾ ਚ ਨਹੀਂ ਪੜ੍ਹਿਆ, ਮੈਂ ਇੱਕ ਅੱਖਰ ਵੀ ਨਹੀਂ ਪੜ੍ਹਿਆ, ਤਾਂ ਫਿਰ ਮੈਂ ਕਿਵੇਂ ਕਹਿ ਸਕਦਾ ਵੀ ਮੈਂ ਪਰਪੱਕ ਆ ਇਸ ਲਾਈਨ ਚ? ਮੇਰੀ ਤਾਂ ਚਲੋ ਇੱਕ ਮਜਬੂਰੀ ਹੋ ਗਈ ਵੀ ਮੈਂ ਕਹੇ ਜੇ ਪਲੇਟਫਾਰਮ ਤੇ ਆ ਕੇ ਬੈਠ ਗਿਆ ਜਿੱਥੇ ਖਾਲੀ ਪਿਆ ਸੀ ਮਤਲਬ,
ਤੇ ਖਾਲੀ ਮੈਦਾਨ 'ਚ ਕੋਈ ਮੇਰਾ ਕੁਝ ਨਹੀਂ ਕਰ ਰਿਹਾ ਸੀ ਉਸ ਟਾਈਮ 'ਚ, ਕਿਤੇ ਪੱਤਰਕਾਰਤਾ ਕੋਈ ਪੰਜਾਬੀ ਦੀ ਗੱਲ ਨਹੀਂ ਸੀ, ਤੇ ਮੈਂ ਸ਼ੁਰੂ ਕਰ ਲਈ ਲਿਖਣੀ ਕਰਨੀ ਅਣਜਾਣ 'ਚ। ਤੇ ਹੈਰਾਨੀ ਇਸ ਗੱਲ ਦੀ ਹੋਈ ਵੀ ਜਿਹੜਾ ਬੰਦਾ ਕਹਿੰਦੇ ਨਹੀਂ ਹੁੰਦੇ ਵੀ ਜੇ ਟਿਕਟ ਕੱਟਣੀ ਨਹੀਂ ਆਉਂਦੀ ਕੰਡਕਟਰ ਨੂੰ ਤਾਂ ਉਹਨੂੰ ਚੈਕਰ ਲਾ ਦਿੰਦੇ ਆ, ਕਹਿੰਦੇ ਵੀ ਪਾੜਨੀ ਆਉਂਦੀ ਆ, ਉਹ ਮੇਰੇ ਨਾਲ ਉਹ ਵਾਪਰੀ ਆ। ਮੈਂ ਪੱਤਰਕਾਰਤਾ ਦਾ ਉਰਾ ਨਹੀਂ ਜਾਣਦਾ ਸੀ ਤੇ ਬਣ ਗਿਆ ਮੈਂ ਐਡੀਟਰ ਇਨ ਚੀਫ। ਬੜੀ ਤੇ ਹੈਰਾਨੀ, ਸੈਲਫ ਸਮੀਖਿਆ ਕਰਨ ਵਾਲਾ ਬੰਦਾ, ਮੈਂ ਦੂਜੇ ਦੀ ਕਲਾਸ ਲਾਉਣ ਨਾਲੋਂ ਪਹਿਲਾਂ ਆਪਦੀ ਬਹੁਤ ਲਾਉਣਾ ਕਲਾਸ। ਤੇ ਉਹਦੇ ਚੋਂ ਇਹ ਗੱਲ ਮੈਂ ਕਹਿ ਰਿਹਾ ਵੀ ਮੇਰੇ ਵਰਗੇ ਜਦੋਂ ਕੱਚ ਘੜ ਬੰਦੇ ਨੂੰ, ਜਿਹਨੂੰ ਪਤਾ ਹੀ ਨਹੀਂ ਪੱਤਰਕਾਰੀ ਦਾ ਮਿਆਰ ਕੀ ਆ ਤੇ ਕੀ ਹੋਣਾ ਚਾਹੀਦਾ, ਉਹਨੂੰ ਉਹਦੇ ਹੱਥ 'ਚ ਜਦੋਂ ਇਹ ਗੱਲਾਂ ਆਉਂਦੀਆਂ ਫਿਰ ਉਹਨੂੰ ਸਮਾਂ ਸਿਖਾਉਂਦਾ। ਮੈਨੂੰ ਵੀ 10 ਸਾਲ ਲੱਗ ਗਏ, ਜੇ ਮਾੜਾ ਮੋਟਾ ਜੇ ਮੈਂ ਅੱਜ ਪੱਤਰਕਾਰੀ ਬਾਰੇ ਕੁਝ ਜਾਣਨ ਲੱਗਿਆ ਤਾਂ 10 ਸਾਲ ਲੱਗ ਗਏ ਉਸ ਗੱਲ ਤੇ ਆਉਂਦੇ। ਸੋ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਾਫੀ ਆਪਾਂ ਇਸ ਮੁੱਦੇ ਨੂੰ ਜ਼ਰੂਰ ਇਹਦੇ ਤੇ ਐਕਸਪਰਟ ਦੀ ਰਾਏ ਲਵਾਂਗੇ, ਪੁੱਛਾਂਗੇ, ਡਾਕਟਰ ਸਾਹਿਬ ਦੱਸਣਗੇ ਸਾਨੂੰ ਇਸ ਚੀਜ਼ ਤੇ, ਪਰ ਮੇਰੇ ਹਿਸਾਬ ਨਾਲ ਹਜੇ ਬਹੁਤ ਸੈਂਸਿਟਿਵ ਜਿਹਾ ਕੰਮ ਹੈ। ਜੀ ਬਿਲਕੁਲ ਬਿਲਕੁਲ ਮਿੰਟੂ ਸਰ, ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਪੱਤਰਕਾਰੀ ਇੱਕ ਬਹੁਤ ਨੋਬਲ ਪ੍ਰੋਫੈਸ਼ਨ ਹੈ ਤੇ ਅੱਜ ਸੋਸ਼ਲ ਮੀਡੀਆ ਦੇ ਕਰਕੇ ਹਰੇਕ ਦੇ ਹੱਥ ਦੇ ਵਿੱਚ ਕਲਮ ਹੈ ਤੇ ਹਰ ਕੋਈ ਜਿਹੜਾ ਹੈਗਾ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦਾ ਹੈ, ਜਿਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਬਹੁਤ ਚੰਗੀਆਂ ਚੀਜ਼ਾਂ ਵੀ ਉੱਭਰ ਕੇ ਆਉਂਦੀਆਂ। ਤੁਸੀਂ ਇੱਕ ਐਗਜ਼ਾਮਪਲ ਹੋ, ਬੇਸ਼ੱਕ ਤੁਸੀਂ ਪੱਤਰਕਾਰੀ ਨਹੀਂ ਪੜ੍ਹੀ, ਪਰ 10 ਸਾਲਾਂ ਦੇ ਵਿੱਚ ਪੇਂਡੂ ਆਸਟ੍ਰੇਲੀਆ ਦੇ ਜ਼ਰੀਏ ਜਿਹੜੀਆਂ ਕਹਾਣੀਆਂ ਤੁਸੀਂ ਅੱਗੇ ਲੈ ਕੇ ਆਏ ਹੋ, ਉਹ ਸ਼ਾਇਦ ਜੇ ਤੁਸੀਂ ਕਿਸੇ ਅਖਬਾਰ ਨੂੰ ਛਪਣ ਲਈ ਭੇਜਦੇ, ਕੋਈ ਗਰੰਟੀ ਨਹੀਂ ਸੀ ਕਿ ਉਹ ਛਪਦੀਆਂ ਜਾਂ ਨਾ ਛਪਦੀਆਂ, ਪਰ ਉਹ ਆਮ ਲੋਕਾਂ ਨੂੰ ਕਿੰਨਾ ਛੂ ਕੇ ਗਈਆਂ। ਆਪਾਂ ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਆਪਾਂ ਅੱਗੇ ਡਾਕਟਰ ਸਾਹਿਬ ਤੋਂ ਜ਼ਰੂਰ ਪੁੱਛਾਂਗੇ ਕਿ ਉਹ ਇਸ ਵਿਸ਼ੇ ਤੇ ਕੀ ਸੋਚਦੇ ਨੇ ਕਿ ਅੱਜ ਦੇ ਯੁੱਗ ਵਿੱਚ ਸਾਹਿਤਕ ਪੱਤਰਕਾਰੀ ਜਿਹੜੀ ਹੈਗੀ ਆ ਉਹਦੀ ਪੰਜਾਬੀ ਸਮਾਜ ਦੇ ਵਿੱਚ ਕੀ ਸਥਿਤੀ ਹੈ। ਡਾਕਟਰ ਰਾਮਮੂਰਤੀ ਜੀ, ਤੁਸੀਂ ਕੀ ਐਡ ਕਰਨਾ ਚਾਹੋਗੇ ਇਹਦੇ ਵਿੱਚ? ਹਾਂਜੀ ਮਧੂ ਜੀ, ਇਹ ਜੋ ਮਿੰਟੂ ਬਰਾੜ ਭਾਜੀ ਨੇ ਗੱਲ ਸ਼ੁਰੂ ਕੀਤੀ ਆ, ਮੈਂ ਉਹਨਾਂ ਨਾਲ ਬਹੁਤ ਇਤਫਾਕ ਰੱਖਦਾ। ਪੱਤਰਕਾਰੀ ਦਾ ਇਹ ਜਿਹੜਾ ਵਿਸ਼ਾ ਆ ਇਹ ਬੜਾ ਵਾਸਟ ਆ ਤੇ ਇਹਦੇ ਬੜੇ ਪੱਖ ਨੇ, ਬੜੇ ਪਾਸਾਰ ਨੇ। ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ। ਪਿੱਛੇ ਜਿਹੇ ਮੈਨੂੰ ਪੱਤਰਕਾਰਾਂ ਦੀ ਇੱਕ ਮਹਿਫਲ ਦੇ ਵਿੱਚ, ਕਹਿ ਲਓ ਮੀਟਿੰਗ ਦੇ ਵਿੱਚ ਬੁਲਾ ਲਿਆ ਗਿਆ ਤੇ ਉੱਥੇ ਜਿਹੜੇ ਸਾਡੇ ਲੋਕਲ ਪੱਤਰਕਾਰ ਸੀਗੇ, ਅਖਬਾਰਾਂ 'ਚ ਖਬਰਾਂ ਛਾਪਣ ਵਾਲੇ, ਉਹ ਮੇਰੇ ਵੱਲ ਵੇਖਦੇ ਆ ਤੇ ਮੈਨੂੰ ਪੁੱਛਦੇ ਆ ਵੀ ਤੁਸੀਂ ਵੀ ਪੱਤਰਕਾਰ ਹੋ? ਤੇ ਮੇਰੇ ਕਹਿਣ ਦਾ ਭਾਵ ਇਹ ਆ ਵੀ ਪੱਤਰਕਾਰਾਂ ਨੂੰ ਵੀ ਨਹੀਂ ਪਤਾ ਵੀ ਪੱਤਰਕਾਰੀ ਕਿੰਨੀ ਵਸੀ ਆ, ਇਹਦਾ ਖੇਤਰ ਕਿੰਨਾ ਜਿਹੜਾ ਆ ਉਹ ਵਿਸ਼ਾਲ ਆ। ਉਹ ਸਮਝਦੇ ਆ ਵੀ ਸ਼ਾਇਦ ਬਲਦਾਂ ਦੀਆਂ ਦੌੜਾਂ, ਜਠੇਰਿਆਂ ਦਾ ਮੇਲਾ, ਟੁੱਟੀ ਸੜਕ ਦੀ ਖਬਰ ਲਾ ਦੇਣੀ, ਇਹੀ ਪੱਤਰਕਾਰੀ ਆ। ਠੀਕ ਹੈ। ਤੋ ਅੱਜ ਜਿਹੜਾ ਤੁਸੀਂ ਟੌਪਿਕ ਚੁਣਿਆ, ਇਹ ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ, ਤੁਹਾਡੀ ਸੋਚ ਨੂੰ ਸਲਾਮ ਕਰਦਾ ਕਿ ਸਾਡੇ ਉਹ ਸਾਥੀ ਸਪਸ਼ਟ ਹੋ ਜਾਣਗੇ ਹੁਣ ਕਿ ਇਹ ਪੱਤਰਕਾਰੀ ਜਿਹੜੀ ਆ ਉਹਦਾ ਖੇਤਰ ਜਿਹੜਾ ਉਹ ਬੜਾ ਵਿਸ਼ਾਲ ਆ। ਇੱਕ ਸਾਹਿਤਕ ਪੱਤਰਕਾਰੀ ਵੀ ਜਿਹੜੀ ਆ ਹੁੰਦੀ ਆ। ਜਿਵੇਂ ਮੈਂ ਪਿਛਲੇ 20 ਸਾਲ ਤੋਂ ਸਾਹਿਤਕ ਪੱਤਰਕਾਰੀ ਦੇ ਨਾਲ ਜੁੜਿਆ ਹੋਇਆ। ਦੇਸ਼ ਸੇਵਕ ਅਖਬਾਰ ਜਦੋਂ ਚੰਡੀਗੜ੍ਹ ਤੋਂ ਛਪਣ ਲੱਗਾ, ਮੈਂ ਪਹਿਲੇ ਦਿਨ ਤੋਂ ਉਸ ਅਖਬਾਰ ਦਾ ਪਾਠਕ ਆ ਤੇ ਉਹਦੇ ਵਾਸਤੇ ਮੈਂ ਮਿਡਲ ਲੇਖ ਲਿਖਣੇ ਸ਼ੁਰੂ ਕੀਤੇ। ਉਹਦੇ ਵਾਸਤੇ ਮੈਂ ਸੰਪਾਦਕੀ ਪੰਨੇ ਤੇ ਜਿਹੜੇ ਮੁੱਖ ਲੇਖ ਛਪਦੇ ਨੇ ਉਹ ਲਿਖਣੇ ਸ਼ੁਰੂ ਕੀਤੇ ਤੇ ਇਸੇ ਤਰ੍ਹਾਂ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ ਮੈਂ ਸਾਹਿਤਕ ਪੁਸਤਕਾਂ ਦੇ ਰਿਵਿਊ ਕਰਨੇ ਸ਼ੁਰੂ ਕੀਤੇ, ਉਹਨਾਂ 'ਚ ਫੀਚਰ ਛਪਣੇ ਸ਼ੁਰੂ ਹੋਏ। ਤੋ ਸਾਹਿਤਕ ਪੱਤਰਕਾਰੀ ਦਾ ਮਤਲਬ ਬਈ ਸਾਹਿਤ ਬਾਰੇ ਪੱਤਰਕਾਰਤਾ ਦੇ ਵਿੱਚ, ਮੈਗਜ਼ੀਨ ਦੇ ਵਿੱਚ, ਅਖਬਾਰਾਂ ਦੇ ਵਿੱਚ ਗੱਲ ਕਰਨੀ। ਤੇ ਜਿਹੜਾ ਸਾਹਿਤਕ ਪੱਤਰਕਾਰੀ ਕਰਦਾ ਆ ਉਹ ਵੀ ਪੱਤਰਕਾਰ ਹੀ ਹੁੰਦਾ। ਤੇ ਮੈਂ ਇਹਦੇ 'ਚ ਇੱਕ ਹੋਰ ਗੱਲ ਐਡ ਕਰਨੀ ਚਾਹਾਂਗਾ ਕਿ ਪਹਿਲਾਂ ਇਹ ਸਪਸ਼ਟ ਕਰ ਲਈਏ ਕਿ ਪੱਤਰਕਾਰੀ ਅਸਲ ਦੇ ਵਿੱਚ ਹੁੰਦੀ ਕੀ ਆ। ਕਿਸੇ ਖਬਰ ਨੂੰ, ਕਿਸੇ ਘਟਨਾ ਨੂੰ ਜਨ ਸਮੂਹ ਤੱਕ ਪਹੁੰਚਾ ਦੇਣਾ, ਆਮ ਲੋਕਾਂ ਤੱਕ ਪਹੁੰਚਾ ਦੇਣਾ, ਇਹ ਪੱਤਰਕਾਰੀ ਆ। ਤੇ ਉਹਦਾ ਮਾਧਿਅਮ ਕੋਈ ਵੀ ਹੋ ਸਕਦਾ। ਉਹ ਪਿਛਲੇ ਸਮਿਆਂ ਦੇ ਵਿੱਚ ਉਹਦਾ ਮਾਧਿਅਮ ਸੀਗਾ ਬਈ ਰਾਜੇ ਮਹਾਰਾਜੇ ਡੌਂਡੀ ਪਟਵਾਉਂਦੇ ਸੀਗੇ। ਇੱਕ ਬੰਦਾ ਜਾਂਦਾ ਸੀ ਪਿੰਡ ਦੇ ਵਿੱਚ, ਢੋਲ ਕੁੱਟਦਾ ਸੀ, ਉਹ ਕਹਿੰਦਾ ਸੀ ਸੁਣੋ ਸੁਣੋ ਸੁਣੋ। ਉਹ ਜਿਹੜਾ ਰਾਜੇ ਦਾ ਸੰਦੇਸ਼ ਆ ਉਹ ਸੁਣਾ ਦਿੰਦਾ ਸੀ ਲੋਕਾਂ ਨੂੰ। ਉਹ ਪੱਤਰਕਾਰੀ ਦਾ ਇੱਕ ਰੂਪ ਸੀ। ਇਸੇ ਤਰ੍ਹਾਂ ਹੋਕਾ ਦੇਣਾ। ਮੈਨੂੰ ਯਾਦ ਆ, ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਸਾਡੇ ਪਿੰਡ ਦੇ ਵਿੱਚ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲਾਊਡ ਸਪੀਕਰ ਨਹੀਂ ਸੀ ਆਇਆ ਤੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੁੰਦਾ ਸੀ ਕਾਕਾ।
ਪਿੰਡ ਦੇ ਵਿੱਚ ਇੱਕੋ ਹੀ ਉੱਚਾ ਚੁਬਾਰਾ ਸੀ, ਉਹਨੇ ਚੁਬਾਰੇ ਤੇ ਚੜ੍ਹ ਕੇ ਟਿਕੀ ਰਾਤੇ ਹੋਕਾ ਦੇਣਾ ਤੇ ਪਿੰਡ ਦੇ ਲੋਕਾਂ ਨੇ ਸਾਰੇ ਕੰਮ ਛੱਡ ਕੇ ਉਹ ਹੋਕਾ ਸੁਣਨਾ ਤੇ ਉਹਨੇ ਕਹਿਣਾ ਵੀ ਫਲਾਨਾ ਸਹੁੰ ਦੀ ਮੱਝ ਖੁੱਲ ਗਈ ਆ, ਜੇ ਕਿਸੇ ਨੇ ਦੇਖੀ ਹੋਵੇ ਤਾਂ ਦੱਸ ਦੇਵੇ। ਤਾਂ ਉਹ ਵੀ ਮੈਂ ਸਮਝਦਾ ਵੀ ਉਹ ਵੀ ਇੱਕ ਪੱਤਰਕਾਰੀ ਦਾ ਹੀ ਰੂਪ ਸੀ। ਜੀ, ਜਦੋਂ ਲੋਕ ਕਬੂਤਰਾਂ ਦੇ ਹੱਥ ਕਬੂਤਰਾਂ ਦੇ ਪੈਰਾਂ ਨਾਲ ਬੰਨ੍ਹ ਕੇ ਚਿੱਠੀਆਂ ਪਹੁੰਚਾਉਂਦੇ ਸੀਗੇ ਤੇ ਕਾਵਾਂ ਨੂੰ ਸਾਡੇ ਲੋਕ ਗੀਤਾਂ ਦੇ ਵਿੱਚ ਕਾਵਾਂ ਨੂੰ ਸਾਡੀਆਂ ਬੀਬੀਆਂ ਭੈਣਾਂ ਕਹਿੰਦੀਆਂ ਵੀ ਕੋਈ ਸੁਨੇਹਾ ਮੇਰੇ ਢੋਲ ਦੀ ਕੋਈ ਗੱਲ ਸੁਣਾ, ਤੇ ਸ਼ਾਇਰ ਲੋਕ ਤਾਂ ਹਵਾਵਾਂ ਹੱਥ ਵੀ ਸੁਨੇਹੇ ਭੇਜਦੇ ਆ। ਹਾਂਜੀ, ਤੋ ਇਹ ਜੋ ਸਿੱਲੀ ਸਿੱਲੀ ਹੁੰਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਏਗਾ। ਤੋ ਇਹ ਮੈਂ ਸਮਝਦਾ ਵੀ ਇਹ ਪੱਤਰਕਾਰੀ ਜਿਹੜੀ ਆ, ਇਹਦਾ ਖੇਤਰ ਜਿਹੜਾ ਉਹ ਬੜਾ ਵਿਸ਼ਾਲ ਆ। ਤੇ ਪੱਤਰਕਾਰੀ ਦੇ ਵਿੱਚ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਉਹ ਜਿਹੜੀ ਉਹ ਸਾਹਿਤਕ ਪੱਤਰਕਾਰੀ ਉਹ ਹੋ ਨਿਬੜਦੀ ਆ। ਤੇ ਪੰਜਾਬੀ ਦੇ ਵਿੱਚ ਜੇ ਤੁਸੀਂ ਮੈਨੂੰ ਸਮਾਂ ਦਿਓ ਇਹਨੂੰ ਹੋਰ ਥੋੜਾ ਜਿਹਾ ਐਬੋਲੇਟ ਕਰਨ ਦਾ, ਬਈ ਪੰਜਾਬੀ ਦੇ ਵਿੱਚ ਵੀ ਇਹਦਾ ਇੱਕ ਲੰਬਾ ਚੌੜਾ ਜਿਹੜਾ ਉਹ ਇਤਿਹਾਸ ਆ। ਤੇ ਮੱਧਕਾਲ ਦੇ ਸਮੇਂ 'ਚ ਆਪਾਂ ਦੇਖੀਏ ਤਾਂ ਜਿਹੜੇ ਗੁਰੂ ਸਾਹਿਬ ਨੇ ਹੁਕਮਨਾਮੇ ਲਿਖੇ, ਉਹ ਸੰਗਤ ਤੱਕ ਪਹੁੰਚਾਏ, ਉਹ ਵੀ ਮੈਂ ਸਮਝਦਾ ਕਿ ਪੱਤਰਕਾਰੀ ਦਾ ਹੀ ਇੱਕ ਮੁੱਢਲਾ ਨਮੂਨਾ ਸੀ, ਮੁੱਢਲਾ ਰੂਪ ਸੀ। ਇਸੇ ਤਰ੍ਹਾਂ ਆਧੁਨਿਕ ਦੌਰ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ ਤੇ 1898 ਦੇ ਆਸ-ਪਾਸ ਭਾਈ ਵੀਰ ਸਿੰਘ ਹੁਣੀ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕਰਦੇ ਆ ਤੇ ਉਹ ਖਾਲਸਾ ਸਮਾਚਾਰ ਪੱਤਰ ਜਿਹੜਾ ਉਹ ਛਾਪਣਾ ਸ਼ੁਰੂ ਕਰਦੇ ਆ। ਉਹਦੇ ਵਿੱਚ ਸਿੱਖ ਸੰਗਤ ਨੂੰ ਸਿੱਖ ਧਰਮ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ ਵਾਲੀਆਂ ਸਾਹਿਤਕ ਰਚਨਾਵਾਂ ਛਾਪਦੇ ਆ, ਕਿਉਂਕਿ ਉਹ ਸਿੱਖ ਧਰਮ ਨੂੰ ਈਸਾਈਅਤ ਦੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਸੀਗੇ। ਤੋ ਸਿੱਖ ਧਰਮ ਨੂੰ ਬਿਹਤਰ ਸਿੱਧ ਕਰਨ ਲਈ, ਤਾਂ ਕਿ ਸਿੱਖ ਲੋਕਾਂ ਦਾ ਉਹਨਾਂ ਦੇ ਧਰਮ ਦੇ ਵਿੱਚ ਯਕੀਨ ਔਰ ਵਿਸ਼ਵਾਸ ਬਣਿਆ ਰਹੇ, ਤਾਂ ਉਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਦਿੱਲੀ ਦੇ ਵਿੱਚ ਸਥਾਪਨਾ ਕੀਤੀ। ਤੇ ਖਾਲਸਾ ਸਮਾਚਾਰ ਐਸਾ ਸਾਹਿਤਕ ਪੱਤਰ ਆ ਜਿਹੜਾ ਬਹੁਤ ਲੰਬੇ ਸਮੇਂ ਤੋਂ, ਉਦੋਂ ਤੋਂ ਲੈ ਕੇ ਅੱਜ ਤੱਕ ਵੀ ਜਿਹੜਾ ਉਹ ਛਪ ਰਿਹਾ ਆ। ਤੋ ਇਸੇ ਤਰ੍ਹਾਂ ਉਹਨਾਂ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ, ਜਦੋਂ ਦੂਜੀ ਸੰਸਾਰ ਜੰਗ ਲੱਗਦੀ ਆ, ਕਾਮਾਗਾਟਾ ਦੀ ਘਟਨਾ ਵਾਪਰਦੀ ਆ, ਇਹਨਾਂ ਦੋ ਘਟਨਾਵਾਂ ਨੇ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਜਿਹੜੀ ਸੀ ਉਹ ਆਪਣੀ ਹਾਜ਼ਰੀ ਲਗਵਾਈ ਤੇ ਬਹੁਤ ਸਾਰਾ ਗਦਰ ਸਾਹਿਤ ਜਿਹੜਾ ਸੀ ਉਹ ਉਸ ਸਮੇਂ ਦੇ ਪਰਚਿਆਂ ਦੇ ਵਿੱਚ ਛਪਣਾ ਸ਼ੁਰੂ ਕੀਤਾ ਹੋਇਆ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮੈਨੂੰ ਹੈਰਾਨੀ ਹੋਈ ਬਈ 1925 ਦੇ ਆਸ-ਪਾਸ ਦੀ ਜਦੋਂ ਆਪਾਂ ਸਾਹਿਤਕ ਪੱਤਰਕਾਰੀ ਦੇਖਦੇ ਹਾਂ, 300 ਪਰਚੇ ਜਿਹੜੇ ਸੀ ਉਹ ਪੰਜਾਬੀ ਦੇ ਵਿੱਚ ਨਿਕਲਦੇ ਸੀਗੇ। 300 ਪਰਚੇ, ਹਾਂਜੀ। ਤੇ ਇਹ 300 ਪਰਚਿਆਂ ਦੇ ਵਿੱਚ 100 ਤੋਂ ਉੱਪਰ ਹਫ਼ਤਾਵਾਰੀ ਵੀ ਸੀਗੇ, ਇਸੇ ਤਰ੍ਹਾਂ ਤ੍ਰੈਮਾਸਿਕ ਵੀ ਸੀਗੇ, ਰੋਜ਼ਾਨਾ ਸੀ, ਜਿਨ੍ਹਾਂ ਦੇ ਵਿੱਚ ਹੀਰਾ ਸਿੰਘ ਦਰਦ ਹੋਣਾ ਦੀਆਂ ਤੇ ਹੋਰ ਸਾਡੇ ਗਦਰੀ ਬਾਬਿਆਂ ਦੀਆਂ ਰਚਨਾਵਾਂ ਜਿਹੜੀਆਂ ਸੀਗੀਆਂ ਉਹ ਸਾਹਿਤਕ ਰਚਨਾਵਾਂ ਛਪਣੀਆਂ ਸ਼ੁਰੂ ਹੋਈਆਂ। ਤਾਂ ਮੈਂ ਸਮਝਦਾ ਕਿ ਪੰਜਾਬੀ ਦੇ ਵਿੱਚ ਸਾਹਿਤਕ ਪੱਤਰਕਾਰੀ ਦਾ ਇਤਿਹਾਸ ਜਿਹੜਾ ਆ ਉਹ ਬੜਾ ਅਮੀਰ ਆ। ਤੇ ਮਿੰਟੂ ਹੁਣਾਂ ਨੇ ਜਿੱਥੋਂ ਅੱਜ ਤੋਂ ਗੱਲ ਜਿਹੜੀ ਸ਼ੁਰੂ ਕੀਤੀ ਆ, ਤੇ ਅੱਜ ਤੇ ਆਪਣੀ ਸਥਿਤੀ ਸਾਰਿਆਂ ਦੇ ਸਾਹਮਣੇ ਹੀ ਆ। ਉਹਦੇ ਸਾਨੂੰ ਨਫੇ ਵੀ ਆ, ਉਹਦੇ ਸਾਨੂੰ ਨੁਕਸਾਨ ਵੀ ਆ। ਉਹਦੇ ਨੁਕਸਾਨਾਂ ਬਾਰੇ ਮਿੰਟੂ ਜੀ ਨੇ ਗੱਲ ਕਰ ਦਿੱਤੀ ਆ ਬਈ ਅੱਜ ਸੌਖਾ ਸਾਧਨ ਆ ਤੇ ਅੱਜ ਫੇਕ ਨਿਊਜ਼ ਦਾ ਵੀ ਜਿਹੜਾ ਉਹ ਅਸੀਂ ਉਹਦਾ ਸ਼ਿਕਾਰ ਹੋ ਰਹੇ ਹਾਂ। ਤੇ ਇਸ ਕਰਕੇ ਇਸ ਵਿਸ਼ੇ ਦੇ ਉੱਪਰ ਜਿੰਨੀ ਨੱਠ ਕੇ ਗੱਲ ਹੋ ਸਕੇ, ਜਿੰਨਾ ਅਸੀਂ ਇਹਨੂੰ ਸਮਝ ਸਕੀਏ, ਓਨਾ ਹੀ ਥੋੜਾ ਆ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਐਕਸਪਰਟ ਰਾਏ ਦਿੱਤੀ ਤੇ ਤੁਹਾਡੀ ਜਿਹੜੀ ਤੁਸੀਂ ਖੋਜ ਕੀਤੀ ਤੇ ਸਾਰਿਆਂ ਸਾਨੂੰ ਇਨਫੋਰਮੇਸ਼ਨ ਦਿੱਤੀ ਇਸ ਬਾਰੇ, ਉਹ ਜ਼ਰੂਰ ਬਹੁਤ ਸਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਹੈ। ਕਿ ਇੱਕ ਨਵਾਂ ਵਿਸ਼ਾ ਨਹੀਂ ਹੈਗਾ, ਸਾਹਿਤ ਤੇ ਪੱਤਰਕਾਰੀ ਦਾ ਜਿਹੜਾ ਹੈਗਾ ਸਾਂਝ ਤੇ ਤਾਣਾ ਬਾਣਾ ਜਿਹੜਾ ਬਹੁਤ ਪੁਰਾਣਾ ਤੇ ਚੱਲਦਾ ਆਇਆ। ਜਿਹੜਾ ਮੇਰਾ ਅਗਲਾ ਸਵਾਲ ਹੈ ਉਹ ਇਹਨਾਂ ਦੋਨਾਂ ਸਵਾਲਾਂ ਦੇ ਵਿੱਚੋਂ, ਦੋਨਾਂ ਚਰਚਾਵਾਂ ਦੇ ਵਿੱਚੋਂ ਨਿਕਲਦਾ ਅਨੰਤ ਗਿੱਲ ਜੀ ਲਈ, ਕਿ ਜਿਵੇਂ ਅਨੰਤ ਗਿੱਲ ਜੀ ਵੀ ਸਾਹਿਤਕਾਰ ਵੀ ਨੇ ਤੇ ਪੱਤਰਕਾਰ ਵੀ ਨੇ। ਅਨੰਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ
ਕਿ ਇੱਕ ਸਾਹਿਤਿਕ ਪੱਤਰਕਾਰ ਨੂੰ ਸਾਹਿਤ ਦੀ ਕਿੰਨੀ ਕੁ ਸਮਝ ਹੋਣ ਦੀ ਲੋੜ ਹੈ, ਜਾਂ ਇੱਕ ਸਾਹਿਤਕਾਰ ਜੋ ਪੱਤਰਕਾਰ ਬਣ ਰਿਹਾ ਜਾਂ ਇੱਕ ਪੱਤਰਕਾਰ ਜੋ ਸਾਹਿਤ ਨੂੰ ਕਵਰ ਕਰ ਰਿਹਾ, ਆਪਸ ਦੇ ਵਿੱਚ ਕਿੰਨੀ ਕੁ ਜਾਣਕਾਰੀ ਹੋਣੀ ਜ਼ਰੂਰੀ ਹੈ ਇਹ ਪੱਤਰਕਾਰੀ ਕਰਨ ਲਈ। ਮੈਡਮ ਜੀ, ਮੈਂ ਕਹਿੰਦੀ ਹਾਂ ਵੀ ਜਿਹੜਾ ਸਾਹਿਤ ਨੂੰ ਵੱਧ ਤੋਂ ਵੱਧ ਜਿੰਨਾ ਵਾਚਿਆ ਜਾਵੇ ਉਨਾ ਚੰਗਾ ਹੀ ਆ। ਆਪਾਂ ਨੂੰ ਇਹਦੀ ਸਮਝ ਜਾਣੀ ਕਿ ਕਹਿ ਹੀ ਨਹੀਂ ਸਕਦੇ ਵੀ ਅਸੀਂ ਸਾਹਿਤ ਬਾਰੇ ਬਹੁਤ ਕੁਝ ਜਾਣਦੇ ਹਾਂ। ਆਪਾਂ ਜਿੰਨਾ ਹੀ ਪੜ੍ਹਦੇ ਹਾਂ ਉਹਦੇ ਬਾਰੇ ਥੋੜਾ ਵੱਧ ਤੋਂ ਵੱਧ ਪੜ੍ਹਨ, ਜਿੰਨਾ ਕੁ ਅਸੀਂ ਚੰਗਾ ਫੇਰ ਹੀ ਲਿਖ ਸਕਦੇ ਹਾਂ ਜੇ ਅਸੀਂ ਚੰਗਾ ਸਾਹਿਤ ਪੜ੍ਹ ਰਹੇ ਹਾਂ। ਤਾਂ ਜੇ ਆਪਾਂ ਪੜ੍ਹ ਹੀ ਨਹੀਂ ਰਹੇ ਤੇ ਇੱਕ ਵੇਖ ਲਓ ਤੁਸੀਂ, ਦਿਨ ਵਿੱਚ ਜੇ ਕੁਛ ਨਹੀਂ ਪੜ੍ਹਦੇ, ਅਖਬਾਰ ਨਹੀਂ ਪੜ੍ਹਦੇ, ਕੁਝ ਵੀ, ਆਪਾਂ ਨੂੰ 2 ਦਿਨ ਨਾ ਪੜਾਂਗੇ, ਤੀਜੇ ਦਿਨ ਆਪਾਂ ਨੂੰ ਔਖਾ ਲੱਗੂਗਾ ਵੀ ਅਸੀਂ ਲਿਖਣਾ ਕਿਵੇਂ ਆ, ਆਪਾਂ ਲਿਖਣਾ ਵੀ ਭੁੱਲ ਜਾਂਦੇ ਹਾਂ। ਜੇ ਆਪਾਂ ਚੰਗਾ ਸਾਹਿਤ ਪੜਾਂਗੇ, ਵੱਧ ਤੋਂ ਵੱਧ ਪੜਾਂਗੇ ਤੇ ਹਮੇਸ਼ਾ ਪੜ੍ਹਦੇ ਰਵਾਂਗੇ, ਇਹਦੇ ਨਾਲ ਜੁੜੇ ਰਵਾਂਗੇ ਤੇ ਉਹਦਾ ਸਾਨੂੰ ਫਾਇਦਾ ਹੋਊਗਾ ਤੇ ਸਾਨੂੰ ਵੀ ਹੋਊਗਾ, ਕਿਉਂਕਿ ਅਸੀਂ ਚੰਗੇ ਵੱਲ ਤਾਂ ਵੱਧ ਸਕਦੇ ਹਾਂ। ਕਿਉਂਕਿ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਆਪਾਂ ਨੂੰ ਕੋਈ ਵੀ ਕਿਤਾਬ ਆ ਜਾਂ ਕੋਈ ਵੀ ਆਰਟੀਕਲ ਵਗੈਰਾ, ਉਹਦੇ ਵਿੱਚ ਆਪਾਂ ਨੂੰ ਸੇਧ ਮਿਲਦੀ ਆ ਵੀ ਚੰਗਾ ਕੀ ਹੈ ਤੇ ਬੁਰਾ ਕੀ ਹੈ, ਫਿਰ ਅਲੱਗ ਤੇ ਉਹ ਲੈ ਕੇ ਦੂਜਿਆਂ ਨੂੰ ਵੀ ਦੱਸਦੇ ਹਾਂ। ਤੇ ਇਹਦਾ ਕੋਈ ਇਹ ਨਹੀਂ ਆਪਾਂ ਇੰਨਾ ਪੜ੍ਹ ਲਿਆ, 50 ਜਾਂ 100 ਕਿਤਾਬਾਂ ਪੜ੍ਹ ਲਈਆਂ ਤੇ ਆਪਾਂ ਉਹਦੇ ਪਰਪੱਕ ਹੋ। ਜੀ ਜੀ ਬਿਲਕੁਲ ਅਨੰਤ ਜੀ। ਜੀ ਮੈਨੂੰ ਲੱਗਦਾ ਆਵਾਜ਼ ਸ਼ਾਇਦ ਵਿੱਚ ਵਿਚਾਲੇ ਕੱਟ ਗਈ, ਜਾਂ ਅਨੰਤ ਜੀ ਦਾ ਜਿਹੜਾ ਜਵਾਬ ਹੈ ਆਲਮੋਸਟ ਪੂਰਾ ਹੋ ਗਿਆ। ਕਿਤੇ ਨਾ ਕਿਤੇ ਅਨੰਤ ਜੀ ਨੇ ਬਿਲਕੁਲ ਸਹੀ ਨਬਜ਼ ਪਕੜੀ ਹੈ ਕਿ ਅਸਲ ਦੇ ਵਿੱਚ ਇਹ ਜਿਵੇਂ ਸਾਹਿਤਿਕ ਸਫ਼ਰ ਹੈ, ਸਾਹਿਤਿਕ ਮੰਜ਼ਿਲ ਨਹੀਂ ਹੈ। ਭਾਵੇਂ ਕੋਈ ਬੰਦਾ 30 ਕਿਤਾਬਾਂ ਲਿਖ ਲਏ ਲੇਖਕ, ਪਰ ਹਜੇ ਵੀ ਉਹ ਇਹ ਕਹੇਗਾ ਕਿ ਮੇਰੀ ਜਿਹੜੀ ਸ਼ਾਹਕਾਰ ਰਚਨਾ ਉਹ ਹਜੇ ਬਾਕੀ ਹੈ। ਇਸੇ ਤਰ੍ਹਾਂ ਸ਼ਾਇਦ ਪੱਤਰਕਾਰੀ ਵੀ ਇੱਕ ਸਫ਼ਰ ਹੈ ਕਿ ਇਹ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਆਪਸੀ ਤਾਣਾ ਬਾਣਾ ਜਿਹੜਾ ਬੁਣ ਕੇ ਜਿਹੜਾ ਸ਼ਾਹਕਾਰ ਹੁੰਦਾ ਉਹਦੀ ਰਚਨਾ ਹਜੇ ਬਾਕੀ ਹੁੰਦੀ ਹੈ। ਮੇਰਾ ਅਗਲਾ ਸਵਾਲ ਸੁਰਿੰਦਰ ਕੋਚਰ ਸਰ ਜੀ ਨੂੰ ਹੈ ਕਿ ਪੱਤਰਕਾਰੀ ਦਾ ਕਿਸੇ ਸਾਹਿਤ ਨੂੰ, ਸਿਰਫ ਪੰਜਾਬੀ ਸਾਹਿਤ ਦੀ ਗੱਲ ਨਹੀਂ ਮੈਂ ਕਰ ਰਹੀ, ਓਵਰਆਲ ਵਰਲਡ ਵਾਈਡ ਗੱਲ ਕਰ ਰਹੀ ਹਾਂ, ਕਿ ਪੱਤਰਕਾਰੀ ਦਾ ਕਿਸੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿੱਚ ਕੀ ਯੋਗਦਾਨ ਹੈ? ਸੁਰਿੰਦਰ ਸਰ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ ਸਾਡੇ ਕੋਲ। ਮੈਨੂੰ ਲੱਗਦਾ ਕਿ ਤੁਸੀਂ ਸਾਰੇ ਵੀ ਸ਼ਾਇਦ ਮੇਰੇ ਨਾਲ ਸਹਿਮਤ ਹੋਵੋਗੇ ਕਿ ਸੁਰਿੰਦਰ ਸਰ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਕਿ ਮੈਂ ਇਕੱਲੀ ਹਾਂ ਜਿਹਨੂੰ ਨਹੀਂ ਸੁਣਾਈ ਦੇ ਰਹੀ। ਨਹੀਂ ਆ ਰਹੀ, ਨਹੀਂ ਆਵਾਜ਼ ਨਹੀਂ ਆ ਰਹੀ ਜੀ। ਸੁਰਿੰਦਰ ਸਰ, ਮੈਂ ਤੁਹਾਨੂੰ ਰਿਕਵੈਸਟ ਕਰਾਂਗੀ ਕਿ ਤੁਸੀਂ ਇੱਕ ਵਾਰੀ ਸਾਡੀ ਟੈਕਨੀਕਲ ਟੀਮ ਨਾਲ ਪਲੀਜ਼ ਗੱਲਬਾਤ ਕਰੋ। ਵਿਕਰਮ ਸੇਖੋਪਾ ਜੀ, ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤੇ ਪਲੀਜ਼ ਸੁਰਿੰਦਰ ਕੋਚਰ ਸਰ ਜੀ ਦੀ ਹੈਲਪ ਕਰੋ ਤਾਂ ਕਿ ਅਸੀਂ ਉਹਨਾਂ ਦੇ ਵਿਚਾਰ ਲੈ ਸਕੀਏ। ਤਦ ਤੱਕ ਲਈ ਮੈਂ ਇਹ ਸਵਾਲ ਜਿਹੜਾ ਹੈਗਾ ਮਿੰਟੂ ਬਰਾੜ ਸਰ ਕੋਲ ਲੈ ਕੇ ਜਾ ਰਹੀ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਪੱਤਰਕਾਰ ਵੀ ਹੋ, ਸਾਹਿਤਕਾਰ ਵੀ ਹੋ, ਤੁਸੀਂ ਜਨ ਜੀਵਨ ਨੂੰ, ਆਮ ਲਾਈਫ ਨੂੰ ਲੋਕਾਂ ਦੇ ਸਾਹਮਣੇ ਬਹੁਤ ਖੂਬਸੂਰਤ ਸ਼ਬਦਾਂ ਨਾਲ, ਵਾਰਤਕ ਦੇ ਰੂਪ ਨਾਲ ਪੇਸ਼ ਕਰਦੇ ਹੋ, ਪੱਤਰਕਾਰੀ ਦੇ ਰੂਪ ਚ ਪੇਸ਼ ਕਰਦੇ ਹੋ। ਕੀ ਯੋਗਦਾਨ ਹੈ ਸਾਹਿਤ ਲਈ ਪੱਤਰਕਾਰੀ ਦਾ, ਸਾਹਿਤਕ ਪੱਤਰਕਾਰੀ ਦਾ? ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ। ਤੇ ਪਰ ਮੈਂ ਉਸ ਤੋਂ ਪਹਿਲਾਂ ਨਾ ਥੋੜੀ ਜਿਹੀ, ਜਿਵੇਂ ਪਹਿਲਾਂ ਅਨੰਤ ਨੇ ਗੱਲ ਦੱਸੀ, ਸਾਹਿਤ ਪੜ੍ਹਨ ਦੀ ਗੱਲ ਦੱਸੀ ਤੇ ਟੁੱਟਣ ਦੀ ਗੱਲ ਦੱਸੀ, ਜਾਂ ਉਹਨਾਂ ਦੇ ਜਿਵੇਂ ਤੁਸੀਂ ਦੱਸਿਆ ਵੀ ਸ਼ੁਰੂਆਤ ਦੌਰ ਆ, ਮੈਂ ਆਪਦੇ ਸ਼ੁਰੂਆਤ ਦੌਰ ਦੀ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹਾਂਗਾ। ਉਹਦੇ ਚ ਕਾਰਨ ਮੈਨੂੰ ਲੱਗਦਾ ਉਹ ਸ਼ਾਇਦ ਅਨੰਤ ਹੋਰਾਂ ਲਈ ਵੀ ਇਹ ਲਾਹੇਵੰਦ ਹੋਵੇ ਤੇ ਹੋਰ ਵੀ ਜਿਹੜੇ ਸਾਨੂੰ ਦੇਖ ਰਹੇ ਆ ਉਹਨਾਂ ਲਈ ਹੋਵੇ। ਮੈਂ ਬਚਪਨ ਚ ਦੀਪਕ ਜਤੋਈ ਸਾਹਿਬ ਜਨਾਬ, ਹੁਣ ਉਹਨਾਂ ਦਾ ਨਾਂ ਕੌਣ ਨਹੀਂ ਜਾਣਦਾ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪਤਾ ਨਹੀਂ ਸੀ, ਨਜ਼ਰੀਆ ਨਹੀਂ ਸੀ ਕਿ ਉਹ ਕੀ ਹਸਤੀ ਆ। ਸਾਨੂੰ ਤਾਂ ਐਂ ਲੱਗਦਾ ਹੁੰਦਾ ਸੀ ਵੀ ਥੋੜੀ ਜਿਹੀ ਉਹ ਦਾਰੂ ਪੀਂਦੇ ਸਨ, ਵੀ ਥੋੜੀ ਜਿਹੀ ਦਾਰੂ ਪਿਆਓ ਤੇ ਬੈਠ ਕੇ ਗੱਲਾਂ ਸੁਣੋ। ਏਦਾਂ ਦਾ, ਮੈਂ ਸੱਚ ਬੋਲਦਾ, ਏਦਾਂ ਦਾ ਨਜ਼ਰੀਆ ਬਣਿਆ ਹੋਇਆ ਸੀ। ਕੁਛ ਜ਼ਿਆਦਾ ਨਹੀਂ ਗਿਆਨ ਸੀ ਵੀ ਇਹ ਕੀ ਹਸਤੀ ਆ। ਇੱਕ ਦਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਪੂ ਜੀ ਲਿਖਣ ਨੂੰ ਬਹੁਤ ਦਿਲ ਕਰਦਾ। ਮੈਂ ਛੋਟਾ ਸੀ, ਕਾਫੀ ਛੋਟਾ, ਤੇ ਉਹਨਾਂ ਦੇ ਮੇਰੇ ਕਨੀ ਦੇਖ ਕੇ ਕਹਿੰਦੇ ਤੈਨੂੰ ਹਟਾਇਆ ਕਿਹਨੇ ਆ, ਲਿਖ। ਮੈਂ ਕਿਹਾ ਮੈਂ ਹਾਲੇ ਤੱਕ ਪੜ੍ਹਿਆ ਨਹੀਂ ਕੁਛ, ਮੈਂ ਲਿਖਾਂ ਕੀ? ਕਹਿੰਦੇ ਆਹੀ ਤਾਂ ਤੇਰਾ ਪਲੱਸ ਪੁਆਇੰਟ ਆ। ਮੈਨੂੰ ਆਦੇ, ਮੈਂ ਸਮਝਿਆ ਨਹੀਂ ਗੱਲ। ਮੈਂ ਕਿਹਾ ਵੀ ਕਿਵੇਂ ਪਲੱਸ ਪੁਆਇੰਟ, ਜਦੋਂ ਮੈਂ ਪੜ੍ਹਿਆ ਹੀ ਨਹੀਂ ਕੋਈ ਸਾਹਿਤ ਤੇ ਮੈਂ ਲਿਖੂੰਗੀ। ਕਹਿੰਦੇ ਜੇ ਤੂੰ ਪੜ੍ਹ ਕੇ ਲਿਖੇਗਾ ਤਾਂ ਹੋ ਸਕਦਾ ਤੂੰ ਨਕਲ ਮਾਰ ਕੇ ਕਿਸੇ ਦਾ ਸਟਾਈਲ ਆਪਦੇ ਤੇ
ਆਪਦੇ ਤੇ ਥੋਪ ਲੈ ਤੇ ਸਾਰੀ ਉਮਰ ਫਿਰ ਤੂੰ ਉਹਦਾ ਹੋ ਕੇ ਰਹਿ ਜਾਏਗਾ। ਤੂੰ ਕਹਿੰਦੇ ਨਾ ਕੁਝ ਵੀ ਲਿਖ ਤੇ ਆਪਦਾ ਸਟਾਈਲ ਖੜਾ ਕਰ ਲਾ, ਉਦੋਂ ਬਾਅਦ ਪੜ੍ਹੀ। ਮੈਂ ਤੈਨੂੰ ਪੜ੍ਹਨੋਂ ਨਹੀਂ ਰੋਕਦਾ, ਪਰ ਟਾਈਮ ਤੇ ਆ ਕੇ ਪੜ੍ਹੀ। ਕਿਹੜਾ ਤੂੰ ਆਪਦਾ ਜੋ ਪੜਾਸ ਕੱਢ, ਤੈਨੂੰ ਕੋਈ ਇੱਥੇ ਦਾ ਸਟੇਟਸਮੈਨ ਅਖਬਾਰ ਛਾਪਣ ਲਈ ਨਹੀਂ ਤੇਰੇ ਲਈ ਖੜਾ। ਤੂੰ ਪੜ੍ਹ ਕੇ ਲਿਖ ਕੇ ਤੇਰੇ ਵਰਗਿਆਂ ਨੂੰ ਪੜ੍ਹਾਉਣੇ ਆ, ਪੜ੍ਹਾਈ ਜਾਈ ਤੇ ਹੌਲੀ ਹੌਲੀ ਤੂੰ ਆਪਦਾ ਤੇਰਾ ਇੱਕ ਸਟਾਈਲ ਇਜਾਦ ਹੋ ਜਾਊਗਾ। ਸੋ ਮੈਂ ਇਹ ਅਨੰਤ ਹੋਰਾਂ ਨੂੰ ਸਪੈਸ਼ਲ ਕਹੂੰਗਾ ਵੀ ਕੋਈ ਗੱਲ ਨਹੀਂ, ਜੇ ਨਹੀਂ ਅਜੇ ਤੱਕ ਬਹੁਤ ਪੜ੍ਹਿਆ ਜਾ ਰਿਹਾ ਤਾਂ ਕੋਈ ਚੱਕਰ ਨਹੀਂ। ਤੁਸੀਂ ਜੋ ਵੀ ਅੰਦਰ, ਹਰ ਬੰਦੇ ਦੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ, ਨਜ਼ਰੀਏ ਹੁੰਦੇ ਆ, ਉਹਨਾਂ ਨੂੰ ਕੱਢੋ ਬਾਹਰ, ਨਿਕਲੂਗਾ ਸਾਰਾ ਕੁਝ। ਦੂਜੀ ਜਿਹੜੀ ਪੱਤਰਕਾਰਤਾ ਤੇ ਸਾਹਿਤ ਦੀ ਗੱਲ ਆਉਂਦੀ ਆ ਜੀ, ਪਹਿਲਾਂ ਤਾਂ ਸਾਹਿਤ ਨੂੰ ਅਸਲ 'ਚ ਨਾ ਸਾਡੇ ਲੋਕ ਭਾਰੇ ਭਾਰੇ ਅੱਖਰਾਂ ਨੂੰ ਸਾਹਿਤ ਸਮਝੀ ਬੈਠੇ ਆ। ਮੇਰੀ ਇਸ ਵਿਸ਼ੇ ਤੇ ਵੀ ਨਾ ਕਈ ਵਾਰੀ, ਇੱਕ ਵਾਰੀ ਡਾਕਟਰ ਦਲੀਪ ਕੌਰ ਟਵਾਣਾ ਜੀ ਨਾਲ ਉਹਨਾਂ ਦੇ ਘਰ ਤਾਂ ਉਹਨਾਂ ਨੇ ਮੈਨੂੰ ਇਹ ਪਰ ਮੈਂ ਕਿਹਾ, ਸਮਝਦੀ ਆ ਵੀ ਸਾਹਿਤ ਨੂੰ ਵੱਧ ਜੀ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਰੁਕ ਕੇ ਆਉਂਦੀ ਆ ਤੇ ਚਲੋ ਮੈਂ ਗੱਲ ਕੰਪਲੀਟ ਕਰਦਾ। ਪਰ ਆਵਾਜ਼ ਹੈ ਜਿਹੜੀ ਕੱਟ ਰਹੀ ਹੈ। ਹਾਂਜੀ ਚਲੋ ਮਧੂ ਜੀ, ਮੈਂ ਗੱਲ ਕੰਪਲੀਟ ਕਰਦਾ। ਮੈਨੂੰ ਮੈਡਮ ਦਲੀਪ ਕੌਰ ਟਵਾਣਾ ਜੀ ਕੋਲੇ ਬੈਠੇ ਸੀ ਤੇ ਉਹਨਾਂ ਨੇ ਨਾ ਕਿਤੇ ਮੈਨੂੰ ਹੱਥ ਲਿਖਤ ਚਿੱਠੀ ਭੇਜੀ ਮੇਰੀ ਕਿਤਾਬ ਤੋਂ ਬਾਅਦ, ਕੈਂਗਰੂਨਾਮਾ ਤੋਂ ਬਾਅਦ। ਤੇ ਉਹਨਾਂ ਨੇ ਉਹ ਚਿੱਠੀ ਦੇ ਵਿੱਚ ਨਾ ਲਿਖਿਆ ਵੀ ਮੈਂ ਕਿਤਾਬ ਪੜ੍ਹੀ, ਮੈਨੂੰ ਬੜੀ ਚੰਗੀ ਲੱਗੀ, ਪਰ ਕਹਿੰਦੇ ਨਾ ਕਿਤਾਬ ਦੀ ਜਿਹੜੀ ਭਾਸ਼ਾ ਉਹ ਅਖਬਾਰੀ ਭਾਸ਼ਾ ਸੀ। ਮੈਂ ਉਹ ਚਿੱਠੀ ਪੜ੍ਹ ਕੇ ਦੇਖੀ, ਮੈਨੂੰ ਗੱਲ ਅਜੀਬ ਜੀ ਲੱਗੀ, ਮੇਰੇ ਗੱਲ ਲੱਗੀ ਵੀ। ਤੇ ਇੱਕ ਸ਼ੁਰੂ ਤੋਂ ਆਦਤ ਆ ਵੀ ਚਾਹੇ ਕਿੱਡੇ ਵੀ ਵੱਡਾ ਜਾਂ ਮੇਰੇ ਉਸਤਾਦ ਨੇ ਜੇ ਵੀ ਕੋਈ ਗੱਲ ਕਹੀ ਹੈ ਤਾਂ ਮੈਂ ਉਹਦੀ ਪੁੱਛਦਾ ਜ਼ਰੂਰ ਆ ਵੀ ਕਿਉਂ ਕਹੀ ਹੈ ਗੱਲ, ਇਹਦੇ ਪਿਛਲਾ ਕੀ ਕਾਰਨ ਹੈ। ਕਿਉਂਕਿ ਜਿਵੇਂ ਮੈਂ ਚੁੱਪ ਕਰ ਜਾ ਸੁਣ ਕੇ ਗੱਲ ਤਾਂ ਮੈਨੂੰ ਲੱਗਦਾ ਵੀ ਮੈਂ ਬਹੁਤ ਕੁਝ ਗੁੰਮ ਕਰ ਸਕਦਾ ਇਸ 'ਚ। ਤਾਂ ਮੈਂ ਜੋ ਉਹਨਾਂ ਨੂੰ ਮਿਲਿਆ ਤਾਂ ਉੱਥੇ ਜਾ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਗੱਲ ਕਿਉਂ ਲਿਖੀ ਮੇਰੇ ਤੇ ਅਖਬਾਰੀ ਭਾਸ਼ਾ? ਕੀ ਅਖਬਾਰੀ ਭਾਸ਼ਾ ਲਿਖਣਾ ਗਲਤ ਆ? ਕੀ ਅਖਬਾਰੀ ਭਾਸ਼ਾ ਮਾੜੀ ਭਾਸ਼ਾ? ਨਹੀਂ, ਕਹਿੰਦੇ ਇਹ ਗੱਲ ਨਹੀਂ, ਕਹਿੰਦੇ ਸਾਹਿਤ 'ਚ ਨਾ ਥੋੜ੍ਹੀਆਂ ਜਿਹੀਆਂ ਸਾਹਿਤਕ ਗੱਲਾਂ ਹੋਣੀਆਂ ਚਾਹੀਦੀਆਂ, ਭਾਰੇ ਸ਼ਬਦ ਹੋਣੇ ਚਾਹੀਦੇ, ਉਹਨਾਂ ਦੇ ਇਹ ਸ਼ਬਦ ਸੀ। ਮੈਂ ਕਿਹਾ ਜੀ ਮੈਂ ਸਿੰਪਲ ਜਿਹਾ ਤੁਹਾਨੂੰ ਉਦਾਹਰਨ ਦਿੰਦਾ ਵੀ ਅੱਜ ਮੈਂ ਪੰਜਾਬੀ ਯੂਨੀਵਰਸਿਟੀ 'ਚ ਰੈਸਟ ਹਾਊਸ 'ਚ ਰਿਹਾ ਸੀ ਰਾਤ, ਉੱਥੋਂ ਮੈਨੂੰ ਤੁਹਾਨੂੰ ਮਿਲਣ ਆਉਣ ਦਾ ਚਾਅ ਸੀ। ਉਹ ਮੈਂ ਕਿਹਾ ਮੈਂ ਦੋ ਤਰੀਕਿਆਂ ਨਾਲ ਲਿਖੂੰਗਾ ਹੁਣ ਕਿਤਾਬ 'ਚ। ਇੱਕ ਤਾਂ ਸਾਹਿਤਕ ਭਾਸ਼ਾ 'ਚ ਤਾਂ ਇਹ ਲਿਖੂੰਗਾ ਵੀ ਸੂਰਜ ਦੀ ਕਿਰਨ ਪਈ, ਤਰੇਲਾਂ ਵਿੱਚ ਦੀ ਨਿਕਲੀ, ਬੂੰਦਾਂ ਵਿੱਚ ਦੀ ਹੋ ਕੇ ਉਹਨੇ ਆਪਦਾ ਉਹ ਕੀਤਾ, ਮੇਰੇ ਮਨ 'ਚ ਫੁਹਾਰੇ ਫੁੱਟੇ, ਫਲਾਨਾ ਹੋਇਆ, ਐਂ ਕਰ ਕਰਾ ਕੇ ਤੇ ਫਿਰ ਮੈਂ ਤੁਹਾਡਾ ਕੁੰਡਾ ਖੋਲੂ ਆ ਕੇ ਉਹ 2-3 ਪਹਿਰਿਆਂ 'ਚ ਆ ਕੇ। ਦੂਜਾ ਮੈਂ ਸਿੱਧਾ ਹੀ ਆ ਵੀ ਮੈਂ ਰਾਤ ਭਾਈ ਸਾਰੀ ਰਾਤ ਨਹੀਂ ਸੌਂ ਸਕਿਆ ਵੀ ਤੜਕੇ ਮੈਡਮ ਨੂੰ ਮਿਲਣਾ, ਤੜਕੇ ਭੜਕ ਦੇ ਉੱਠ ਕੇ ਜਾ ਮੈਡਮ ਦੇ ਜਾ ਪੈਰੀਂ ਹੱਥ ਲਾਏ। ਮੈਂ ਕਿਹਾ ਇੱਕ ਸਿੰਪਲ ਆ ਹੈਗੀ ਤੇ ਕਿਹੜੀ ਸਮਝ ਜਾਵੇ ਆਊ, ਕਹਿੰਦੇ ਤੇ ਬਾਅਦ ਵਾਲੀ। ਫਿਰ ਮੈਂ ਕਿਹਾ ਮੇਰੀ ਤਾਂ ਇਹੀ ਭਾਸ਼ਾ ਜੀ ਤੇ ਮੈਂ ਤਾਂ ਇਹੀ ਬੋਲਣੀ ਲਿਖਣੀ ਚਾਹੂੰ, ਜੇ ਤੁਹਾਨੂੰ ਨਹੀਂ ਪਸੰਦ ਆਈ ਤਾਂ ਮੈਂ ਮਾਫੀ ਮੰਗ ਸਕਦਾ, ਹੋਰ ਕੁਝ। ਸੋ ਇਸ ਕਰਕੇ ਇਹ ਸਾਹਿਤ ਇਹ ਨਾ ਸਮਝੀਏ ਵੀ ਵੱਡੀਆਂ ਤੇ ਉੱਚੀਆਂ ਭਾਰੀਆਂ ਗੱਲਾਂ ਲਿਖਣੀਆਂ ਸਾਹਿਤ ਆ। ਸਾਹਿਤ ਜਿਹੜਾ ਤੁਹਾਡੇ ਨਾਲ ਰੋਜ਼ ਵਿਚਰ ਰਿਹਾ, ਤੁਹਾਡੇ ਆਲੇ ਦੁਆਲੇ ਵਿਚਰ ਰਿਹਾ, ਜੋ ਤੁਸੀਂ ਦੇਖ ਰਹੇ ਹੋ ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਕੇ ਲੈ ਕੇ ਜਾਂਦੇ ਹੋ। ਤੁਹਾਡੀ ਉੱਥੇ ਪਾਵਰ ਆ, ਤੁਹਾਡੀ ਸ਼ਬਦਾਂ ਦੀ ਪਾਵਰ ਆ, ਉਹਨੂੰ ਪੇਸ਼ਕਾਰੀ ਦੀ ਪਾਵਰ ਆ, ਉਹ ਸਾਹਿਤ ਆ। ਹੁਣ ਮੇਰੇ ਨਾਲ ਦਿੱਕਤ ਕੀ ਆਈ ਸਾਹਿਤ ਤੇ ਪੱਤਰਕਾਰਤਾ 'ਚ, ਜੇ ਮੈਂ ਗੱਲ ਕਹਾਂ, ਮੈਂ ਲਿਖਦਾ ਸੀ ਸ਼ੁਰੂ 'ਚ, ਪੱਤਰਕਾਰਤਾ ਨਾਲ ਵਾਹ ਵਾਸਤਾ ਨਹੀਂ ਸੀ, ਲਿਖਦਾ ਸੀ। ਇੰਡੀਆ 'ਚ ਭੀੜ 'ਚ ਗਵਾਚਿਆ ਹੋਇਆ ਸੀ, ਕਿਤੇ ਕਿਦਾਂ ਕੋਈ ਅਖਬਾਰ ਛੋਟੀ ਬਹੁਤੀ ਚੀਜ਼ ਛਾਪ ਦਿੰਦਾ, ਚਾਹ ਹੁੰਦਾ, ਕਟੀਆਂ ਕੱਟ ਕੇ ਚੱਕ ਕੇ ਭੱਜੇ ਫਿਰਦੇ। ਪਰ ਇੱਥੇ ਆ ਕੇ ਮੈਨੂੰ ਖਾਲੀ ਮੈਦਾਨ ਮਿਲ ਗਿਆ, ਇੱਥੋਂ ਲੋਕਾਂ ਨੂੰ ਅਟਰੈਕਸ਼ਨ ਹੋ ਗਈ। ਇੱਥੇ ਇੱਕ ਦੋ ਹਾਦਸੇ ਇਹ ਜਿਹੇ ਵਾਪਰੇ ਵੀ ਉਹਨਾਂ ਦੀ ਜਿਹੜੀ ਇੱਕ ਨਿਊਟਰਲ ਹੋ ਕੇ ਸਮੀਖਿਆ ਨਹੀਂ ਕੀਤੀ ਕਿਸੇ ਨੇ, ਤੇ ਮੈਨੂੰ ਬੋਲਣਾ ਪਿਆ। ਮੈਂ ਬੋਲਿਆ ਵੀ ਆਸਟ੍ਰੇਲੀਆ 'ਚ ਕਿਉਂ ਅਟੈਕ ਹੋ ਰਹੇ, ਆਸਟ੍ਰੇਲੀਆ 'ਚ ਆ ਜਾਂ ਮਾਹੌਲ ਕਿਉਂ ਬਣਿਆ। ਤਾਂ ਉਹਨੂੰ ਲੋਕਾਂ ਨੇ ਜਰਨਲਿਜ਼ਮ ਵੀ ਸਮਝ ਲਿਆ ਤੇ ਕਿਸੇ ਨੇ ਮੈਨੂੰ ਲੇਖਕ ਸਮਝ ਲਿਆ ਉਸ ਦੇ ਵਿੱਚ। ਹਾਲਾਂਕਿ ਉਹ ਸੀ ਕੁਝ ਵੀ ਨਹੀਂ, ਸੱਚ ਤੇ ਦਿਲ ਦੀ ਪੜਾਸ ਸੀ, ਜੋ ਮੈਂ ਦੇਖਿਆ ਸੀ ਉਹ ਦਿਖਾਇਆ। ਸੋ ਉਸ ਤੋਂ ਬਾਅਦ ਜਿਹੜੀ ਪੋਜੀਸ਼ਨ ਇਹ ਬਣ ਗਈ ਕਿ ਪੰਜਾਬ ਦੇ ਵਿੱਚ ਇੱਕ ਅਖਬਾਰ ਨੇ ਮੈਨੂੰ ਛਾਪਣਾ ਸ਼ੁਰੂ ਕਰਤਾ, 10 ਨੇ ਮੈਨੂੰ ਬੈਨ ਕਰਤਾ। ਹੁਣ ਜੇ ਪੱਤਰਕਾਰਤਾ ਸਾਹਿਤ ਨੂੰ ਦੇਖ ਲਓ ਕੀ ਸਹਿਯੋਗ ਮਿਲਿਆ। ਤੇ ਮੈਂ ਤੁਹਾਨੂੰ ਦਿਖਾ ਸਕਦਾ ਅੱਜ ਵੀ ਆਨਲਾਈਨ ਵੀ ਮੇਰਾ ਇੱਕ ਆਰਟੀਕਲ 60 ਨਿਊਜ਼ਪੇਪਰਾਂ 'ਚ ਛਪਿਆ, ਪਰ ਪੰਜਾਬ 'ਚ ਇੱਕ 'ਚ ਵੀ ਨਹੀਂ ਥਾਂ ਬਣਾ ਸਕਿਆ, ਕਿਸੇ ਵੀ ਅਖਬਾਰ 'ਚ ਥਾਂ ਨਹੀਂ ਬਣਾ ਸਕਿਆ। ਜੇ ਬਣੀ ਥਾਂ ਤਾਂ ਉਹਨੂੰ ਕੱਟ ਵੱਢ ਕੇ ਉਹਦੀ ਸੈਂਸ ਖਤਮ ਕਰਕੇ ਬਣਾਈ ਥਾਂ ਉਹਦੀ। ਕਾਰਨ ਉਹਦੇ ਸਾਰੇ ਕਿਤੇ ਪੈਸਾ ਸੀ। ਮੈਂ ਉਹਨਾਂ ਦੀ ਇਹ ਨਹੀਂ ਕਹਿੰਦਾ ਵੀ ਉਹਨਾਂ ਦਾ ਕੋਈ ਮੇਰੇ ਪ੍ਰਤੀ ਮਾੜਾ ਰਵੱਈਆ ਸੀ, ਮੇਰੇ ਪ੍ਰਤੀ ਨਹੀਂ, ਉਹ ਸਾਰਿਆਂ ਪ੍ਰਤੀ ਆ। ਤਾਂ ਉਹ ਕਹਿੰਦੇ ਆ ਵੀ ਜਾਂ ਤਾਂ ਸਾਨੂੰ ਕੁਛ ਨਾ ਕੁਛ ਦਿਓ ਤੇ ਜਾਂ ਫਿਰ ਇਹ ਕਰੋ। ਅਖੀਰ ਮੈਂ ਇੱਕ ਬਹੁਤ ਵੱਡੇ ਸੰਪਾਦਕ ਕੋਲੇ ਬੈਠਾ, ਮੈਂ ਉਹਨੂੰ ਜਾ ਕੇ ਪੁੱਛਿਆ ਵੀ ਮੇਰੇ ਇਸ ਆਰਟੀਕਲ 'ਚ ਕੀ ਕਮੀ ਸੀ, ਜੇ 50 ਥਾਂ ਤੇ ਛਪ ਸਕਦਾ, 12 ਲੈਂਗੁਏਜ 'ਚ ਛਪ ਸਕਦਾ, ਤੁਹਾਡੇ ਅਖਬਾਰ 'ਚ ਕਿਉਂ ਨਹੀਂ ਛਪਿਆ? ਉਹ ਕਹਿੰਦੇ ਜੀ ਵੀ ਨਹੀਂ ਕੋਈ ਨਹੀਂ, ਅਸੀਂ ਪਤਾ ਕਰਾਂਗੇ, ਜੇ ਕਰਾਂਗੇ, ਤੁਸੀਂ ਰੈਗੂਲਰ ਕਾਲਮ ਸ਼ੁਰੂ ਕਰੋ। ਮੈਂ ਕਿਹਾ ਕਰ ਲੈਣਾ ਕਾਲਮ ਸ਼ੁਰੂ। ਤਾਂ ਮੈਨੂੰ ਕਹਿੰਦੇ ਤੁਸੀਂ 5 ਐਪੀਸੋਡ ਲਿਖ ਕੇ ਭੇਜੋ। ਤੇ
ਤੇ ਉਦੋਂ ਬਾਅਦ ਅਸੀਂ ਇਹਨੂੰ ਉਹ ਕਰਾਂਗੇ, ਸ਼ੁਰੂ ਕਰਾਂਗੇ। ਮੈਂ ਕਿਹਾ ਚਲੋ ਠੀਕ ਹੈ। ਮੈਂ ਉਹਦਾ ਨਾਂ ਵੀ ਕੈਂਗਰੂਨਾਮਾ ਰੱਖਿਆ ਸੀ, ਉਦੋਂ ਮੇਰੀ ਕਿਤਾਬ ਨਹੀਂ ਆਈ ਸੀ, ਤੇ ਕੈਂਗਰੂਨਾਮਾ ਰੱਖ ਕੇ ਮੈਂ ਉਹਨਾਂ ਨੂੰ 5 ਭੇਜਤੇ। ਉਹਨਾਂ ਦਾ ਅਗਲਾ ਸਵਾਲ ਹੈ, ਐ ਨਹੀਂ ਐ ਲਿਖੋ। ਮੈਨੂੰ ਹਦਾਇਤਾਂ ਆਈਆਂ, ਮੈਂ ਅਗਲਾ ਜਵਾਬ ਉਹਦਾ 2 ਲਾਈਨਾਂ 'ਚ ਲਿਖਿਆ। ਮੈਂ ਕਿਹਾ ਐ ਨਹੀਂ, ਮੈਂ ਤਾਂ ਐਂ ਹੀ ਲਿਖੂਗਾ, ਨਾ ਛਾਪੋ। ਮੈਨੂੰ 2 ਲਾਈਨਾਂ 'ਚ ਵੈਸੇ ਇਹਨੇ ਲਿਖਤਾ, ਨਾ ਛਾਪੋ, ਮੈਂ ਤਾਂ ਏਦਾਂ ਹੀ ਲਿਖੂਗਾ। ਜਿਹੜੀ ਪੱਤਰਕਾਰ ਸਾਹਿਤ ਦਾ ਆਪਸ ਵਿੱਚ ਮੇਲ ਆ ਨਾ, ਉਹ ਇੱਥੇ ਕਿਤੇ ਗੜਬੜ ਪੈ ਜਾਂਦੀ ਹੈ। ਜਿਹੜੇ ਐਸਟੈਬਲਿਸ਼ ਲੋਕ ਆ, ਉਹ ਨਵੇਂ ਬੰਦੇ ਨੂੰ ਕਿਵੇਂ ਨਹੀਂ ਸਥਾਨ ਦਿੰਦੇ, ਕਿਸੇ ਰੂਪ 'ਚ ਨਹੀਂ ਦਿੰਦੇ। ਜਾਂ ਤਾਂ ਹੁਣ ਜੇ ਅਨੰਤ ਨੇ ਪੇਪਰਾਂ ਦਾ ਜਿਵੇਂ ਕੰਮ ਸ਼ੁਰੂ ਕੀਤਾ, ਤੇ ਥੋੜਾ ਚਿਰ ਹੀ ਜਾਊਗਾ, ਇਹਨਾਂ ਨੂੰ ਕਹਿਣਗੇ ਜੀ ਸਪਲੀਮੈਂਟ ਦਿਓ ਜੀ, 2-3 ਲੱਖ ਇਕੱਠਾ ਕਰੋ ਜੀ, ਕੱਲੇ ਕੋਲ ਜਾ ਕੇ ਮਿਹਨਤ ਕੱਢੋ, ਤਾਂ ਫਿਰ ਉਹ ਜ਼ਰੂਰ ਇਹਨਾਂ ਦੇ ਨਾਲ ਲੇਖ ਵੀ ਸਾਹਿਤ ਦੇ ਛਾਪਣਗੇ। ਸੋ ਇਹ ਹਰ ਬੰਦੇ ਦੀ ਆਪੋ ਆਪਣੀ ਪੀੜ ਆ, ਹਰ ਬੰਦੇ ਦਾ ਆਪੋ ਆਪਣਾ ਨਜ਼ਰੀਆ। ਬਸ ਫਿਰ ਉਹੀ ਹੈ ਜੀ, ਵੀ ਆਪਾਂ ਐਵੇਂ ਇੱਕ ਤਰਫਾ ਦੇਖ ਕੇ ਨਹੀਂ ਗੱਲ ਕਰ ਸਕਦੇ। ਜੇ ਉਹਨਾਂ ਨੂੰ ਪੁੱਛੋਗੇ, ਸ਼ਾਇਦ ਉਹ ਮੇਰੇ ਪ੍ਰਤੀ ਕਿਸੇ ਹੋਰ ਪੀੜ ਲਈ ਬੈਠੇ ਹੋਣ। ਵਾਹ, ਬਹੁਤ ਸੋਹਣਾ ਤੁਸੀਂ ਜਿਹੜਾ ਵੇਰਵਾ ਦਿੱਤਾ ਮਿੰਟੂ ਬਰਾੜ ਸਰ ਇਸ ਬਾਰੇ। ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੱਜ ਇਹ ਟੌਪਿਕ ਲੈ ਕੇ ਆਏ, ਤੇ ਇਹ ਮੇਰੇ ਮਨ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਮੈਨੂੰ ਆਲਰੇਡੀ ਇੱਥੇ ਮਿਲਣੇ ਸ਼ੁਰੂ ਹੋ ਗਏ ਨੇ। ਤੇ ਮੈਨੂੰ ਯਕੀਨ ਹੈ ਕਿ ਸਾਡੇ ਨਾਲ ਜਿਹੜੇ ਦੋਸਤ ਜੁੜੇ ਹੋਏ ਨੇ, ਸਾਡੇ ਨਾਲ ਜੁੜੇ ਹੋਏ ਨੇ ਜੀ ਰਮਨ ਸੇਖੋਂ ਜੀ, ਜਗਜੀਤ ਸਿੰਘ ਢਾਲ ਜੀ, ਵਿਕਰਮ ਸੇਖੋਂ ਜੀ, ਜਗਦੀਸ਼ ਰਾਏ ਕੁਲਰੀਆ ਜੀ, ਅਮਰਜੀਤ ਕੌਰ ਜੀ, ਗੁਰਜੀਤ ਅਜਨਾਲਾ ਜੀ, ਬਿੰਦਰ ਮਾਨ ਲਿਰਿਕਸ ਜੀ, ਲਵ ਅਲਾਸਕਾ, ਕਮਲ ਬਰਾੜ ਜੀ, ਤੇ ਰੀਤਾ ਪੌਲ ਜੀ, ਅਮਜਦ ਖਾਨ ਦੁੱਗਲ ਜੀ, ਇਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਤੇ ਇਹ ਸਾਰੇ ਵੀ ਜਿਹੜੇ ਬਹੁਤ ਜਿਹੜੇ ਥੈਂਕਫੁਲ ਹੋ ਰਹੇ ਨੇ, ਧੰਨਵਾਦ ਕਰ ਰਹੇ ਨੇ ਸਾਰਿਆਂ ਦਾ ਕਿ ਇਹਨਾਂ ਨੂੰ ਵੀ ਇਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਮਿਲ ਰਹੇ ਆ। ਬਿਲਕੁਲ ਆਪਾਂ ਅਗਲਾ ਸਵਾਲ ਜਿਹੜਾ ਹੈ ਮਿੰਟੂ ਬਰਾੜ ਜੀ ਦੀ ਗੱਲ ਦੇ ਵਿੱਚੋਂ ਹੀ ਕੱਢਾਂਗੇ। ਹਾਲਾਂਕਿ ਇਹ ਮੇਰਾ ਬਹੁਤ ਅੱਗੇ ਜਾ ਕੇ ਸਵਾਲ ਸੀ, ਪਰ ਕਿਉਂਕਿ ਹੁਣ ਟੌਪਿਕ ਜਿਹੜਾ ਬਿਲਕੁਲ ਉੱਥੇ ਪਹੁੰਚ ਗਿਆ ਜਿੱਥੇ ਮੈਂ ਉਹ ਸਵਾਲ ਪੁੱਛਣਾ ਚਾਹ ਰਹੀ ਸੀ, ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਅਖਬਾਰਾਂ ਕੋਲੇ ਗਏ, ਠੀਕ ਹੈ, ਨਹੀਂ ਸਾਥ ਦਿੱਤਾ, ਨਹੀਂ ਸਮਝਿਆ ਜਾਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਕੀ ਇਸ ਦਾ ਮਤਲਬ ਇਹ ਹੈ ਕਿ ਸਾਹਿਤਿਕ ਪੱਤਰਕਾਰੀ ਵਿੱਚ ਜਿਹੜਾ ਬਾਹਰਲੀ ਦੁਨੀਆ ਦੀ ਤਾਂ ਆਪਾਂ ਗੱਲ ਕਰ ਲਈ, ਹੁਣ ਤੁਸੀਂ ਸਾਰੇ ਸਾਹਿਤਿਕ ਪੱਤਰਕਾਰ ਹੋ ਕਿਤੇ ਨਾ ਕਿਤੇ, ਕੀ ਇਹੋ ਜਿਹਾ ਵੀ ਹਾਲਾਤ ਹੈਗੇ ਨੇ ਕਿ ਸਾਹਿਤ ਪੱਤਰਕਾਰੀ ਦੇ ਵਿੱਚ ਵੀ ਪੱਖਪਾਤ ਹੁੰਦਾ, ਵੱਖਵਾਦ ਹੁੰਦਾ, ਵੰਡੀਆਂ ਹੁੰਦੀਆਂ, ਧੜੀਆਂ ਹੁੰਦੀਆਂ? ਇਸ ਸੰਬੰਧੀ ਕੀ ਤਜਰਬੇ ਨੇ? ਆਪਾਂ ਪਹਿਲਾਂ ਸੁਰਿੰਦਰ ਕੋਚੜ ਸਰ ਜੀ ਕੋਲ ਜਾਵਾਂਗੇ, ਸ਼ਾਇਦ ਉਹਨਾਂ ਦੀ ਆਵਾਜ਼ ਹੁਣ ਸਾਡੇ ਤੱਕ ਪਹੁੰਚ ਜੇ, ਤੇ ਫਿਰ ਇਸ ਸਵਾਲ ਤੇ ਆਪਾਂ ਅਨੰਤ ਗਿੱਲ ਜੀ ਕੋਲ ਪਹੁੰਚਾਂਗੇ ਉਹਨਾਂ ਤੋਂ ਬਾਅਦ। ਜੀ ਸੁਰਿੰਦਰ ਸਰ। ਸਰ ਅੱਜ ਮੈਨੂੰ ਲੱਗਦਾ ਸਾਨੂੰ ਸਿਰਫ ਤੁਹਾਡੇ ਦਰਸ਼ਨ ਹੀ ਹੋਣਗੇ, ਅੱਜ ਅਸੀਂ ਤੁਹਾਡੀ ਆਵਾਜ਼ ਨਾਲ ਨਿਹਾਲ ਹੋਣ ਵਾਲੇ ਨਹੀਂ ਹੈਗੇ ਲੱਗਦਾ। ਬਿਲਕੁਲ ਠੀਕ ਹੈ ਜੀ। ਜਾਂ ਫਿਰ ਸਾਨੂੰ ਜਿਹੜੀ ਆ ਲਿਪ ਲਿਸਨਿੰਗ ਜਿਹੜੀ ਕਰਨੀ ਪਏਗੀ, ਤੇ ਜਾਂ ਫਿਰ ਵੈਸੇ ਮੈਂ ਇੱਕ ਛੋਟੀ ਜਿਹੀ ਸੁਜੈਸ਼ਨ ਇੱਥੇ ਕੋਸ਼ਿਸ਼ ਕਰਦੀ ਹਾਂ ਇਹ ਦੇਣ ਦੀ ਕਿ ਤੁਸੀਂ ਆਪਣੇ ਹੈੱਡਫੋਨ ਹਟਾ ਕੇ ਡੀਫਾਲਟ ਸੈਟਿੰਗ ਤੇ ਕਰਕੇ ਦੇਖ ਲਓ, ਕੀ ਪਤਾ ਉਹਦੇ ਨਾਲ ਜਿਹੜਾ ਹੈਲਪ ਮਿਲ ਜੇ, ਸ਼ਾਇਦ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਜੇ, ਕਿਉਂਕਿ ਅਸੀਂ ਜ਼ਰੂਰ ਤੁਹਾਡੇ ਤੋਂ ਸਾਡੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਜੀ, ਚਲੋ ਆਪਾਂ ਫਿਰ ਅਨੰਤ ਗਿੱਲ ਜੀ ਕੋਲ ਪਹੁੰਚਦੇ ਹਾਂ। ਅਨੰਤ ਜੀ, ਤੁਸੀਂ ਦੱਸੋ ਇਸ ਸਵਾਲ ਬਾਰੇ। ਮੈਨੂੰ ਸਵਾਲ ਦੁਹਰਾਉਣਾ ਪਏਗਾ ਜਾਂ ਪਹੁੰਚ ਚੁੱਕਿਆ ਤੁਹਾਡੇ ਕੋਲ? ਹੈਲੋ, ਮੇਰੀ ਆਵਾਜ਼ ਆ ਰਹੀ ਜੀ? ਹਾਂਜੀ, ਬਿਲਕੁਲ ਆ ਰਹੀ ਹੈ। ਹੈਲੋ, ਮੇਰੀ ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਸਵਾਲ ਮੇਰੇ ਕੋਲ ਪਹੁੰਚ ਚੁੱਕਿਆ ਵੀ ਇਹਦੇ ਵਿੱਚ ਪੱਖਵਾਦ ਹੁੰਦਾ ਜਾਂ ਨਹੀਂ ਹੁੰਦਾ, ਤੇ ਮੈਂ ਕਹਿੰਦੀ ਹਾਂ ਵੀ ਪੱਖਵਾਦ ਸਾਰਾ ਹੁੰਦਾ ਹੀ ਇਹਨਾਂ ਦੇ ਵਿੱਚ ਆ। ਕਿਉਂਕਿ ਅੱਜ ਕੱਲ੍ਹ ਜਿਹੜੇ ਸਾਹਿਤਕਾਰ ਹੈਗੇ ਆ, ਜਿਹੜੇ ਤਾਂ ਕੁਛ ਵੱਡੇ ਹੋ ਜਾਂਦੇ, ਉਹ ਆਪਣੇ ਆਪ ਨੂੰ ਇੰਨਾ ਵੱਡਾ ਸਮਝਣ ਲੱਗ ਜਾਂਦੇ ਆ ਵੀ ਜਿਨ੍ਹਾਂ ਨੂੰ ਉਹਨਾਂ ਨੇ ਸਿਖਾਉਣਾ ਹੁੰਦਾ, ਅੱਗੇ ਲਿਆਉਣਾ ਹੁੰਦਾ, ਜਾਂ ਜਿਹੜੇ ਨੌਜਵਾਨ ਅੱਗੇ ਆ ਸਕਦੇ ਹੁੰਦੇ, ਉਹਨਾਂ 'ਚ ਵਧੀਆ ਭਾਵਨਾਵਾਂ ਹੁੰਦੀਆਂ, ਉਹਨਾਂ ਨੂੰ ਵੱਡੇ ਸਾਹਿਤਕਾਰਾਂ ਨੂੰ ਉਹਨਾਂ ਨਾਲ ਜਲਨ ਹੋਣ ਲੱਗ ਜਾਂਦੀ ਹੈ ਵੀ ਇੰਨਾ ਸੋਹਣਾ ਲਿਖਦੇ ਆ ਵੀ ਜੇ ਕੱਲ੍ਹ ਨੂੰ ਇਹ ਅੱਗੇ ਆ ਜਾਣਗੇ ਅਸੀਂ ਪਿੱਛੇ ਹੋ ਜਾਵਾਂਗੇ, ਸ਼ਾਇਦ ਇਹੋ ਜਿਹੀਆਂ ਸੋਚਾਂ ਰੱਖਦੇ ਆ। ਉਹ ਸਾਰੇ ਇੱਕ ਦੂਜੇ ਨੂੰ ਪਛਾੜਨ ਤੇ ਹੀ ਲੱਗੇ ਹੋਏ ਆ, ਸਾਰਿਆਂ ਨੂੰ ਵੀ ਅਸੀਂ ਅੱਗੇ ਹੋ ਜਾਈਏ ਤੇ ਜਿਹੜਾ ਦੂਸਰਾ ਹੈਗਾ ਵਾ ਉਹ ਅੱਗੇ ਨਾ ਆਵੇ। ਇਹਦੇ ਵਿੱਚ ਹੁਣ ਤੁਸੀਂ ਆਹ ਬੁੱਕ ਤੇ ਆਪਣੀਆਂ ਕਵਿਤਾਵਾਂ ਪਾਉਣਾ, ਤੁਸੀਂ ਚੈੱਕ ਕਰਿਓ ਵੀ ਦਾ ਸ਼ਾਇਰ ਆ ਜਾਂ ਆਪਾਂ ਜਿਹਨੂੰ ਬਣਾਉਂਦੇ ਆ, ਆਪਾਂ ਉਹਦੇ ਨੀਚੇ ਕਮੈਂਟ ਕਰਾਂਗੇ, ਆਪਾਂ ਨੂੰ ਚੰਗਾ ਲੱਗਦਾ ਵਾ। ਤੇ ਜਿਹੜੇ ਵੱਡੇ ਹੋਣਗੇ, ਉਹ ਚਾਹੇ ਆਪਣੀ ਰਚਨਾ ਕਿੰਨੀ ਵੀ ਸੋਹਣੀ ਹੋਵੇ, ਕਿੰਨੀ ਵੀ ਪਾਏਦਾਰ ਹੋਵੇ, ਉਹਨਾਂ ਦਾ ਕਦੇ ਕਮੈਂਟ ਨਾ ਆਊਗਾ, ਕਦੇ ਵੀ ਕਮੈਂਟ ਨਹੀਂ ਕਰਦੇ ਉਹ ਵੀ ਹਾਂਜੀ ਤੁਹਾਨੂੰ ਤੁਹਾਡੀ ਚੀਜ਼ ਵਧੀਆ ਲੱਗੀ, ਜਾਂ ਕਦੇ ਵੀ ਉਹਨਾਂ ਨੇ ਕਿਹਾ ਹੋਵੇ।
ਤੇ ਏਦਾਂ ਹੀ ਜਿਹੜੇ ਹੈਗੇ ਆ ਹੋਰ ਜਿਵੇਂ ਸੰਸਥਾਵਾਂ ਚੱਲ ਰਹੀਆਂ ਉਹਦੇ ਵਿੱਚ ਪੱਖਪਾਤ ਕੀਤਾ ਜਾਂਦਾ। ਜਿਹੜੇ ਹੁਣ ਸਾਡੇ ਨਾਲ ਖੁਦ ਇਹੋ ਜਿਹਾ ਕੁਝ ਹੋਇਆ ਵਾ ਵੀ ਸਾਡੇ ਇੱਥੇ ਸਾਹਿਤ ਸਭਾ ਹੁੰਦੀ ਸੀਗੀ, ਉਹਨਾਂ ਨੇ ਸਾਨੂੰ ਬਹੁਤ ਵੀ ਹਾਲਾਂਕਿ ਅਸੀਂ ਵਧੀਆ ਲਿਖ ਰਹੇ ਸੀ, ਸਾਨੂੰ ਵੀ ਪਤਾ ਤੇ ਉਹਨਾਂ ਨੂੰ ਵੀ ਪਤਾ ਵੀ ਅਸੀਂ ਵਧੀਆ ਲਿਖ ਲੈਂਦੇ ਹਾਂ, ਸਾਡੀ ਕਲਮ ਵਿੱਚ ਜੋ ਆ ਵੀ ਉਹਨਾਂ ਕੋਲ ਉਹ ਚੀਜ਼ ਨਹੀਂ ਹੈਗੀ ਇਸ ਗੱਲ ਵਿੱਚ, ਪਰ ਉਹਨਾਂ ਨੇ ਸਾਨੂੰ ਹਮੇਸ਼ਾ ਦਬਾਇਆ। ਇਸ ਤਰ੍ਹਾਂ ਹੋ ਜਾਂਦਾ ਵਾ ਹਰ ਇਹਨਾਂ ਵਿੱਚ ਜ਼ਿਆਦਾ ਕੀਤਾ ਜਾਂਦਾ ਵਾ। ਹੁਣ ਪੱਤਰਕ ਮੈਂ ਵਿਚਰ ਰਹੀ ਹਾਂ ਜਿਹੜੇ ਇਹ ਨਹੀਂ ਹੈ ਵੀ ਪੱਤਰਕ ਜੇ ਸਾਥ ਨਹੀਂ ਕਰਦੇ, ਜੇ ਸਾਡੇ ਨਾਲ ਨਹੀਂ ਖੜੋ ਸਕਦੇ, ਉਹ ਕਮ ਸੇ ਕਮ ਸਾਡੇ ਰਾਹ ਤਾਂ ਨਾ ਅਟਕਾਉਣ ਨਾ। ਉਹ ਪੂਰੀ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਕਿਸੇ ਤਰ੍ਹਾਂ ਇਹਨੂੰ ਇਹਦੇ ਨਾਲ ਖਦੇੜ ਦਿੱਤਾ ਜਾਵੇ। ਜਿਹੜੇ ਅਖਬਾਰਾਂ ਨਾਲ ਮੈਂ ਜੁੜੀ ਹੋਈ ਹਾਂ ਉਹਨਾਂ ਨੂੰ ਬਕਾਇਦਾ ਫੋਨ ਕਰਕੇ ਕਹਿੰਦੀ ਵੀ ਇਹਨਾਂ ਛਾਪੋ, ਇਹਨਾਂ ਦੀਆਂ ਰਚਨਾਵਾਂ ਨਾ ਛਾਪੋ। ਕੋਈ ਤਾਂ ਸਾਨੂੰ ਦੱਸ ਵੀ ਦਿੰਦੇ ਆ ਵੀ ਏਦਾਂ ਹੋਇਆ ਜਾਂ ਆਹ ਗੱਲਬਾਤ ਤੁਹਾਡੇ ਫਲਾਣੇ ਬੰਦੇ ਨੇ ਐਂ ਆਖਿਆ ਸਾਨੂੰ। ਸਾਡੇ ਦੇਸ਼ ਸੇਵਕ ਵਿੱਚ ਮੇਰੀਆਂ ਰਚਨਾ ਛਪਦੀਆਂ ਹੁੰਦੀਆਂ ਸੀ ਤੇ ਜਿਹੜੇ ਸਾਡੇ ਲਾਗਡਾਟ ਰੱਖਦੇ ਉਹਨਾਂ ਨੇ ਦੇਸ਼ ਸੇਵਕ ਅਖਬਾਰ ਨੂੰ ਵੀ ਚਿੱਠੀਆਂ ਭੇਜੀਆਂ ਉੱਥੇ ਬਕਾਇਦਾ ਵੀ ਇਹਨਾਂ ਨੂੰ ਹੋਰ ਲੋਕਾਂ ਤੋਂ ਸਾਈਨ ਕਰਵਾ ਕੇ ਵੀ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਉਹ ਨਾ ਲਾਈਆਂ ਜਾਣ। ਵੀ ਉਹ ਕਈ ਅਖਬਾਰ ਤਾਂ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਉਸ ਚੀਜ਼ ਨੂੰ ਸਮਝ ਲੈਂਦੇ ਆ ਵੀ ਉਹ ਜਾਣਬੁੱਝ ਕੇ ਇਹਨਾਂ ਨੂੰ ਖਰਾਬ ਕਰ ਰਹੇ ਆ, ਉਹ ਜੁੜੇ ਹੁੰਦੇ। ਕਈ ਇਹੋ ਜਿਹੇ ਹੁੰਦੇ ਲੋਕ ਜਿਹੜੇ ਜਿਹਨਾਂ ਨੂੰ ਵੱਡੇ ਵੀ ਸਮਝਦੇ ਆ ਤੇ ਸੂਝਵਾਨ ਹੁੰਦੇ ਆ ਤੇ ਉਹ ਉਹਨਾਂ ਦੇ ਪਿੱਛੇ ਲੱਗ ਗਏ ਤੇ ਉਹ ਇਸ ਗੱਲ ਨੂੰ ਵੀ ਅਸੀਂ ਤੁਹਾਨੂੰ ਨਹੀਂ ਛਾਪਣਾ। ਤੇ ਕਿਉਂਕਿ ਆਪਾਂ ਨੇ ਦੁੱਖ ਤਾਂ ਹੁੰਦਾ, ਇਹ ਵੀ ਹੁੰਦਾ ਵਾ ਵੀ ਆਪਣੇ ਕੋਲ ਹੋਰ ਬਹੁਤ ਸਾਧਨ ਹੁੰਦੇ ਆ। ਔਰ ਕਿਉਂਕਿ ਲੋਕ ਹੁਣ ਤੱਕ ਵੀ ਬਹੁਤ ਸਾਰੇ ਹੈਗੇ ਮੈਗਜ਼ੀਨ ਵੀ ਹੈਗੇ ਜਿਹੜੇ ਸਪੈਸ਼ਲ ਭੇਜ ਸਾਨੂੰ ਰਚਨਾਵਾਂ ਭੇਜੋ ਆਪਣੀਆਂ। ਆਪਣੇ ਕੋਲ ਗਰਾਊਂਡ ਵਧੀਆ, ਖੇਤਰ ਬਹੁਤ ਵੱਡਾ, ਆਪਣੇ ਕੋਲ ਉਹਦੇ ਵਿੱਚ ਚੀਜ਼ਾਂ ਭੇਜੀਆਂ ਨਹੀਂ ਜਿਹੜੀਆਂ ਉੱਥੇ ਲੱਗ ਸਕਦੀਆਂ। ਪਰ ਜਾਣੀ ਕਿ ਜਿਹੜੇ ਆਪਾਂ ਚ ਰੋੜੇ ਸੁੱਟਣ ਵਾਲੇ ਆ ਨਾ ਤਾਦਾਦ ਵੀ ਘੱਟ ਨਹੀਂ ਹੈਗੀ। ਉਹ ਪੂਰੀ ਕੋਸ਼ਿਸ਼ ਕਰਦੇ ਆ ਵੀ ਕਿਵੇਂ ਪਿੱਛੇ ਕੀਤਾ ਜਾਵੇ। ਤੇ ਇਹ ਸਾਰੇ ਪੱਤਰਕਾਰੀ ਚ ਵੀ ਚੱਲ ਰਿਹਾ। ਹੁਣ ਪੱਤਰਕਾਰ ਬਣੇ ਹੋਏ ਇਹ ਹਾਲਾਤ ਕੀਤੇ ਵੀ ਜਿਹੜੇ ਅਖਬਾਰ ਆ ਹੁਣ ਉਹਨਾਂ ਨੂੰ ਸਪਲੀਮੈਂਟ ਚਾਹੀਦੇ ਆ। ਪੱਤਰਕਾਰ ਜਿਹੜੇ ਹੈਗੇ ਜੇ ਨਹੀਂ ਉਹ ਸਪਲੀਮੈਂਟ ਨੂੰ ਹੋਰ ਜਿਹੜੇ ਅਖੌਤੀ ਪੱਤਰਕਾਰ ਹੈਗੇ ਆ ਇਸ ਤਰ੍ਹਾਂ ਇਹ ਕਰਿਆ। ਜੀ ਅਨੰਤ ਜੀ, ਤੁਹਾਡਾ ਤਜਰਬਾ ਜਿਹੜਾ ਹੈਗਾ ਉਹ ਕਾਫੀ ਸੰਘਰਸ਼ਮਈ ਰਿਹਾ ਹੈ। ਸਾਨੂੰ ਦੁੱਖ ਹੈ ਕਿ ਤੁਸੀਂ ਆਪਣੀ ਪੱਤਰਕਾਰੀ ਦੇ ਤੇ ਸਾਹਿਤ ਦੇ ਇੰਨੇ ਜਲਦੀ ਅਰਲੀ ਸਫ਼ਰ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ। ਤੇ ਉਮੀਦ ਨਹੀਂ, ਦੁਆਵਾਂ ਕਰਦੇ ਆ ਕਿ ਇਹੋ ਜਿਹੇ ਪੱਖਪਾਤਾਂ ਤੋਂ ਜਿਹੜਾ ਸਾਡਾ ਸਾਹਿਤ ਜਾਂ ਸਾਡਾ ਜਿਹੜਾ ਸਮਾਜ ਹੈ ਉਹ ਉੱਪਰ ਉੱਠ ਸਕੇ। ਡਾਕਟਰ ਰਾਮ ਮੂਰਤੀ ਸਰ, ਤੁਸੀਂ ਕੁਝ ਐਡ ਕਰਨਾ ਚਾਹੋਗੇ ਇਸ ਬਾਰੇ ਚ, ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਬਹੁਤ ਚਿਰ ਤੋਂ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਜ਼ਰੂਰ ਇਹੋ ਜਿਹੇ ਤਜਰਬੇ ਦੇਖੇ ਹੋਣਗੇ। ਤੁਸੀਂ ਕੀ ਐਡ ਕਰਨਾ ਚਾਹੋਗੇ? ਹਾਂਜੀ, ਗੱਲ ਇਸ ਤਰ੍ਹਾਂ ਹੈ ਜੀ ਬਈ ਸਵਾਲ ਬੜਾ ਇਹ ਨਾਜ਼ੁਕ ਆ ਜੀ। ਅਸਲ ਦੇ ਵਿੱਚ ਜਿਹੜਾ ਨਿਰਪੱਖ ਸ਼ਬਦ ਆ ਨਾ ਉਹ ਲਿਖਣ ਚ ਹੀ ਆਉਂਦਾ ਆ, ਸਮਾਜ ਵਿੱਚ ਹੈ ਨਹੀਂ ਗਾ। ਬਿਲਕੁਲ। ਹਾਂ, ਅਸੀਂ ਨਿਰਪੱਖ ਕਦੇ ਵੀ ਨਹੀਂ ਹੁੰਦੇ। ਮਨੁੱਖ ਦਾ ਇਹ ਮੂਲ ਸੁਭਾਅ ਆ, ਇਹਨੇ ਪੱਖਪਾਤੀ ਹੋਣਾ ਆ। ਹਾਂਜੀ, ਤੇ ਇਹ ਜਿਹੜਾ ਵੀ ਸਾਹਿਤ ਲਿਖਦਾ ਆ ਉਹ ਕਿਸੇ ਦੇ ਪੱਖ ਚ ਹੁੰਦਾ ਆ, ਕਿਸੇ ਦੇ ਵਿਰੋਧ ਚ ਹੁੰਦਾ ਆ। ਜਿਹੜੀ ਵੀ ਪੱਤਰਕਾਰੀ ਕਰਦਾ ਆ ਕਿਸੇ ਦੇ ਪੱਖ ਚ ਹੁੰਦੀ ਆ, ਕਿਸੇ ਦੇ ਵਿਰੋਧ ਚ ਹੁੰਦੀ ਆ। ਤੋ ਇਹ ਜਿਹੜੇ ਮੀਡੀਆ ਦੇ ਘਰਾਣੇ ਨੇ ਇਹਨਾਂ ਤੋਂ ਵੀ ਸਾਨੂੰ ਇਹ ਆਸ ਨਹੀਂ ਕਰਨੀ ਚਾਹੀਦੀ ਕਿ ਉਹ ਨਿਰਪੱਖ ਹੋਣਗੇ, ਕਿਉਂਕਿ ਹਰ ਇੱਕ ਅਖਬਾਰ ਦਾ ਆਪਣਾ ਇੱਕ ਪੋਲਿਸੀ ਮੈਟਰ ਆ। ਹਰ ਇੱਕ ਅਖਬਾਰ ਦਾ ਇੱਕ ਆਪਣਾ ਵਿਜ਼ਨ ਆ, ਹਰ ਇੱਕ ਅਖਬਾਰ ਦਾ ਇੱਕ ਆਪਣਾ ਮਿਸ਼ਨ ਆ। ਉਹ ਅਖਬਾਰ ਦਾ ਉਹ ਵਿਜ਼ਨ, ਅਖਬਾਰ ਦਾ ਉਹ ਮਿਸ਼ਨ ਸਾਡੀ ਲਿਖਤ ਦੇ ਨਾਲ ਮੈਚ ਕੀਤਾ ਕਿ ਨਹੀਂ ਕੀਤਾ, ਸਿਲੈਕਸ਼ਨ ਇਸ ਪੱਧਰ ਤੇ ਸਾਡੀ ਹੋਣੀ ਆ। ਠੀਕ ਹੈ ਜੀ। ਤੋਂ ਮੈਂ ਪਿਛਲੇ 20-25 ਸਾਲ ਤੋਂ ਲਿਖ ਰਿਹਾ, ਅਖਬਾਰਾਂ 'ਚ ਵੀ ਛਪ ਰਿਹਾ, ਤੇ ਪੰਜਾਬ ਦਾ ਇੱਕ ਬਹੁਤ ਵੱਡਾ ਤੇ ਪ੍ਰਸਿੱਧ ਅਖਬਾਰ ਆ ਜਿਹਦੀ ਸਰਕੂਲੇਸ਼ਨ ਵੀ ਬੜੀ ਆ, ਉਹਦੇ 'ਚ ਅੱਜ ਤੱਕ ਮੇਰੀ ਇੱਕ ਵੀ ਲਾਈਨ ਨਹੀਂ ਛਪੀ, ਇੱਕ ਵੀ ਰਚਨਾ ਨਹੀਂ ਛਪੀ। ਤਾਂ ਕੀ ਹੁਣ ਮੈਂ ਲਿਖਣਾ ਛੱਡ ਦਿਆਂ? ਤੋ ਇਸ ਕਰਕੇ ਸਾਨੂੰ ਹੋਰ ਜਿਹੜੇ ਮਾਧਿਅਮ ਆ, ਸਾਨੂੰ ਹੋਰ ਜਿਹੜੇ ਸਾਧਨ ਆ ਉਹ ਲੱਭਣੇ ਪੈਣਗੇ। ਸਾਨੂੰ ਆਪਣੀ ਧਿਰ ਤਲਾਸ਼ਣੀ ਹੋਏਗੀ, ਕਿਉਂਕਿ ਜੋ ਮੈਂ ਲਿਖਦਾ ਮੇਰਾ ਵੀ ਇੱਕ ਵਿਜ਼ਨ ਆ, ਮੇਰਾ ਵੀ ਇੱਕ ਮਿਸ਼ਨ ਆ। ਉਸ ਮਿਸ਼ਨ ਦੇ ਨਾਲ
ਮੈਚ ਕਰਦਾ ਅਖਬਾਰ ਮੈਨੂੰ ਲੱਭਣਾ ਪਏਗਾ, ਉਸ ਮਿਸ਼ਨ ਦੇ ਨਾਲ ਮੈਚ ਕਰਦਾ ਮੈਗਜ਼ੀਨ ਜਿਹੜਾ ਉਹ ਮੈਨੂੰ ਲੱਭਣਾ ਪਏਗਾ ਜਿਹਦੇ ਵਿੱਚ ਮੈਂ ਛਪਾਂਗਾ। ਇਸ ਕਰਕੇ ਪੱਖਪਾਤ ਤਾਂ ਮਨੁੱਖ ਦਾ ਬੁਨਿਆਦੀ ਸੁਭਾਅ ਆ, ਉਹ ਤੇ ਸਾਡੇ ਘਰਾਂ 'ਚ ਵੀ ਹੁੰਦਾ ਆ, ਫੈਮਿਲੀਜ਼ ਵਿੱਚ ਵੀ ਹੈਗਾ ਆ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਉੱਪਰ ਨਹੀਂ ਉੱਠ ਸਕਦੇ। ਇੱਕ ਸਾਹਿਤਕ ਪੱਤਰਕਾਰ ਨੂੰ ਇਹਨਾਂ ਚੀਜ਼ਾਂ ਵਿੱਚ ਦੀ ਲੰਘ ਕੇ ਹੀ ਜਾਣਾ ਪੈਣਾ ਆ ਤੇ ਉਹਨੇ ਆਪਣੀ ਸਪੇਸ ਬਣਾਉਣੀ ਆ, ਉਹਨੇ ਆਪਣੀ ਥਾਂ ਤਲਾਸ਼ਣੀ ਆ। ਜਿਵੇਂ ਮਿੰਟੂ ਬਰਾੜ ਹੋਣਾ ਨੇ ਆਪਣੀ ਇੱਕ ਸਪੇਸ ਬਣਾਈ ਆ, ਠੀਕ ਹੈ ਜੀ, ਆਪਣੀ ਇੱਕ ਥਾਂ ਬਣਾਈ ਆ ਸੋਸ਼ਲ ਮੀਡੀਆ ਦੇ ਵਿੱਚ। ਤੋ ਇਹ ਗੱਲਾਂ ਬਹੁਤਾ ਮਾਇਨਾ ਨਹੀਂ ਰੱਖਦੀਆਂ ਕਿ ਤੁਸੀਂ ਜਿਹੜਾ ਆ ਉਹ ਕੋਈ ਪੱਤਰਕਾਰਤਾ ਦਾ ਕੋਰਸ ਕੀਤਾ ਆ ਕਿ ਨਹੀਂ ਕੀਤਾ, ਤੁਸੀਂ ਕਿੰਨਾ ਪੜ੍ਹੇ ਹੋ ਜਾਂ ਨਹੀਂ ਪੜ੍ਹੇ, ਤੁਸੀਂ ਕਿੰਨੀ ਸ਼ਿੱਦਤ ਦੇ ਨਾਲ ਆਪਣੇ ਆਲੇ ਦੁਆਲੇ ਨੂੰ ਮਹਿਸੂਸ ਕਰਦੇ ਹੋ ਤੇ ਕਿੰਨਾ ਕੰਸਰਨ ਰੱਖਦੇ ਹੋ ਆਪਣੇ ਲੋਕਾਂ ਦੇ ਨਾਲ, ਪੱਤਰਕਾਰੀ ਦੇ ਨਾਲ, ਸਾਹਿਤ ਦੇ ਨਾਲ। ਇਹ ਗੱਲਾਂ ਜਿਹੜੀਆਂ ਨੇ ਉਹ ਵੱਧ ਮਹੱਤਵਪੂਰਨ ਨੇ। ਤੇ ਜਿਹਦੇ ਅੰਦਰ ਕੋਈ ਕਣੀ ਹੈਗੀ ਆ, ਉਹ ਭਾਵੇਂ ਘੱਟ ਪੜ੍ਹਿਆ ਲਿਖਿਆ ਭਾਵੇਂ ਵੱਧ ਪੜ੍ਹਿਆ ਲਿਖਿਆ, ਉਹਨੇ ਆਪਣੇ ਯਤਨਾਂ ਦੇ ਨਾਲ, ਉਹਨੇ ਆਪਣੀ ਸੋਚ ਦੇ ਨਾਲ, ਉਹਨੇ ਆਪਣੀ ਵਿਚਾਰਧਾਰਾ ਦੇ ਨਾਲ ਧੱਕੇ ਨਾਲ ਆਪਣੀ ਥਾਂ ਜਿਹੜੀ ਆ ਉਹ ਬਣਾ ਲੈਣੀ ਆ, ਠੀਕ ਹੈ ਜੀ। ਤੋ ਇਸ ਕਰਕੇ ਇਹ ਪੱਖਪਾਤ ਤਾਂ ਜਿਹੜਾ ਉਹ ਰਹਿਣਾ ਹੀ ਆ, ਸ਼ੁਰੂ ਤੋਂ ਚੱਲਿਆ ਆ ਰਿਹਾ, ਇਹਨੂੰ ਅਸੀਂ ਖਤਮ ਨਹੀਂ ਕਰ ਸਕਦੇ। ਜੀ ਜੀ, ਬਿਲਕੁਲ ਸਹੀ ਕਿਹਾ ਰਾਮਮੂਰਤੀ ਜੀ। ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਨਿਰਪੱਖ ਸ਼ਬਦ ਤਾਂ ਹੈ ਪਰ ਨਿਰਪੱਖ ਜਿਹੜੀ ਹੈਗੀ ਆ ਭਾਵਨਾ ਉਹ ਕਿਤੇ ਨਾ ਕਿਤੇ ਗਾਇਬ ਹੈ। ਇਸ ਚਰਚਾ ਦੇ ਵਿੱਚੋਂ ਅਨੰਤ ਗਿੱਲ ਜੀ ਤੇ ਰਾਮਮੂਰਤੀ ਜੀ ਨਾਲ ਜੋ ਆਪਾਂ ਚਰਚਾ ਕੀਤੀ ਪੱਖਪਾਤ ਨੂੰ ਲੈ ਕੇ, ਇਹਦੇ ਚ ਸਿੱਟਾ ਇਹ ਨਿਕਲ ਕੇ ਆਉਂਦਾ ਹੈ ਕਿ ਕਿਉਂਕਿ ਸੋਸ਼ਲ ਮੀਡੀਆ ਲਿਖਣ ਵਾਲਾ ਲਿਖਣੋਂ ਤਾਂ ਰਹਿ ਨਹੀਂ ਸਕਦਾ, ਜਿਹਨੇ ਪੱਤਰਕਾਰੀ ਕਰਨੀ ਹੈ ਜਾਂ ਸਾਹਿਤ ਰਚਨਾ ਜਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣੀ ਹੈ, ਉਹਨੇ ਕੋਈ ਨਾ ਕੋਈ ਮਾਧਿਅਮ ਕੱਢ ਲੈਣਾ। 20 ਅਖਬਾਰ ਮਨਾ ਕਰਨਗੇ, ਕੋਈ ਹਾਂ ਕਰੇਗਾ, ਜੇ ਕੋਈ ਨਾ ਵੀ ਸਾਰੇ ਨਾ ਕਰ ਦੇਣਗੇ ਤਾਂ ਫਿਰ ਸੋਸ਼ਲ ਮੀਡੀਆ ਅੱਜ ਕੱਲ੍ਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਤੇ ਹਰ ਬੰਦਾ ਆ ਕੇ ਆਪਣੀ ਗੱਲ ਕਹਿੰਦਾ। ਜਦੋਂ ਇਸ ਸੋਸ਼ਲ ਮੀਡੀਆ ਇਸ ਪਲੇਟਫਾਰਮ ਤੇ ਆ ਕੇ ਲੋਕ ਆਪਣੀ ਗੱਲ ਕਹਿੰਦੇ ਨੇ ਤੇ ਅਕਸਰ ਬਹੁਤ ਸਾਰੇ ਜਿਹੜੇ ਹੈਗੇ ਆ ਲੋਕ ਇਹ ਵੀ ਕਹਿੰਦੇ ਕਿ ਇਹ ਅਖੌਤੀ ਸਾਹਿਤਕਾਰ ਨੇ ਜਾਂ ਇਹ ਅਖੌਤੀ ਪੱਤਰਕਾਰ ਨੇ। ਪਰ ਮੁਸ਼ਕਲ ਕੀ ਹੁੰਦੀ ਹੈ ਕਿ ਅਕਸਰ ਵੱਡੇ ਘਰਾਣਿਆਂ ਨੇ ਉਹਨਾਂ ਨੂੰ ਮਨਾ ਕੀਤਾ ਹੁੰਦਾ ਜਾਂ ਲੋਕਾਂ ਨੇ ਗਰੁੱਪ ਬਣਾ ਲਏ ਹੁੰਦੇ ਆ ਕਿ 20 ਸੰਸਥਾਵਾਂ ਇਕੱਠੀਆਂ ਹੋ ਕੇ ਕਹਿੰਦੀਆਂ ਜੀ ਆਹ ਸੰਸਥਾ ਦੀ ਖਬਰ ਨਹੀਂ ਛਾਪਣੀ, ਜਾਂ 20 ਜਿਹੜੇ ਇੱਕ ਸੰਸਥਾ ਦੇ 20 ਮੈਂਬਰ ਇਕੱਠੇ ਹੋ ਕੇ ਕਹਿੰਦੇ ਆ ਜੀ ਸਾਡੇ ਪਿੰਡ ਦੀ ਆਹ ਸੰਸਥਾ ਦੀ ਖਬਰ ਤੁਸੀਂ ਨਹੀਂ ਛਾਪਣੀ, ਨਹੀਂ ਸਾਡੀ ਨਹੀਂ ਛਾਪਣੀ। ਤਾਂ ਫਿਰ ਉਹ ਲੋਕ ਸੋਸ਼ਲ ਮੀਡੀਆ ਤੇ ਆ ਜਾਂਦੇ ਨੇ ਕਿਉਂਕਿ ਆਪਣੀ ਗੱਲ ਤਾਂ ਹਰੇਕ ਨੇ ਕਹਿਣੀ ਹੁੰਦੀ ਹੈ। ਮਿੰਟੂ ਬਰਾੜ ਸਰ, ਮੇਰਾ ਸਵਾਲ ਹੁਣ ਤੁਹਾਨੂੰ ਹੈ ਇਸੇ ਗੱਲ ਤੋਂ ਲੈ ਕੇ ਕਿ ਅੱਜ ਜਿਹੜਾ ਆਨਲਾਈਨ ਸੋਸ਼ਲ ਮੀਡੀਆ ਉਹਦਾ ਪੱਤਰਕਾਰੀ ਤੇ ਸਾਹਿਤ ਤੇ ਕਿੰਨਾ ਅਸਰ ਪਿਆ, ਇਹੋ ਜਿਹੀਆਂ ਗੱਲਾਂ ਨੂੰ ਲੈ ਕੇ? ਦੇਖੋ, ਅਸਰ ਤਾਂ ਪਿਆ, ਦੋਨੇ ਪਾਸੇ ਪਿਆ, ਪੋਜ਼ਿਟਿਵ ਵੀ ਬਹੁਤ ਜ਼ਿਆਦਾ ਅਸਰ ਪਿਆ ਤੇ ਨੈਗੇਟਿਵ ਵੀ ਪਿਆ। ਜਿੱਦਾਂ ਆਪਾਂ ਦੱਸਿਆ ਵੀ ਈਜ਼ੀ ਐਕਸੈਸ ਹੋ ਗਿਆ ਕਿਸੇ ਚੀਜ਼ ਦਾ, ਜਦੋਂ ਕੋਈ ਵੀ ਚੀਜ਼ ਬੜੀ ਸਸਤੀ ਹੋ ਜੇ ਤਾਂ ਉਹ ਕਿਤੇ ਨਾ ਕਿਤੇ ਆਪਦਾ ਵਜੂਦ ਜਾਂ ਗਵਾਉਣ ਲੱਗ ਜਾਂਦੀ ਆ। ਸੋ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਹਿਲੀ ਗੱਲ ਤਾਂ ਦੇਖੋ ਉਹ ਤਾਂ ਕੰਮ ਨਿਬੜ ਗਿਆ। ਜਿਹੜਾ ਪੜ੍ਹ ਲਿਖ ਕੇ ਪੱਤਰਕਾਰ ਬਣਦਾ ਸੀ ਤੇ ਉਹਨੂੰ ਦੱਸਿਆ ਜਾਂਦਾ ਸੀ ਵੀ ਰਿਸਰਚ ਬੇਸਡ ਕੰਮ ਕਰਨਾ, ਤੁਸੀਂ ਕੋਈ ਵੀ ਨਿਊਜ਼ ਆ ਗਈ ਉਹਦੇ ਚ ਪਹਿਲਾ ਮੈਂ ਦਿਖਾਈ ਨਾਲੋਂ ਉਹਦੇ ਤੱਥ ਕਿੰਨੇ ਕੁ ਸਹੀ ਆ ਉਹ ਮੈਨੇ ਰੱਖਦਾ ਸੀ। ਪਰ ਹੁਣ ਕੀ ਆ ਵੀ ਹੁਣ ਤਾਂ ਵੀ ਪਹਿਲਾਂ ਦਿਖਾਉਣ ਤੱਕ ਮਤਲਬ ਆ। ਤੇ ਚਲੋ ਆਪਾਂ ਸੋਸ਼ਲ ਮੀਡੀਆ ਤੇ ਤਾਂ ਐ ਸਮਝ ਲੈਂਦੇ ਆ ਵੀ ਪਿੰਡਾਂ ਤੋਂ ਅਨਪੜ੍ਹ ਲੋਕ ਜਾਂ ਉਹ ਵੀ ਬੈਠੇ ਆ ਵੀ ਜਿਨ੍ਹਾਂ ਨੇ ਪੜ੍ਹਿਆ ਲਿਖਿਆ ਨਹੀਂ ਜਾਂ ਦੁਨੀਆ ਦੇਖੀ ਨਹੀਂ। ਪਰ ਹੈਰਾਨੀ ਤਾਂ ਤੁਹਾਨੂੰ ਇਸ ਗੱਲ ਦੀ ਹੋਊਗੀ ਵੀ ਜਿਹੜੇ ਕਹਿੰਦੇ ਕਹਾਉਂਦੇ ਚੈਨਲ ਆ, ਕਈ ਵਾਰੀ ਉਹ ਇਹੋ ਜਿਹੀ ਨਿਊਜ਼ ਚਲਾਉਂਦੇ ਜਿਹੜੀ ਅਫਵਾਹ ਹੁੰਦੀ ਹੈ, ਸਿਰਫ ਜਿਹੜੀ ਨਿਊਜ਼ ਹੁੰਦੀ ਨਹੀਂ, ਤੇ ਉਹਦੇ ਲਈ ਇੱਕ ਹੋਰ ਅਲਟਰਨੇਟਿਵ ਪੈਦਾ ਹੋ ਗਿਆ ਅੱਜ ਕੱਲ੍ਹ। ਤੁਸੀਂ ਸ਼ਾਇਦ ਦੇਖਿਆ ਹੋਵੇ ਨਿਊਜ਼ ਫੈਕਟਸ ਦੇ ਨਾਂ ਦੇ ਉੱਤੇ ਸਾਈਟਾਂ ਚੱਲ ਪਈਆਂ ਜਿਹੜੀਆਂ ਕਿ ਉਹਨਾਂ ਸਾਰੀਆਂ ਖਬਰਾਂ ਦੇ ਫੈਕਟਸ ਲੱਭ ਕੇ ਤੁਹਾਨੂੰ ਦੱਸਦੀਆਂ। ਹੁਣ ਮੈਂ ਅਖਬਾਰ ਪੜ੍ਹਦਾ ਹੀ ਨਹੀਂ, ਮੈਂ ਟੀਵੀ ਨਹੀਂ ਦੇਖਦਾ, ਮੈਂ ਫੈਕਟਸ ਨਿਊਜ਼ ਦੇਖਦਾ। ਮੈਨੂੰ ਉਹਦੇ ਚ ਜਿਹੜੀਆਂ ਹੈਗੀਆਂ ਤਾਂ ਹੈਗੀਆਂ, ਜਿਹੜੀਆਂ ਨਹੀਂ ਹੈਗੀਆਂ ਉਹਨਾਂ ਦਾ ਪਤਾ ਲੱਗ ਜਾਂਦਾ। ਸੋ ਇਸ ਕਰਕੇ ਜਿਹੜਾ ਇਹ ਤਾਂ ਬਹੁਤ ਵੱਡਾ ਫਰਕ ਪਿਆ ਇਸ ਚੀਜ਼ ਦਾ। ਜਿਹੜੀ ਸਾਹਿਤ ਦੇ ਮਾਮਲੇ 'ਚ ਗੱਲ ਆਈ ਹੈ, ਸਾਹਿਤ ਦੇ ਮਾਮਲੇ 'ਚ ਮੈਂ ਸੋਚਦਾ ਵੀ ਭਾਵੇਂ ਹਰ ਬੰਦੇ ਦੇ ਅੰਦਰ ਕਵੀ ਹੁੰਦਾ, ਹਰ ਬੰਦੇ ਦੇ ਅੰਦਰ ਸ਼ਾਇਰ ਹੁੰਦਾ, ਹਰ ਬੰਦੇ ਦੇ ਅੰਦਰ ਲੇਖਕ ਹੁੰਦਾ, ਸੋ ਉਹਨੂੰ ਬਾਹਰ ਕੱਢਣ ਨੂੰ ਥਾਂ ਨਹੀਂ ਸੀ ਕਿਤੇ। ਤੇ ਅੱਜ ਉਹ ਸੋਸ਼ਲ ਮੀਡੀਆ ਤੇ ਕੱਢ ਰਿਹਾ, ਤੇ ਜੇ ਉਹ ਸੱਭਿਅਕ ਭਾਸ਼ਾ ਲੈ ਕੇ ਕੱਢ ਰਿਹਾ ਤੇ ਸੱਭਿਅਕ ਤਰੀਕੇ ਨਾਲ ਕਰ ਰਿਹਾ ਤਾਂ ਉਹਦੇ ਲਈ ਬਹੁਤ ਪੋਜ਼ਿਟਿਵ ਆ, ਬਹੁਤ ਕੁਝ ਸਿੱਖਣ ਨੂੰ ਆ। ਕਈ ਵਾਰ ਤਾਂ ਇਹ ਜਿਹੀਆਂ ਚੀਜ਼ਾਂ ਤੁਹਾਡੇ ਕੋਲੇ ਆ ਜਾਂਦੀਆਂ ਤੁਸੀਂ ਸੋਚ ਹੀ ਨਹੀਂ ਸਕਦੇ। ਇੱਕ ਨੌਜਵਾਨ ਨੇ ਕਿਸੇ ਨੇ ਇਹੋ ਜਿਹੇ ਸ਼ਬਦ ਜਾਂ ਇਹੋ ਜਿਹੀ ਗੱਲ ਲਿਖ ਰੱਖੀ ਹੁੰਦੀ ਆ
ਜਿਹੜੀ ਹੋ ਸਕਦਾ ਕੋਈ ਧੁਨੰਤਰ ਨਾ ਲਿਖ ਸਕਦਾ ਹੋਵੇ। ਸੋ ਉਹ ਮੇਰੇ ਹਿਸਾਬ ਨਾਲ ਸਾਹਿਤਕ ਪੱਖ ਬਹੁਤ ਵਧੀਆ। ਤੇ ਮੈਂ ਤਾਂ ਤਕਰੀਬਨ ਜਿੰਨੇ ਵੀ, ਜਿਵੇਂ ਹੁਣ ਗਿਲਾ ਆਉਂਦਾ ਵੀ ਕੋਈ ਜਿਹੜੇ ਫੇਮਸ ਲੇਖਕ ਆ ਜਾਂ ਕੋਈ ਵੀ ਬੰਦਾ, ਉਹ ਦੂਜਿਆਂ ਨੂੰ ਕਰਦੇ ਨਹੀਂ, ਉਹਦਾ ਹੌਸਲਾ ਨਹੀਂ ਦਿੰਦੇ, ਉਹਨੂੰ ਅੱਗੇ ਨਹੀਂ ਲਿਆਉਂਦੇ। ਪਰ ਮੇਰਾ ਇੱਥੇ ਮੰਨਣਾ ਹੋਰ ਵੀ ਆ, ਕਈ ਵਾਰ ਅਸੀਂ ਸਹੀ ਢੰਗ ਨਾਲ ਅਪਰੋਚ ਨਹੀਂ ਕਰਦੇ। ਮੈਂ ਜਿੰਨੇ ਨੂੰ ਅਪਰੋਚ ਕਰਕੇ ਦੇਖੀ ਆ ਵੱਡੇ ਲੋਕਾਂ ਨੂੰ, ਉਹਨਾਂ ਨੇ ਮੇਰਾ ਸਾਥ ਹੀ ਦਿੱਤਾ, ਮੈਨੂੰ ਇਗਨੋਰ ਨਹੀਂ ਕੀਤਾ। ਹਾਂ, ਕਈ ਨਾ ਇਹੋ ਜਿਹੇ ਆ ਵੀ ਜਿਨ੍ਹਾਂ ਨੂੰ ਤੁਹਾਨੂੰ ਕਹਿਣਾ ਵੀ ਨਹੀਂ ਪੈਂਦਾ, ਵੀ ਤੁਹਾਨੂੰ ਹੈਰਾਨੀ ਹੁੰਦੀ ਹੈ, ਤੇ ਉਹਨਾਂ ਦਾ ਇੱਕ ਸ਼ਬਦ ਤੁਹਾਡੇ ਲਈ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਨਵੇਂ ਹੁੰਦੇ ਹੋ। ਮੈਂ ਨਵਾਂ ਆਰਟੀਕਲ ਲਿਖਣ ਲੱਗਿਆ, ਮੇਰੇ ਛਪਣ ਲੱਗੇ, ਮੈਂ ਹੈਰਾਨ ਰਹਿ ਗਿਆ ਜਦੋਂ ਮੇਰੇ ਆਰਟੀਕਲਾਂ ਦੇ ਥੱਲੇ ਕਮੈਂਟ ਆਇਆ ਪਿਆ, ਮੈਨੂੰ ਨਿੱਜੀ ਕਮੈਂਟ ਆਇਆ ਪਿਆ ਹਰਭਜਨ ਮਾਨ ਹੋਰਾਂ ਦਾ। ਹੁਣ ਇੱਕ ਸਿੰਗਰ, ਇੱਕ ਸਟਾਰ ਜਿਹਨੂੰ ਆਪਾਂ ਸਮਝਦੇ ਸੀ, ਤੇ ਉਹ ਤੁਹਾਨੂੰ ਕਮੈਂਟ ਕਰ ਰਿਹਾ ਕਿ ਨਵੇਂ ਆਰਟਿਸਟ, ਨਵੇਂ ਲੇਖਕ ਨੂੰ, ਤਾਂ ਉਹ ਮੈਨੂੰ ਪਤਾ ਮੇਰਾ ਹੌਸਲਾ ਦੁੱਗਣਾ ਹੋ ਗਿਆ। ਹੁਣ ਵੀ ਆ, ਹੁਣ ਜਦੋਂ ਕੋਈ ਵੀ ਚੰਗੀ ਚੀਜ਼ ਹੁੰਦੀ ਹੈ, ਚੰਗੇ ਲੋਕ ਆ, ਵਾਰਿਸ ਹੋਏ, ਬ੍ਰਦਰ ਹੋਏ, ਚੰਗਾ ਪੜ੍ਹਦੇ ਆ ਸਾਹਿਤ, ਇਹ ਲਾਜ਼ਮੀ ਕਮੈਂਟ ਕਰਦੇ, ਤਾਂ ਉਹ ਸਾਨੂੰ ਵੀ ਚੰਗਾ ਲੱਗਦਾ। ਇਵੇਂ ਵੱਡੇ ਵੱਡੇ ਰਾਈਟਰ ਸਾਨੂੰ ਕਮੈਂਟ ਕਰਦੇ ਆ ਜਦੋਂ, ਤੇ ਉਦੋਂ ਚੰਗਾ ਲੱਗਦਾ, ਇੱਕ ਹੌਸਲਾ ਵੱਧਦਾ। ਸੋ ਮੈਨੂੰ ਲੱਗਦਾ ਵੀ ਨਵੇਂ ਜਿਹੜੇ ਸਾਹਿਤਕਾਰਾਂ ਨੂੰ ਨਾ, ਜਾਂ ਨਵੇਂ ਜਿਹੜੇ ਇਸ ਲਾਈਨ ਚ ਆਉਂਦੇ, ਉਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਆ। ਮੈਂ ਹੁਣ ਖੁਦ ਕਈ ਵਾਰੀ ਸ਼ੋਅ ਕਰਦਾ, ਤੇ ਸ਼ੋਅ ਦੇ ਵਿੱਚ ਹਜ਼ਾਰਾਂ ਕਮੈਂਟ ਆਉਂਦੇ ਆ, ਤੇ ਉਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਪੜ੍ਹਦਾ ਹੋਊ ਕਿ ਨਹੀਂ ਪੜ੍ਹਦਾ ਹੋਊ। ਕਿਉਂ ਨਹੀਂ ਪੜ੍ਹਦਾ? ਮੇਰੀ ਕਮਾਈ ਆ, ਮੇਰੀ ਹੋਰ ਕੀ ਆ, ਮੈਨੂੰ ਕੋਈ ਡਾਲਰ ਥੋੜਾ ਕੁਛ ਮਿਲਦੇ ਆ। ਮੈਂ ਦਿਨ ਰਾਤ ਮਿਹਨਤ ਕਰਕੇ ਕੋਈ ਚੀਜ਼ ਲਿਆਉਣਾ, ਤੇ ਉਹਦੇ ਥੱਲੇ ਜੇ 150 200 ਕਮੈਂਟ ਆਏ ਆ, ਤੇ ਉਹ ਕੀ ਆ? ਉਹ ਤਾਂ ਡਾਲਰਾਂ ਨਾਲੋਂ ਵੀ ਮਹਿੰਗੀ ਮੇਰੀ ਕਮਾਈ ਆ, ਤੇ ਮੈਂ ਕਿਉਂ ਨਾ ਪੜੂੰ ਉਹਨਾਂ ਨੂੰ। ਸੋ ਇਵੇਂ ਹਰੇਕ ਰਾਈਟਰ ਜਿਹੜਾ ਵੱਡੇ ਆ, ਉਹਨਾਂ ਨੂੰ ਲੱਖਾਂ ਚ ਆਉਂਦੇ ਆ, ਉਹ ਵੀ ਪੜ੍ਹਦੇ ਆ, ਉਹ ਵੀ ਦੇਖਦੇ ਆ। ਪਾਤਰ ਸਾਹਿਬ ਦੇ ਕਹਿਣ ਨੂੰ ਕਹਿੰਦੇ, ਯਾਰ ਮੈਂ WhatsApp ਤੇ ਵੀ ਆ, Facebook ਤੇ, ਪਰ ਮੈਂ ਚੋਰੀਆਂ ਦੇਖਦਾ ਹੁੰਦਾ ਸਾਰਾ ਕੁਝ। ਕਹਿੰਦੇ ਵੀ ਮੈਂ ਪਬਲਿਕਲੀ ਹੁੰਨਾ ਤਾਂ ਮੈਨੂੰ ਫਿਰ ਉਹਨਾਂ ਦੇ ਜਵਾਬ ਨਹੀਂ ਦੇ ਪਾਉਂਦਾ। ਸੋ ਇਦਾਂ ਗੱਲ ਆ, ਹਰੇਕ ਬੰਦੇ ਨੂੰ ਚੰਗੇ ਲੱਗਦੇ ਆ। ਸੋ ਅਪਰੋਚ ਕਰੋਗੇ ਤਾਂ ਵਧੀਆ। ਦੂਜੀ ਜਿਹੜੀ ਨਾ ਪੱਖਪਾਤ ਦੀ ਤੁਸੀਂ ਗੱਲ ਕਰ ਰਹੇ ਸੀ, ਉਹ 'ਚ ਮੈਂ ਇੱਕ ਗੱਲ ਜ਼ਰੂਰ ਸ਼ੇਅਰ ਕਰੂੰਗਾ, ਕਿਉਂਕਿ ਇੱਥੇ ਵੀ ਸਾਡੀਆਂ ਸੰਸਥਾਵਾਂ ਬਣੀਆਂ ਹੋਈਆਂ, ਇੰਡੀਆ 'ਚ ਵੀ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਰਹੇ। ਪੱਖਪਾਤ ਆ ਜਿਹੜਾ ਨਾ, ਉਹ ਸ਼ਾਇਦ ਮੈਨੂੰ ਲੱਗਦਾ ਸਾਹਿਤ ਦੇ ਵਿੱਚ ਜੁੜੇ ਲੋਕ ਜਾਂ ਲਿਖਣ ਵਾਲੇ ਆ, ਉਹ ਨਾ ਕਰਨ, ਸ਼ਾਇਦ ਪੱਤਰਕਾਰ ਵੀ ਨਾ ਕਰਨ। ਮੈਂ ਦੇਖਿਆ ਇਹਨਾਂ ਸੰਸਥਾਵਾਂ ਦੇ ਵਿੱਚ ਨਾ 1 ਜਾਂ 2 ਸਿਆਸੀ ਬੰਦੇ ਆ ਵੜਦੇ ਆ, ਜਿਹੜੇ ਨਾ ਖੁਦ ਲੇਖਕ ਹੁੰਦੇ ਆ, ਨਾ ਕਵੀ ਹੁੰਦੇ ਆ, ਨਾ ਪੱਤਰਕਾਰ ਹੁੰਦੇ ਆ। ਤੁਸੀਂ ਸਮੀਖਿਆ ਕਰਕੇ ਦੇਖ ਲਿਓ, ਅੱਜ ਵੀ ਜੇ 20 ਬੰਦਿਆਂ ਦੀ ਕੋਈ ਸੰਸਥਾ ਨਾ, ਵਿੱਚ 1 ਜਾਂ 2 ਬੰਦੇ ਹੋਣਗੇ ਤੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੋ ਇਹਨਾਂ ਚੀਜ਼ਾਂ ਨਾਲ, ਪਰ ਉਹ ਤੁਹਾਨੂੰ ਚੌਧਰ ਤੁਹਾਡੇ ਤੇ ਉਹ ਕਰਨ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਕਿਸੇ ਪਾਸੇ ਮੂਵਮੈਂਟ ਦੇਣਗੇ ਵੀ ਤੁਸੀਂ ਇੱਧਰ ਨੂੰ ਚੱਲੋ। ਸੋ ਉਹ ਫਿਰ 2 ਧੜੇ ਬੰਦੀਆਂ ਕਰ ਦਿੰਦੇ ਆ, 20 ਬੰਦਿਆਂ 'ਚ 10-10 ਦੇ 2 ਧੜੇ ਬਣਾ ਦਿੰਦੇ ਆ, ਤੇ ਫਿਰ ਉਹ ਪੱਖਪਾਤ ਆਉਣ ਲੱਗ ਜਾਂਦਾ। ਸੋ ਮੈਨੂੰ ਲੱਗਦਾ ਸਭ ਤੋਂ ਬੈਸਟ ਚੀਜ਼ ਹੈ ਜੀ, ਵੀ ਤੁਹਾਡੇ 4 ਚੁਫੇਰੇ ਚਿੱਕੜ ਆ, ਸਭ ਕੁਝ ਆ, ਤੁਸੀਂ ਹੁਣ ਆਪਦੇ ਆਪ ਨੂੰ ਕਿਵੇਂ ਬਚਾ ਕੇ ਨਿਕਲਣਾ, ਕਿਵੇਂ ਤੁਸੀਂ ਸੋਟੀ ਟੁੱਟੇ ਬਿਨਾ ਜਿਹੜਾ ਸੱਪ ਮਾਰਨਾ, ਉਹ ਤੁਹਾਡੀ ਇਹੀ ਤਾਂ ਕਲਾ, ਇਹੀ ਤੁਸੀਂ ਲੋਕਾਂ ਨਾਲ ਵੱਖਰੇ ਆ। ਫਿਰ ਜੇ ਤੁਹਾਡੇ 'ਚ ਇਹ ਕਲਾ ਆ ਗਈ ਤਾਂ ਤੁਸੀਂ ਸਾਹਿਤਕਾਰ ਵੀ ਬਣ ਜਾਓਗੇ, ਤੁਸੀਂ ਚੰਗੇ ਪੱਤਰਕਾਰ ਵੀ ਬਣ ਜਾਓਗੇ। ਬਹੁਤ ਸੋਹਣੀ ਗੱਲ ਕਹੀ ਮਿੰਟੂ ਬਰਾੜ ਸਰ, ਬਹੁਤ ਸੋਹਣੀ। ਸਾਨੂੰ ਤੁਹਾਡੇ ਸਫ਼ਰ ਤੇ ਮਾਣ ਹੈ। ਬਿਲਕੁਲ ਸਾਡੇ ਜਿਹੜੇ ਨਵੀਆਂ ਕਲਮਾਂ, ਸਾਡੇ ਨਵੇਂ ਪੱਤਰਕਾਰ ਤੇ ਸਾਹਿਤਕਾਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੱਕ ਬਹੁਤ ਉਚੇਰਾ ਸਬਕ ਮਿਲੇਗਾ ਕਿ ਮੈਟਰ ਨਹੀਂ ਕਰਦਾ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕਿੰਨੀ ਸ਼ਿੱਦਤ ਨਾਲ ਕਰ ਰਹੇ ਹੋ। ਉਸ ਸਫ਼ਰ ਤੇ ਚੱਲਦੇ ਰਹੋ, ਕਿਸੇ ਨਾ ਕਿਸੇ ਦਿਨ ਉਹ ਸਮਾਂ ਵੀ ਆਏਗਾ ਜਦੋਂ ਜਿਨ੍ਹਾਂ ਦੀ ਇੱਕ ਸ਼ਬਦ ਤੁਹਾਡੇ ਲਈ ਮਾਇਨੇ ਰੱਖੇਗਾ, ਉਹ ਆ ਕੇ ਤੁਹਾਡੀ ਖੁਦ ਤਾਰੀਫ ਕਰਨਗੇ। ਮੇਰਾ ਅਗਲਾ ਸਵਾਲ ਹੈ ਜੀ ਡਾਕਟਰ ਰਾਮ ਮੂਰਤੀ ਜੀ ਨੂੰ। ਇਹ ਸਵਾਲ ਮੈਨੂੰ ਕਿਸੇ ਰੀਡਰ ਨੇ ਭੇਜਿਆ ਕਿ ਕੀ ਇੱਕ ਸਫਲ ਸਾਹਿਤਕਾਰ ਸਫਲ ਪੱਤਰਕਾਰ ਵੀ ਹੋ ਸਕਦਾ ਹੈ? ਸਵਾਲ ਬੜਾ ਆਪਣਾ ਕੀਮਤੀ ਹੈ ਜੀ, ਔਰ ਇਹ ਵਿਚਾਰ ਚਰਚਾ ਦੀ ਮੰਗ ਕਰਦਾ। ਅਸਲ ਦੇ ਵਿੱਚ ਸਾਹਿਤ ਹੁੰਦਾ ਕੀ ਆ? ਇੱਕ ਪੱਤਰਕਾਰਤਾ ਦੇ ਵਿੱਚ ਤੇ ਸਾਹਿਤ ਦੇ ਵਿੱਚ ਇੱਕ ਬੜੀ ਬਰੀਕ ਜਿਹੀ ਲਕੀਰ ਆ, ਕਿਉਂਕਿ ਜਿਹੜੀ ਰਚਨਾ ਛਪ ਜਾਂਦੀ ਆ ਉਹ ਲਿਟਰੇਚਰ ਦਾ ਹਿੱਸਾ ਹੀ ਬਣ ਜਾਂਦੀ ਆ। ਤੇ ਜੇ ਕੋਈ ਸਾਹਿਤਕਾਰ ਜਿਹੜਾ ਆ, ਜੇ ਉਹਨੇ ਇੱਕ ਕੰਟੈਂਟ ਦੀ ਉਸਾਰੀ ਕਰਨੀ ਸਿੱਖ ਲਈ ਆ, ਉਹਨੇ ਇੱਕ ਲਿਖਣਾ ਸਿੱਖ ਲਿਆ ਆ, ਕਿਉਂਕਿ ਸਾਹਿਤ ਵੀ ਸੰਚਾਰ ਦਾ ਮਾਧਿਅਮ ਆ, ਪੱਤਰਕਾਰੀ ਵੀ ਸੰਚਾਰ ਦਾ ਮਾਧਿਅਮ ਆ, ਤਰੀਕਾ ਵੱਖੋ ਵੱਖਰਾ ਆ। ਜਿੱਦਾਂ ਮਿੰਟੂ ਬਰਾੜ ਹੁਣਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਬਈ ਉਹਨਾਂ ਨੂੰ ਕਿਹਾ ਗਿਆ ਇਹ ਅਖਬਾਰੀ ਭਾਸ਼ਾ ਆ, ਸਾਹਿਤਕ ਭਾਸ਼ਾ ਆ। ਉਹਦੇ ਗੱਲਾਂ ਦੋਵੇਂ ਠੀਕ ਨੇ, ਇਹਨਾਂ ਦੀ ਗੱਲ ਵੀ ਠੀਕ ਆ, ਜਿਨ੍ਹਾਂ ਨੇ ਇਹਨਾਂ ਨੂੰ ਇਹ ਗੱਲ ਕਹੀ ਉਹ ਵੀ ਠੀਕ ਆ, ਕਿਉਂਕਿ ਗੱਲ ਸਾਹਿਤ ਦੇ ਵਿੱਚ ਕਹਿਣ ਦਾ ਤਰੀਕਾ ਵੱਖਰਾ ਆ,
ਪੱਤਰਕਾਰੀ ਵਿੱਚ ਕਹਿਣ ਦਾ ਤਰੀਕਾ ਵੱਖਰਾ ਆ। ਠੀਕ ਹੈ ਜੀ ਜਿਵੇਂ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਬਈ ਮੈਂ ਕਹਿੰਦਾ ਕਿ ਇੱਕ ਭੈਣ ਜਿਹੜੀ ਉਹ ਕਹਿੰਦੀ ਆ ਮੇਰਾ ਵੀਰ ਬੜਾ ਬਹਾਦਰ ਆ। ਹਾਂਜੀ ਜੀ ਇੱਕ ਭੈਣ ਕਹਿੰਦੀ ਆ ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ। ਜੀ ਗੱਲ ਇੱਕੋ ਹੀ ਆ। ਉਹ ਲਿਟਰੇਰੀ ਵੇ ਆ, ਇਹ ਸਟਰੇਟ ਵੇ ਆ। ਆਮ ਭਾਸ਼ਾ ਤੇ ਸਾਹਿਤਕ ਭਾਸ਼ਾ ਦੇ ਵਿੱਚ ਜਦੋਂ ਅਸੀਂ ਅੰਤਰ ਕਰਦੇ ਹਾਂ ਹਾਂਜੀ ਤੋ ਇਸ ਕਰਕੇ ਮੈਂ ਜਿਹਨੂੰ ਅਸੀਂ ਲਿਟਰੇਚਰ ਦੇ ਵਿੱਚ ਜਿਹੜੀ ਆਮ ਭਾਸ਼ਾ ਆ ਉਹਨੂੰ ਅਸੀਂ ਉਕਤੀ ਕਹਿੰਦੇ ਆ, ਜਿਹੜੀ ਸਾਹਿਤਕ ਭਾਸ਼ਾ ਉਹਨੂੰ ਅਸੀਂ ਵਕਰੋਕਤੀ ਕਹਿੰਦੇ ਆ। ਗੱਲ ਘੁਮਾ ਕੇ ਕਹਿਣੀ, ਖੱਬੇ ਹੱਥ ਨਾਲ ਸੱਜਾ ਕੰਨ ਫੜਨਾ, ਸੱਜੇ ਨਾਲ ਖੱਬਾ ਫੜਨਾ। ਹਾਂਜੀ ਤੋ ਇਹ ਇੱਕ ਬਰੀਕ ਜੀ ਲਕੀਰ ਆ ਪੱਤਰਕਾਰੀ ਦੇ ਵਿੱਚ ਤੇ ਸਾਹਿਤਕਾਰੀ ਦੇ ਵਿੱਚ। ਤੋ ਜੇ ਜਿਹੜਾ ਵਿਅਕਤੀ ਸਾਹਿਤਕ ਭਾਸ਼ਾ ਦੇ ਵਿੱਚ ਗੱਲ ਕਰ ਸਕਦਾ ਆ ਉਹਨੂੰ ਅਸੀਂ ਸਾਹਿਤਕਾਰ ਕਹਿੰਦੇ ਆ। ਤਾਂ ਉਹ ਫਿਰ ਸਟਰੇਟ ਵੇ ਦੇ ਵਿੱਚ, ਸਿੱਧੀ ਭਾਸ਼ਾ ਦੇ ਵਿੱਚ, ਆਮ ਭਾਸ਼ਾ ਦੇ ਵਿੱਚ, ਸੌਖੀ ਭਾਸ਼ਾ ਦੇ ਵਿੱਚ ਵੀ ਜਿਹੜੀ ਆ ਉਹ ਗੱਲ ਕਰ ਸਕਦਾ ਆ। ਤੋ ਇਸ ਕਰਕੇ ਮੇਰਾ ਇਹ ਮੰਨਣਾ ਆ ਕਿ ਇੱਕ ਸਫਲ ਸਾਹਿਤਕਾਰ ਜਿਹੜਾ ਆ ਉਹ ਇੱਕ ਸਫਲ ਪੱਤਰਕਾਰ ਵੀ ਸਹਿਜੇ ਹੀ ਹੋ ਸਕਦਾ ਆ। ਲੇਕਿਨ ਇੱਥੇ ਫਰਕ ਇਹ ਆ ਬਈ ਪੱਤਰਕਾਰ ਨੂੰ ਥੋੜਾ ਜਿਹਾ ਫੀਲਡ ਵਰਕ ਜ਼ਿਆਦਾ ਕਰਨਾ ਪੈਂਦਾ। ਉਹਨੂੰ ਲੋਕਾਂ ਦੇ ਵਿੱਚ ਭਾਵੇਂ ਵਿਚਰਦਾ ਤਾਂ ਸਾਹਿਤਕਾਰ ਵੀ ਆ, ਲੇਕਿਨ ਉਹ ਘਟਨਾਵਾਂ ਨੂੰ ਉਸ ਤਰ੍ਹਾਂ ਰਿਸਪੌਂਡ ਨਹੀਂ ਕਰਦਾ ਜਿਸ ਤਰ੍ਹਾਂ ਪੱਤਰਕਾਰ ਕਰਦਾ ਆ। ਠੀਕ ਹੈ ਕਿਤੇ ਘਟਨਾ ਵਾਪਰੀ ਆ, ਕਿਤੇ ਦੁਰਘਟਨਾ ਵਾਪਰੀ ਆ, ਕਿਤੇ ਅੱਗ ਲੱਗੀ ਆ, ਕਿਤੇ ਸੁਨਾਮੀ ਆਈ ਆ, ਪੱਤਰਕਾਰ ਨੂੰ ਉੱਥੇ ਚੱਲ ਕੇ ਜਾਣਾ ਪਏਗਾ, ਉਹਦੀਆਂ ਤਸਵੀਰਾਂ ਲਏਗਾ, ਵੇਰਵੇ ਇਕੱਤਰ ਕਰੇਗਾ, ਘਟਨਾ ਦਾ ਕਾਰਨ ਕੀ ਸੀ, ਉਹ ਸਾਰੀਆਂ ਗੱਲਾਂ ਕਰੇਗਾ। ਤੋ ਇਹਦੇ ਵਿੱਚ ਸਾਹਿਤਕਾਰ ਨਾਲੋਂ ਮਿਹਨਤ ਪੱਤਰਕਾਰ ਦੀ ਜ਼ਿਆਦਾ ਵੱਧ ਜਾਂਦੀ ਆ। ਇਹਦਾ ਫੀਲਡ ਵਰਕ ਜਿਹੜਾ ਆ ਉਹ ਜ਼ਿਆਦਾ ਹੋ ਜਾਂਦਾ ਸਾਹਿਤਕਾਰ ਨਾਲੋਂ। ਇਸ ਕਰਕੇ ਇੱਕ ਸਫਲ ਸਾਹਿਤਕਾਰ ਇੱਕ ਸਫਲ ਪੱਤਰਕਾਰ ਵੀ ਹੋ ਸਕਦਾ, ਲੇਕਿਨ ਪਹੁੰਚ ਜਿਹੜੀ ਆ ਉਹ ਦੋਨਾਂ ਦੀ ਵੱਖੋ ਵੱਖਰੀ ਆ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਸਹੀ ਗੱਲ ਕਹੀ ਤੁਸੀਂ ਰਾਮਮੂਰਤੀ ਸਰ। ਤੇ ਸਾਡੇ ਹੋਰ ਬਹੁਤ ਸਾਰੇ ਦੋਸਤ, ਅੰਮ੍ਰਿਤਮਾਨ ਜੀ, ਹਰਮਨ ਸਿੰਘ, ਹਰਮਨਦੀਪ ਜੀ, ਪੰਜਾਬੀ ਵਾਰਤਾ, ਪ੍ਰਭੂ ਦਿਆਲ ਜੀ, ਸਤਪਾਲ ਸਿੰਘ ਯਾਦਵ ਜੀ, ਇਹ ਵੀ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਹੋ ਰਹੇ ਨੇ ਤੇ ਸ਼ੁਕਰੀਆ ਕਰ ਰਹੇ ਨੇ ਕਿ ਬਹੁਤ ਤੁਸੀਂ ਖੂਬਸੂਰਤੀ ਨਾਲ ਜਿਹੜਾ ਹੈਗਾ ਗੱਲਬਾਤ ਨੂੰ ਅੱਗੇ ਵਧਾਇਆ। ਜੀ ਬਹੁਤ ਧੰਨਵਾਦ। ਸੁਰਿੰਦਰ ਸਰ, ਅਸੀਂ ਚੈੱਕ ਕਰ ਲਿਆ ਕਿ ਤੁਹਾਡੀ ਆਵਾਜ਼ ਹੁਣ ਸਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ। ਨਹੀਂ ਅੱਜ ਆਪਣੀ ਗੱਲ ਬਣਨੀ ਨਹੀਂ ਅੱਜ। ਹਾਂਜੀ ਅੱਜ ਸੁਰਿੰਦਰ ਸਰ ਅੱਜ ਲੱਗਦਾ ਹੁਣ ਆਪਾਂ ਇਹੀ ਟਰਾਈ ਕਰ ਸਕਦੇ ਹਾਂ ਕਿ ਤੁਸੀਂ ਕੁਲਜੀਤ ਜੀ ਨਾਲ ਪਿੱਛੇ ਗੱਲਬਾਤ ਕਰੋ, ਮੇ ਵੀ ਫੋਨ ਦੇ ਜ਼ਰੀਏ ਅਸੀਂ ਤੁਹਾਨੂੰ ਲੈ ਸਕੀਏ ਪ੍ਰੋਗਰਾਮ ਦੇ ਵਿੱਚ। ਘੱਟੋ ਘੱਟ ਤੁਹਾਡੀ ਵੋਇਸ ਤਾਂ ਸੁਣ ਲਈਏ, ਤੁਹਾਡੇ ਜਿਹੜੇ ਹੈਗੇ ਆ ਵਿਚਾਰ ਤਾਂ ਲੈ ਲਈਏ ਪ੍ਰੋਗਰਾਮ ਦੇ ਵਿੱਚ। ਤੇ ਮੈਂ ਕੁਲਜੀਤ ਜੀ ਨੂੰ ਰਿਕੁਐਸਟ ਕਰੂੰਗੀ ਕਿ ਸੁਰਿੰਦਰ ਜੀ ਨੂੰ ਐਡ ਕਰਨ ਦੀ ਕੋਸ਼ਿਸ਼ ਕਰਨ। ਹਾਂਜੀ ਆਪਾਂ ਜਿਹੜੀ ਡਿਸਕਸ਼ਨ ਆਪਣੀ ਚੱਲ ਰਹੀ ਹੈ ਬੇਸਿਕਲੀ ਆਪਣੀ ਆਪਾਂ ਸਾਹਿਤ ਤੇ ਪੱਤਰਕਾਰੀ ਤੇ ਸਾਹਿਤਕ ਪੱਤਰਕਾਰੀ ਨੂੰ ਲੈ ਕੇ ਜਿਹੜਾ ਗੱਲਬਾਤ ਕਰ ਰਹੇ ਹਾਂ। ਜਿਹੜੇ ਨਵੇਂ ਦੋਸਤ ਜੁੜੇ ਆ ਸਾਡੇ ਨਾਲ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹਾਂਗੀ ਕਿ ਸਾਡੇ ਨਾਲ ਅੱਜ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਸਾਹਿਤਕਾਰ ਜੁੜੇ ਹੋਏ ਨੇ ਤੇ ਬਹੁਤ ਹੀ ਸੋਹਣੇ ਤਰ੍ਹਾਂ ਨਾਲ ਜਿਹੜੀ ਸਾਡੀ ਵਿਚਾਰ ਚਰਚਾ ਚੱਲ ਰਹੀ ਆ। ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਪਾਇਆ ਤੇ ਸਾਡੇ ਇੱਕ ਦੋਸਤ ਨੇ ਸਾਨੂੰ ਕਮੈਂਟ ਕੀਤਾ ਕਿ ਅੱਜ ਕੱਲ੍ਹ ਤਾਂ ਸਾਹਿਤ ਵੀ ਇਹੋ ਜਿਹਾ ਤੇ ਪੱਤਰਕਾਰੀ ਵੀ ਉਹੋ ਜਿਹੀ। ਹੁਣ ਮੈਂ ਅੱਗੇ ਪੁੱਛਣਾ ਚਾਹਿਆ ਕਿ ਇਸ ਦਾ ਕੀ ਮਤਲਬ ਹੈ, ਨਹੀਂ ਦੱਸਿਆ ਉਹਨਾਂ ਨੇ। ਤੇ ਮੈਂ ਅਨੰਤ ਗਿੱਲ ਜੀ, ਤੁਹਾਡੇ ਕੋਲ ਮੇਰੀ ਆਵਾਜ਼ ਪਹੁੰਚ ਰਹੀ ਹੈ ਤੇ ਤੁਸੀਂ ਦੱਸੋ ਕਿ ਤੁਸੀਂ ਨਵੇਂ ਸਾਹਿਤਕਾਰ ਹੋ, ਨਵੇਂ ਪੱਤਰਕਾਰ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਸਾਹਿਤ ਤੇ ਪੱਤਰਕਾਰੀ ਇੱਕੋ ਜਿਹੇ ਨੇ ਜਾਂ ਵੱਖਰੇ ਵੱਖਰੇ ਨੇ? ਅਨੰਤ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਕੋਲ? ਵੀ ਆ ਤੇ ਵੱਖਰੇ ਜੀ ਕਿਉਂਕਿ ਹਾਂਜੀ ਤੁਹਾਡੇ ਕੋਲ ਮੇਰੀ ਆਵਾਜ਼ ਪਹੁੰਚ ਨਹੀਂ ਰਹੀ ਮੈਨੂੰ ਲੱਗਦਾ। ਨਹੀਂ ਹੁਣ ਆ ਗਈ ਹੈ ਅਨੰਤ, ਹੁਣ ਆ ਗਈ ਹੈ। ਹਾਂਜੀ ਹਾਂਜੀ ਠੀਕ ਆ ਜੀ। ਤੇ ਜਿਹੜਾ ਸਾਹਿਤ ਹੈਗਾ ਵਾ ਉਹ ਸਮਾਜ ਦਾ ਸ਼ੀਸ਼ਾ, ਸਾਹਿਤ ਹਨਾ, ਇਹ ਸ਼ੀਸ਼ਾ ਆਪਣਾ ਇੱਕ, ਇਹ ਜਿਹੜਾ ਕੁਝ ਆਪਾਂ ਵੇਖਦੇ ਹਾਂ ਉਹੀ ਆਪਾਂ ਲਿਖਦੇ ਹਾਂ। ਤੇ ਇਹਦੇ ਵਿੱਚ ਅਲੱਗ-ਅਲੱਗ ਇਹ ਆ ਵੀ ਜਿਹੜੀ ਪੱਤਰਕਾਰੀ ਹੁੰਦੀ ਉਹ ਸਦੀਵੀ ਜਿਹੜੀ ਖਬਰ ਹੁੰਦੀ ਆ ਉਹਦਾ ਇੱਕ ਸਮਾਂ ਹੁੰਦਾ ਵਾ ਵੀ ਸਮੇਂ ਲਈ ਇੱਕ ਖਬਰ ਜਿਹੜੀ ਅੱਜ ਛਪ ਗਈ
ਵੈਲਿਊ ਅੱਜ ਹੀ ਆ ਤੇ ਜਾਂ ਕੱਲ ਤੱਕ ਹੈਗੀ ਆ, ਉਸ ਤੋਂ ਬਾਅਦ ਆਪਾਂ ਉਹ ਖਬਰ ਨੂੰ, ਉਹ ਅਖਬਾਰ ਪੁਰਾਣਾ ਹੋ ਜਾਂਦਾ, ਉਹਨੂੰ ਛੱਡਦੇ ਆਪਾਂ। ਜਿਹੜਾ ਹੈ ਸਾਹਿਤ ਹੁੰਦਾ ਵਾ ਇਹ ਸਦੀਵੀ ਹੁੰਦਾ ਵਾ, ਇਹਦੀ ਉਮਰ ਲੰਬੀ ਹੁੰਦੀ ਆ ਤੇ ਉਹ ਵੀ ਉਵੇਂ ਲੰਮਾ ਸਮਾਂ ਕਦੋਂ ਵੀ ਆਪਾਂ ਉਹਨੂੰ ਪੜ੍ਹ ਸਕਦੇ ਹਾਂ, ਲੰਮਾ ਸਮੇਂ ਬਾਅਦ ਵੀ ਉਹ ਨਰੋਇਆ ਹੀ ਹੁੰਦਾ ਵਾ, ਸਦਾ ਬਹਾਰ। ਇਹਦੇ ਵਿੱਚ ਵਖਰੇਵਾਂ ਇਹ ਹੈਗਾ, ਪਰ ਇਹਨਾਂ ਦਾ ਕੰਮ ਤਾਂ ਇੱਕ ਹੀ ਹੈ ਨਾ, ਸਮਾਜ ਨੂੰ ਸੇਧ ਦੇਣਾ, ਸਮਾਜ ਨੂੰ ਚੰਗਾ ਬਣਾਉਣਾ, ਸਮਾਜ ਦੀਆਂ ਕੁਰੀਤੀਆਂ ਨੂੰ ਸਾਹਮਣੇ ਲੈ ਕੇ ਆਉਣਾ, ਸਮਾਜ ਵਿੱਚ ਜੋ ਵੀ ਹੋ ਰਿਹਾ। ਪੱਤਰਕਾਰ, ਕਿਉਂਕਿ ਅੱਜ ਕੱਲ ਬਹੁਤ ਸਾਰੇ ਪੱਤਰਕਾਰ ਜਿਹੜੇ ਹੈਗੇ ਆ ਉਸ ਸਮੇਂ ਦੇ ਅਨੁਸਾਰ ਵਧੀਆ ਵੀ ਲਿਖ ਰਹੇ ਆ, ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਸਾਹਮਣੇ ਲਿਆ ਰਹੇ ਆ, ਪਰ ਜ਼ਿਆਦਾਤਰ ਜਿਹੜੇ ਹੈਗੇ ਉਹਨੂੰ ਨਹੀਂ ਇੰਨਾ ਅੱਗੇ ਲਿਆ ਰਹੇ, ਕਿਉਂਕਿ ਲੋਕ ਪੈਸੇ ਨੂੰ ਤਰਜੀਹ ਦੇ ਰਹੇ ਹੈਗੇ ਆ। ਹਾਂਜੀ, ਤੇ ਉਸ ਅਨੁਸਾਰ ਉਹ ਜਿਹੜੀ ਖਬਰ ਹੁੰਦੀ ਆ ਉਹਨੂੰ ਬਦਲ ਕੇ ਉਸ ਤਰ੍ਹਾਂ ਕਰ ਦਿੰਦੇ ਆ ਵੀ ਸੱਚਾਈ ਪਾਸੇ ਹੀ ਰਹਿ ਜਾਂਦੀ ਆ। ਪਰ ਜਿਹੜਾ ਇੱਕ ਸਾਹਿਤਕਾਰ ਹੁੰਦਾ ਵਾ, ਜਦੋਂ ਉਹ ਆਪਦੇ ਅਨੁਸਾਰ ਉਹਨੂੰ ਉਸ ਨਜ਼ਰ ਨਾਲ ਵੇਖਦਾ ਵਾ ਵੀ ਇਹਦੇ ਵਿੱਚ ਅਸਲੀਅਤ ਕੀ ਸੀਗੀ, ਤੇ ਇਹ ਗੱਲਾਂ ਇਹਨਾਂ ਦੀਆਂ ਵਖਰੇਵਾਂ ਵੀ ਹੈਗਾ ਤੇ ਪਰ ਇੱਕੋ ਜਿਹਾ ਵੀ ਹੈਗਾ, ਕਿਉਂਕਿ ਇਹ ਸਮਾਜ ਦੀ ਗੱਲ ਕਰਦਾ ਵਾ। ਜੇ ਉਹ ਸਹੀ ਆਪਦੇ ਅਰਥਾਂ ਵਿੱਚ ਪਹਿਰੇਦਾਰੀ ਕਰ ਰਿਹਾ, ਕਿਉਂਕਿ ਜਿਹੜਾ ਸਾਹਿਤਕਾਰ ਆ ਉਹਦੇ ਉੱਤੇ ਇੱਕ ਪਹਿਰੇਦਾਰ ਕਹਿ ਸਕਦੇ ਹਾਂ ਆਪਾਂ ਪੱਤਰਕਾਰ ਨੂੰ, ਵੀ ਜੇ ਸਾਹਿਤਕਾਰ ਜਿਹੜਾ ਹੈਗਾ ਜੇ ਸਹੀ ਨਹੀਂ ਲਿਖ ਰਿਹਾ ਜਾਂ ਉਹ ਸਮਾਜ ਨੂੰ ਸੇਧ ਨਹੀਂ ਦੇ ਰਿਹਾ, ਤੇ ਜਿਹੜੇ ਪੱਤਰਕਾਰ ਹੈਗੇ ਉਹਦੇ ਤੇ ਕਿੰਤੂ ਪ੍ਰੰਤੂ ਕਰ ਸਕਦੇ ਆ ਵੀ ਇਸ ਚੀਜ਼ ਨੂੰ ਏਦਾਂ ਕਿਉਂ ਲਿਖਿਆ ਜਾ ਰਿਹਾ, ਜਾਂ ਇਹ ਕੀ ਆ, ਜਾਂ ਸਮਾਜ ਸਾਹਮਣੇ ਉਹਦਾ ਵਿਆਹ। ਪਰ ਉਹ ਆਪਣੀ ਤੋਂ ਪਾਸੇ ਹੋਣ ਅੱਜ ਸਮਾਂ ਹੈਗਾ ਇਸ ਤਰ੍ਹਾਂ ਦਾ ਵਰਤਾਰਾ ਚੱਲ ਗਿਆ। ਜੀ ਜੀ ਅਨੰਤ ਜੀ, ਬਿਲਕੁਲ ਸ਼ਾਇਦ ਤੁਸੀਂ ਇਹ ਬਹੁਤ ਸਹੀ ਗੱਲ ਕਹੀ ਕਿ ਸਾਹਿਤ ਤੇ ਪੱਤਰਕਾਰੀ ਜਿਹੜਾ ਹੈਗਾ, ਜਿਹੜੀ ਪੱਤਰਕਾਰੀ ਹੁੰਦੀ ਹੈ ਜਾਂ ਸਾਹਿਤਕ ਪੱਤਰਕਾਰੀ, ਇੱਕ ਖਬਰ ਹੁੰਦੀ ਆ, ਉਹਦੀ ਇੱਕ ਛੋਟੀ ਜਿਹੀ ਉਮਰ ਹੁੰਦੀ ਹੈ। ਅੱਜ ਕਿਸੇ ਸਮਾਗਮ ਬਾਰੇ ਜਾਂ ਕਿਸੇ ਬੁੱਕ ਬਾਰੇ ਕੋਈ ਰਿਵਿਊ ਛਪ ਗਿਆ, ਉਹ ਅੱਜ ਦੀ ਤੇ ਕੱਲ ਦੀ ਗੱਲ ਹੈ, ਪਰ ਜਿਹੜੀ ਉਹ ਕਿਤਾਬ ਹੈ, ਜਿਹੜਾ ਉਹ ਸਾਹਿਤ ਹੈ, ਉਹ ਲੰਬੇ ਸਮੇਂ ਲਈ ਜਿਹੜਾ ਹੈਗਾ ਖੜਾ ਰਹਿੰਦਾ ਹੈ ਤੇ ਲੋਕਾਂ ਲਈ ਅਵੇਲੇਬਲ ਰਹਿੰਦਾ ਹੈ। ਮੇਰਾ ਅਗਲਾ ਸਵਾਲ ਜਿਹੜਾ ਹੈ ਮਿੰਟੂ ਬਰਾੜ ਜੀ ਨੂੰ ਹੈ ਕਿ ਅਕਸਰ ਇਹ ਚਰਚਾ ਹੁੰਦੀ ਹੈ ਕਿ ਅਖਬਾਰਾਂ ਜਿਹੜੀਆਂ ਉਹ ਸਾਹਿਤ ਨੂੰ ਖਾ ਗਈਆਂ। ਅਖਬਾਰਾਂ ਜਿਹੜੀਆਂ ਉਹੀ ਜਿਵੇਂ ਰਾਮ ਮੂਰਤੀ ਸਰ ਨੇ ਗੱਲ ਕੀਤੀ ਕਿ ਟੋਇਆਂ ਟਿੱਬਿਆਂ ਦੀਆਂ ਖਬਰਾਂ, ਠੀਕ ਹੈ, ਛੋਟੀਆਂ ਛੋਟੀਆਂ ਮਹੱਲਿਆਂ ਦੀਆਂ ਲੜਾਈਆਂ ਦੀਆਂ ਖਬਰਾਂ, ਪਰ ਸਾਹਿਤ ਦੀ ਖਬਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ। ਤੇ ਇਸੇ ਕਰਕੇ ਲੋਕ ਇਹ ਕਹਿੰਦੇ ਆ ਕਿ ਜਿਹੜੀਆਂ ਅਖਬਾਰਾਂ ਨੇ ਉਹ ਸਾਹਿਤ ਨੂੰ ਖਤਮ ਕੀਤਾ ਉਹਨਾਂ ਨੇ। ਪਰ ਹੁਣ ਸੋਸ਼ਲ ਮੀਡੀਆ ਦੇ ਅਸਰ ਵੱਧ ਰਿਹਾ ਹੈ, ਡੈਫੀਨੇਟਲੀ ਸਾਹਿਤ ਤੇ ਵੀ ਵੱਧ ਰਿਹਾ। ਤੁਹਾਨੂੰ ਕੀ ਲੱਗਦਾ ਕਿ ਸੋਸ਼ਲ ਮੀਡੀਆ ਦੇ ਵੱਧ ਅਸਰ ਨਾਲ ਸਾਹਿਤ ਤੇ ਕੀ ਪ੍ਰਭਾਵ ਪਿਆ? ਕੀ ਸਾਹਿਤ ਹੁਣ ਕਿੱਥੇ ਖੜਾ ਹੈ ਜਦੋਂ ਦਾ ਸੋਸ਼ਲ ਮੀਡੀਆ ਐਕਟਿਵ ਜ਼ਿਆਦਾ ਹੋਇਆ? ਦੇਖੋ, ਮੇਰੇ ਹਿਸਾਬ ਨਾਲ ਮੈਂ ਤਾਂ ਪੋਜ਼ਿਟਿਵ ਸੋਚਦਾ ਬੰਦਾ ਜੀ, ਮੈਂ ਤਾਂ ਪੋਜ਼ਿਟਿਵ ਸੋਚਦਾ ਤੇ ਮੈਨੂੰ ਤਾਂ ਇਹੀ ਲੱਗਦਾ ਵੀ ਕਾਫੀ ਜਿਹੜਾ ਅਸੀਂ ਅੱਗੇ ਨਾਲੋਂ ਕਾਫੀ ਪ੍ਰਫੁੱਲਤ ਹੋਏ ਆ। ਅੱਗੇ ਗਿਣਤੀ ਦੇ ਸਾਹਿਤਕਾਰ ਸੀ, ਉਂਗਲਾਂ ਤੇ ਗਿਣੇ ਜਾਣ ਵਾਲੇ, ਤੇ ਅੱਜ ਸਾਡੇ ਕੋਲੇ ਵੱਡੀਆਂ ਲੰਮੀਆਂ ਲਿਸਟਾਂ ਨੇ। ਹਰ ਸ਼ਹਿਰ 'ਚ 5-5 7-7 10-10 ਨਵੇਂ ਮੁੰਡੇ ਕੁੜੀਆਂ ਲਿਖ ਰਹੇ ਆ ਤੇ ਉਹਨਾਂ ਕੋਲੇ ਚੰਗੇ ਪਲੇਟਫਾਰਮ ਆ। ਫਿਰ ਉਹਨਾਂ ਚੋਂ ਛੰਟ ਕੇ ਜਿਹੜੇ ਕੋਈ ਚੰਗੇ ਆ ਉਹ ਆਪਦੇ ਮੁਕਾਮ ਵੀ ਹਾਸਲ ਕਰ ਰਹੇ ਆ, ਉਹਨਾਂ ਦੀਆਂ ਕਿਤਾਬਾਂ ਆ ਰਹੀਆਂ। ਪਰ ਜਿਹੜੀ ਅਖਬਾਰਾਂ ਦੀ ਗੱਲ ਕੀ ਹੈ ਨਾ, ਜਿਹੜੇ ਆਪਾਂ ਕਹਿੰਦੇ ਆ ਵੀ ਪੱਤਰਕਾਰ ਤਾਂ ਸਾਹਿਤਕ ਨੂੰ ਖਾ ਗਈ, ਉਹ ਖਾ ਗਈ ਮੇਰੇ ਹਿਸਾਬ ਨਾਲ ਵੱਖਰੋ ਵੱਖਰੀਆਂ ਮਜਬੂਰੀਆਂ। ਜੇ ਅੱਜ ਤੁਸੀਂ ਅਖਬਾਰ ਖੋਲੋ, ਜਿਵੇਂ ਅੱਗੇ ਹੁੰਦਾ ਸੀ ਸੰਪਾਦਕੀ ਪੰਨੇ ਦੇ ਉੱਤੇ 3-4 ਚੰਗੇ ਸਾਹਿਤਕ ਲੇਖ ਹੁੰਦੇ, ਫਿਰ ਇੱਕ ਸਾਹਿਤਕ ਪੰਨਾ ਛਪਦਾ, ਹਰ ਹਫ਼ਤੇ ਦੇ ਅੱਡੋ ਅੱਡ ਸਾਹਿਤਕ ਪੰਨੇ ਹੁੰਦੇ, ਬੱਚਿਆਂ ਲਈ ਅੱਡ ਹੁੰਦਾ, ਉਹ ਹੁੰਦਾ। ਉਹ ਹੁਣ ਵੀ ਛਪਦੇ ਆ, ਕਰਦੇ ਆ, ਪਰ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਤਸਵੀਰਾਂ ਵੱਡੀਆਂ ਹੋਣੀਆਂ, ਲੇਖ 200 ਜਾਂ 300 ਵਰਡ ਦਾ ਲੇਖ ਹੋਊ ਤੇ ਵੱਡੀਆਂ ਤਸਵੀਰਾਂ ਨਾਲ ਉਹਨੂੰ ਪ੍ਰੈਜੈਂਟੇਸ਼ਨ ਕਰਨ ਦੀ ਉਹਦੀ ਕੋਸ਼ਿਸ਼ ਕੀਤੀ ਗਈ, ਰੰਗੀਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਕਿ ਉਹ ਕਿਵੇਂ ਲਾ ਲਓ, ਸਾਹਿਤ ਦੇ ਨੁਕਸਾਨ 'ਚ ਲਾ ਲਓ ਜਾਂ ਫਾਇਦੇ 'ਚ ਲਾ ਲਓ। ਪਰ ਹੁਣ ਦੂਜੇ ਪਾਸੇ ਜਿਹੜਾ ਸੋਸ਼ਲ ਮੀਡੀਆ ਤੇ ਇਹ ਹੈ ਜੀ ਵੀ ਇੱਥੇ ਕਦਰਦਾਨ ਵੀ ਹੈਗੇ ਆ। ਮੈਂ ਤਾਂ ਇਹ ਦੇਖਿਆ ਜੀ ਵੀ ਤੁਸੀਂ ਜੋ ਮਰਜ਼ੀ ਕਰ ਦਿਓ, ਚੰਗੇ ਦੇ ਵੀ ਕਦਰਦਾਨ ਆ, ਮਾੜੇ ਦੇ ਵੀ ਕਦਰਦਾਨ ਆ, ਪਰ ਉਹ ਹੌਲੀ ਹੌਲੀ ਫਿਲਟਰ ਹੋ ਕੇ ਇੱਕ ਨਾ ਗਰੁੱਪ ਜੇ ਬਣ ਜਾਂਦੇ ਆ, ਇੱਕ ਕਾਫਲੇ ਜੇ ਬਣ ਜਾਂਦੇ ਆ। ਹੁਣ ਅਸੀਂ ਜੇ ਮੰਨ ਲਓ ਪੇਂਡੂ ਆਸਟ੍ਰੇਲੀਆ ਸ਼ੁਰੂ ਕੀਤਾ, ਸਾਡੇ ਕੋਲੇ ਇਹ ਜਿੱਦੇ ਸ਼ੁਰੂ ਕੀਤਾ 6 ਜਿਹੜੇ ਸਾਡੇ ਟੋਟਲ ਉਹਦੇ ਦਰਸ਼ਕ ਸੀਗੇ, ਪਰ ਅੱਜ ਉਹ 11 ਮੈਨੂੰ ਲੱਗਦਾ ਘੱਟੋ ਘੱਟ 11 ਮਿਲੀਅਨ ਦੇ ਨੇੜੇ ਚਲੇ ਗਏ ਆ। ਤਾਂ ਹੁਣ ਕਹਿਣਾ ਸੌਖਾ ਜੀ, 11 ਮਿਲੀਅਨ ਬੰਦੇ ਤੱਕ ਚਲਾ ਗਿਆ। ਉਹ ਕੌਣ ਆ? ਤੇ ਰੈਗੂਲਰ ਜੁੜਨ ਵਾਲੇ ਬੰਦੇ ਆ, ਉਹ ਆ ਜਿਹੜੇ ਉਸ ਟੇਸਟ ਦੇ ਬੰਦੇ ਆ। ਤੇ ਪਰ ਜੇ ਹੁਣ ਦੇਖੀਏ, ਅਸੀਂ 6 ਸਾਲਾਂ 'ਚ 11 ਮਿਲੀਅਨ ਜੋੜੇ ਬੰਦੇ ਤੇ ਲੱਖ ਬੰਦਾ ਅਸੀਂ ਸਬਸਕ੍ਰਿਪਸ਼ਨ ਲੈ ਕੇ ਆਏ। ਪਰ ਜੇ ਤੁਸੀਂ ਹੁਣ ਦੇਖੀਏ ਵੀ ਗਾਣਾ ਆ ਜਾਂਦਾ ਤੇ ਉਹ ਰਾਤ 'ਚ 35 ਮਿਲੀਅਨ ਵਿਊ ਹੋ ਜਾਂਦੇ ਉਹਦੇ, ਤੇ ਕਿਤੇ 6 ਸਾਲਾਂ ਦੀ ਮਿਹਨਤ, ਕਿਤੇ ਇੱਕ ਸਾਰੇ 5 ਮਿੰਟਾਂ ਦਾ ਗਾਣੇ ਦੀ। ਉਹਦਾ ਇਹੀ ਕਾਰਨ ਆ ਵੀ ਹਰ ਬੰਦੇ ਦਾ ਆਪਦਾ ਟੇਸਟ ਆ
ਤੇ ਉਹ ਟੇਸਟ ਮੁਤਾਬਕ ਤੁਹਾਡੇ ਨਾਲ ਜੁੜੀ ਜਾਂਦੇ। ਐਂ ਫੇਸਬੁੱਕ ਦੇ ਉੱਤੇ ਲਾ ਲਓ, WhatsApp ਦੇ ਉੱਤੇ ਲਾ ਲਓ, ਗਰੁੱਪ ਬਣੇ ਆ। ਉਹਨਾਂ ਗਰੁੱਪਾਂ ਦੇ ਵਿੱਚ ਜੇ ਕਿਸੇ ਨੂੰ ਕਵਿਤਾ ਦੇ ਸ਼ੌਕੀਨ ਆ ਉਹ ਕਵਿਤਾ ਸੁਣੀ ਪੜ੍ਹੀ ਜਾਂਦੇ ਆ, ਕੋਈ ਧਰਮ ਦੇ ਸ਼ੌਕੀਨ ਆ ਉਹ ਧਰਮ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਜਿਹੜੇ ਕੋਈ ਵਾਰਤਕ ਦੇ ਉੱਥੇ ਵਾਰਤਕ ਦੇ ਬੜੇ ਸੋਹਣੇ ਸੋਹਣੇ ਪ੍ਰੋਜ ਆਉਂਦੇ। ਅੱਜ ਤੁਸੀਂ ਹੈਰਾਨ ਹੋਵੋਗੇ ਵੀ ਤੁਹਾਨੂੰ ਲੋਕ ਫਿਰ ਕੀ ਕਹਿੰਦੇ ਨੇ, ਇੱਕ ਸਾਗਰ ਚ ਜਿਹੜਾ ਗਾਗਰ ਦੇ ਵਿੱਚ ਸਾਗਰ ਭਰ ਕੇ ਵੀ ਦੇ ਦਿੰਦੇ ਆ। ਇੱਕ ਕਿਤਾਬ ਪੜ੍ਹੀ ਤੇ ਉਸ ਕਿਤਾਬ ਦਾ ਮੂਲ ਬਣਾ ਕੇ ਥੋੜੇ ਜਿਹੇ ਸ਼ਬਦਾਂ ਚ ਇੱਕ ਲੇਖ ਚ ਬਣਾ ਕੇ ਤੇ ਉਹ ਸੋਸ਼ਲ ਮੀਡੀਆ ਜਰੀਏ ਤੁਹਾਡੇ ਕੋਲੇ ਪਹੁੰਚ ਜਾਂਦਾ। ਤੇ ਉਹ ਮੇਰੇ ਹਿਸਾਬ ਨਾਲ ਤਾਂ ਚੰਗੇ ਪਾਸੇ ਜਾ ਰਿਹਾ। ਜੀ 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 ਜੀ, ਬਿਲਕੁਲ ਸਹੀ ਗੱਲ ਕੀਤੀ ਜੀ। ਨੈਗੇਟਿਵ ਹਰ ਥਾਂ ਤੇ ਹੁੰਦਾ, ਹਰ ਥਾਂ ਤੇ ਨਕਾਰਾਤਮਕ ਸੋਚ ਮੈਨੂੰ ਤੇ ਇਜਾਜ਼ਤ ਹੋਵੇ ਤਾਂ ਮੈਂ ਵੀ ਨਕਾਰਾਤਮਕ ਕੋਈ ਗੱਲ ਕਹਿਣਾ ਮੈਸੇਜ ਚਾਹੁੰਦੀ ਦੇਣ ਹਾਂ। ਵਾਲੇ ਲੋਕ ਮਿਲ ਜਾਂਦੇ ਆ, ਪਰ ਇਹ ਸਾਡੀ ਖੁਦ ਦੀ ਚੋਇਸ ਹੁੰਦੀ ਹੈ ਕਿ ਅਸੀਂ ਉਹਦੇ ਵਿੱਚੋਂ ਛਾਂਟ ਕੇ ਜਿਹੜਾ ਹੈਗਾ ਪੋਜ਼ਿਟਿਵਿਟੀ ਨੂੰ ਨਾਲ ਰੱਖਣਾ, ਸਹੀ ਪੱਖ ਨੂੰ ਨਾਲ ਰੱਖਣਾ, ਸਕਾਰਾਤਮਕ ਨੂੰ ਨਾਲ ਰੱਖਣਾ, ਜਾਂ ਅਸੀਂ ਨਕਾਰਾਤਮਕ ਸੋਚ ਨੂੰ ਜ਼ਿਆਦਾ ਤਰਜੀਹ ਦੇ ਕੇ ਆਪਣੇ ਆਪ ਦਾ ਜਿਹੜਾ ਮਨੋਬਲ ਹੈ ਉਹ ਗਿਰਾਉਣਾ ਹੈ। ਤੁਸੀਂ ਕੁਝ ਐਡ ਕਰਨਾ ਚਾਹੁੰਦੇ ਸੀਗੇ ਆਨੰਦ? ਹਾਂਜੀ ਹਾਂਜੀ, ਮੈਂ ਕਹਿਣਾ ਚਾਹੁੰਦੀ ਜਿਵੇਂ ਤੁਸੀਂ ਸਵਾਲ ਕੀਤਾ ਸੀ ਨਾ ਵੀ ਪੱਤਰਕਾਰੀ ਸਾਹਿਤ ਨੂੰ ਖਾ ਰਹੀ ਆ, ਸਾਹਿਤ ਨੂੰ ਖਾ ਵੀ ਰਹੀ ਆ, ਕਿਉਂਕਿ ਅਸਲ ਵਿੱਚ ਇੱਕ ਗੱਲ ਇਹ ਵੀ ਆ ਵੀ ਜਿਹੜੇ ਸਾਹਿਤਕਾਰ ਹੁੰਦੇ ਉਹ ਵੀ ਅਸਲੀ ਪੱਤਰਕਾਰ ਹੁੰਦੇ ਆ। ਪਰ ਜਦੋਂ ਉਹ ਖਬਰਾਂ ਲਿਖਣੀਆਂ ਸ਼ੁਰੂ ਕਰ ਦਿੰਦੇ ਆ ਤੇ ਰੋਜ਼ ਦੀ ਰੋਜ਼ ਫਿਰ ਉਹਨਾਂ ਨੇ ਇੱਕ ਖਬਰ ਲਿਖਣੀ ਹੁੰਦੀ ਆ ਨਾ, ਉਹ ਉਹਨਾਂ ਦਾ ਧਿਆਨ ਹੁੰਦਾ ਉਹ ਜੇ ਉਹਨਾਂ ਦੀ ਲਿਖਣ ਦੀ ਉਹਦੇ ਖਬਰ ਵਿੱਚ ਚਲੀ ਜਾਂਦੀ ਹੈ, ਤੇ ਜਿਹੜਾ ਉਹਨਾਂ ਨੇ ਸਾਹਿਤ ਰਚਨਾ ਹੁੰਦਾ ਉਦੋਂ ਉਹ ਆਪਦਾ ਥੱਕ ਜਾਂਦੇ ਜਾਂ ਹੋਰ ਕੰਮਾਂ 'ਚ ਉਲਝ ਜਾਂਦੇ। ਇਸ ਤਰ੍ਹਾਂ ਉਹ ਸਾਹਿਤ ਨਹੀਂ ਰਚ ਪਾਉਂਦੇ ਜੋ ਉਹਨਾਂ ਨੇ ਰਚਨਾ ਹੁੰਦਾ। ਉਹ ਆਪਦਾ ਸਾਰਾ ਖਬਰਾਂ ਲੱਭਣ ਵਿੱਚ, ਖਬਰਾਂ ਦੀ ਖੋਜ ਕਰਨ ਵਿੱਚ ਜਾਂ ਕਵਰੇਜ ਕਰਨ ਵਿੱਚ ਚਲੇ ਜਾਂਦੇ ਆ, ਤੇ ਆਣ ਕੇ ਉਹ ਖਬਰ ਲਿਖ ਕੇ ਤੇ ਆਪਣੇ ਮਨ ਦਾ ਜਿਹੜਾ ਹੁੰਦਾ ਵਾ ਉਹ ਸਭ ਕੁਛ ਉਹਦੇ ਵਿੱਚ ਹੋ ਜਾਂਦਾ ਵਾ। ਜਿੱਧਰ ਉਹਨਾਂ ਨੇ ਤੁਰਨਾ ਹੁੰਦਾ ਉਹ ਰਾਹ ਉਹਨਾਂ ਦਾ ਭਟਕ ਜਾਂਦੇ ਉਸ ਰਾਹ ਤੋਂ। ਵੈਸੇ ਵਿੱਚ ਜਿਹੜੇ ਸਰਕਾਰ ਉਹਨਾਂ ਨੂੰ ਸਾਹਿਤ ਨਾਲ ਹੀ ਜੁੜੇ ਰਹਿਣਾ ਚਾਹੀਦਾ ਤੇ ਪੱਤਰਕਾਰ ਹੀ ਰਹਿਣੇ ਚਾਹੀਦੇ ਆ। ਹਾਂਜੀ, ਮੈਂ ਇਹਦੇ ਚ ਇੱਕ ਗੱਲ ਐਡ ਕਰਨੀ ਚਾਹਾਂਗਾ ਜੀ। ਜ਼ਰੂਰ। ਜਿਹੜਾ ਇਹ ਸਵਾਲ ਆ ਨਾ ਬਈ ਅਖਬਾਰਾਂ ਸਾਹਿਤ ਨੂੰ ਖਾ ਗਈਆਂ, ਇੱਕ ਪੱਖ ਇਹ ਆ ਇਸ ਸਵਾਲ ਦਾ, ਬੜਾ ਗਹਿਰਾ ਸਵਾਲ ਆ ਇਹ, ਬਈ ਅਖਬਾਰਾਂ ਨੂੰ ਜਿਹੜਾ ਮੈਟਰ ਚਾਹੀਦਾ ਹੁੰਦਾ ਨਾ ਉਹ ਵਕਤੀ ਚਾਹੀਦਾ ਹੁੰਦਾ ਆ, ਸਾਮਇਕ ਚਾਹੀਦਾ ਹੁੰਦਾ ਆ, ਤੇ ਉਹ ਮੈਟਰ ਚਾਹੀਦਾ ਹੁੰਦਾ ਆ ਜਿਹਦੀ ਮੰਗ ਆ, ਜਿਹਨੂੰ ਆਮ ਲੋਕ ਸਮਝ ਸਕਣ ਛੇਤੀ। ਮਿਸਾਲ ਵਜੋਂ ਮੰਨ ਲਓ ਇੱਕ ਪਾਸੇ ਲਿਟਰੇਰੀ ਰਚਨਾ ਅਖਬਾਰ ਨੂੰ ਪਹੁੰਚਦੀ ਆ, ਬੜੀ ਜ਼ਹੀਨ ਕਿਸਮ ਦੀ ਉੱਚ ਲੈਵਲ ਦੀ ਰਚਨਾ ਪਹੁੰਚਦੀ ਆ, ਇੱਕ ਕਵਿਤਾ ਜੀ। ਇੱਕ ਕਵਿਤਾ COVID-19 ਦੇ ਦੌਰ ਵਿੱਚ ਕਰੋਨਾ ਨਾਲ ਸੰਬੰਧਿਤ ਪਹੁੰਚ ਜਾਂਦੀ ਆ। ਹੁਣ ਜਦੋਂ ਕਰੋਨਾ ਕਾਲ ਚੱਲ ਰਿਹਾ ਆ ਤਾਂ ਅਖਬਾਰ ਦਾ ਸੰਪਾਦਕ ਕੀ ਕਰੂਗਾ? ਉਹ ਉਸ ਜ਼ਹੀਨ ਤੇ ਉੱਚ ਲੈਵਲ ਦੀ ਕਵਿਤਾ ਨੂੰ ਪਾਸੇ ਕਰ ਦਊਗਾ, ਉਹ COVID-19 ਨਾਲ ਸੰਬੰਧਿਤ ਕਵਿਤਾ ਨੂੰ ਛਾਪ ਦਊਗਾ, ਭਾਵੇਂ ਉਹ ਹਲਕੀ ਹੋਵੇ, ਕਿਉਂਕਿ ਉਹ ਵਕਤੀ ਪੱਧਰ ਦੀ ਗੱਲ ਆ। ਤੋ ਇਹਨਾਂ ਅਰਥਾਂ ਵਿੱਚ ਵੀ ਜਿਹੜੀਆਂ ਅਖਬਾਰਾਂ ਆ ਉਹ ਸਾਹਿਤ ਨੂੰ ਖਾ ਗਈਆਂ, ਤੇ ਜ਼ਿਆਦਾਤਰ ਅਖਬਾਰਾਂ ਦੇ ਵਿੱਚ ਹਲਕੇ ਲਿਟਰੇਚਰ ਨੂੰ, ਸਤਹੀ ਕਿਸਮ ਦੇ ਲਿਟਰੇਚਰ ਨੂੰ ਥਾਂ ਜਿਹੜੀ ਆ ਉਹ ਵਧੇਰੇ ਮਿਲਣੀ ਸ਼ੁਰੂ ਹੋ ਜਾਂਦੀ ਆ, ਤੇ ਜਿਹਨੂੰ ਆਪਾਂ ਸਾਹਿਤਕ ਗੁਣਾਂ ਨਾਲ ਪਰਿਪੂਰਨ ਉੱਚ ਲੈਵਲ ਦਾ ਜਿਹੜਾ ਲਿਟਰੇਚਰ ਆ ਉਹ ਜਿਹੜਾ ਉਹ ਰੱਤੀ ਦੀ ਟੋਕਰੀ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਇਸ ਪੱਖ ਤੋਂ ਵੀ ਇਹ ਸਵਾਲ ਨੂੰ ਵਿਚਾਰਨਾ ਚਾਹੀਦਾ ਆ। ਇਹ ਗੱਲ ਠੀਕ ਆ ਵੀ ਅਖਬਾਰਾਂ ਚੰਗੇ ਲਿਟਰੇਚਰ ਨੂੰ ਖਾ ਗਈਆਂ। ਜੇ ਆਪਾਂ ਇਹ ਸਵਾਲ ਇਸ ਤਰ੍ਹਾਂ ਬਣਾਈਏ ਤੇ ਇਹ ਪੂਰਨ ਹੋਏਗਾ ਜੀ। ਜੀ, ਬਹੁਤ ਵਧੀਆ ਤੁਸੀਂ ਜਿਹੜਾ ਇਹਦਾ ਕਨਕਲੂਜਨ ਦਿੱਤਾ ਰਾਮਮੂਰਤੀ ਸਰ। ਸਾਡੇ ਕੋਲ ਸੁਰਿੰਦਰ ਕੋਚਰ ਸਰ ਜੀ ਦਾ ਵੌਇਸ ਮੈਸੇਜ ਪਹੁੰਚਿਆ, ਜਿਹੜਾ ਕਿ ਸਾਡੇ ਪੰਜਾਬੀ ਸੱਥ ਤੇ ਲਾਈਵ ਤੋਂ ਜਿਹੜਾ ਦਿਖਾਉਣਗੇ ਕੁਲਜੀਤ ਜੀ। ਕੁਲਜੀਤ ਜੀ, ਤੁਸੀਂ ਪਲੀਜ਼ ਵੌਇਸ ਮੈਸੇਜ ਸਾਡੇ ਲਈ ਪਲੇ ਕਰੋਗੇ? ਗੱਲ ਹੋਣੀ ਨਾ, ਥੋੜਾ ਜਿਹਾ ਮੈਂ ਸੁਣਿਆ, ਕੁਛ ਗੱਲਾਂ ਠੀਕ ਵੀ ਲੱਗਿਆ, ਕੁਛ ਮੈਨੂੰ ਲੱਗਿਆ ਕਿ ਨਹੀਂ ਜਾਇਜ਼ ਨਹੀਂ ਸੀ। ਜਿਸ ਤਰ੍ਹਾਂ ਮਿੰਟੂ ਬਰਾੜ ਹੋਣੀਆਂ ਨੇ ਕਿਹਾ ਕਿ ਅਖਬਾਰ ਜਦੋਂ ਤੁਹਾਡੀਆਂ 2 ਜਾਂ 4 ਖਬਰਾਂ ਲੱਗਦੀਆਂ ਨੇ ਤੇ ਸਪਲੀਮੈਂਟ ਵਾਸਤੇ ਕਹਿੰਦਾ, ਜਾਂ ਬਹੁਤ ਸਾਰੇ ਆਰਟੀਕਲ ਤੁਹਾਡੇ ਇੱਥੇ ਪੰਜੇ ਲੱਗ ਜਾਂਦੇ ਨੇ, ਲੱਗਦੇ ਨਹੀਂ। ਜੇ ਤੁਹਾਡੀ ਲਿਖਤ ਦੇ ਵਿੱਚ ਵੈਲਿਊ ਹੈਗੀ ਤਾਂ ਕੋਈ ਮਾਇਨੇ ਨਹੀਂ ਰੱਖਦਾ। ਕੋਈ ਅਖਬਾਰ ਤੁਹਾਨੂੰ ਸਪਲੀਮੈਂਟ ਵਾਸਤੇ ਜਿਹੜੀ ਕਹਿੰਦੀ ਤੁਸੀਂ ਛੱਡ ਦਿਓ ਉਹਨੂੰ, ਤੁਹਾਡੇ ਕੋਲ ਚੋਇਸ ਹੁੰਦੀ ਕਿ ਤੁਸੀਂ ਉਹਨੂੰ ਅਖਬਾਰ ਨੂੰ ਮਤਲਬ ਛੱਡ ਸਕਦੇ ਜੇ।
ਮੈਂ ਸ਼ੁਰੂ ਤੋਂ ਪਹਿਲਾਂ ਜਿਹੜਾ ਜਲੰਧਰ ਦੇ ਪੱਤਰ ਜਿਹੜੀ ਹੈਗੀ ਆ ਅਖਬਾਰ ਸਮੂਹ ਹੈਗਾ ਹਿੰਦੀ ਪੰਜਾਬੀ ਤੇ ਉਰਦੂ ਵਿੱਚ ਨਿਕਲਦੀ ਸਾਰੀ ਦੁਨੀਆ ਜਾਣਦੀ ਉਹਦੇ ਲਈ 10 ਸਾਲ ਕੰਮ ਕੀਤਾ। ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਲਈ ਹੁਣ ਅਜੀਤ ਦੇ ਵਿੱਚ ਕਰਦਾ ਪਿਆ। ਤੇ ਮੈਨੂੰ ਲੱਗਦਾ ਕਿ ਮੇਰੇ 25 ਸਾਲ ਦੇ ਇਸ ਪੀਰੀਅਡ ਦੇ ਵਿੱਚ ਤਕਰੀਬਨ 3 ਤੋਂ 4,000 ਮੇਰੇ ਆਰਟੀਕਲ ਅਲੱਗ-ਅਲੱਗ ਅਖਬਾਰਾਂ 'ਚ ਛਪ ਚੁੱਕੇ। ਇਹਨਾਂ ਦੇ ਵਿੱਚ ਪੱਤਰਕਾਰ ਰਹਿੰਦੇ ਹਨ, ਬਹੁਤ ਸਾਰੀਆਂ ਮੈਗਜ਼ੀਨ ਬਾਗੀਆਂ ਛਪੀਆਂ ਨੇ। ਜਿਹੜੀ ਅਜਨਾਲੇ ਦੀ ਵਾਲੀ ਰਿਸਰਚ ਆ ਉਹ ਦੁਨੀਆ ਭਰ ਜਾਣਦੀ ਹੈ। ਤੇ ਮੈਨੂੰ ਕਦੀ ਇਸ ਤਰੀਕੇ ਦੀ ਪ੍ਰੋਬਲਮ ਨਹੀਂ ਆਈ ਜਦੋਂ ਮੈਂ ਜਰਨਲਿਜ਼ਮ ਦੇ ਵਿੱਚ ਰਹਿੰਦਾ ਵੀ ਦੂਜੀਆਂ ਅਖਬਾਰਾਂ 'ਚ ਮੇਰੇ ਵੱਲੋਂ ਪੱਤਰਕਾਰ ਖਬਰਾਂ ਲੈਂਦੇ ਨੇ ਤਾਂ ਅੱਜ ਤੱਕ ਮੈਨੂੰ ਕਿਸੇ ਨੇ ਇੱਕ ਚਵਾਨੀ ਦਾ ਇਸ਼ਤਿਹਾਰ ਦਾ ਨਹੀਂ ਕਿਹਾ। ਦੂਜੀ ਗੱਲ ਕਿ ਜਿਹੜੇ ਆਰਟੀਕਲ ਸਾਡੀ ਵੈਲਿਊ ਲਿਖਣ ਦੇ 'ਚ ਦਮ ਹੁੰਦਾ ਹੈ ਤਾਂ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ। ਤੁਹਾਡੀਆਂ ਸਾਰੀਆਂ ਖਬਰਾਂ ਤੁਹਾਡੇ ਕੋਲ ਮੰਗ ਕੇ ਆਰਟੀਕਲ ਲੈਂਦੀਆਂ ਨੇ ਤਾਂ ਬਹੁਤ ਸਾਰੇ ਆਰਟੀਕਲ ਜਿਹੜੇ ਲੱਗੇ ਹੋਏ ਨੇ। ਤੇ ਉਹਦੇ 'ਚ ਦੂਜੀ ਇਹਨਾਂ ਤੋਂ ਕਹਿੰਦੇ ਨੇ ਕਿ ਨਵੇਂ ਜਿਹੜੇ ਰਾਈਟਰ ਨੂੰ ਜਗ੍ਹਾ ਨਹੀਂ ਦਿੰਦੇ। ਇਹ ਇੱਕ ਜਿਹੜਾ ਹੈਗਾ ਇੱਕ ਯੋਧੇ ਵਾਂਗੂ ਹੁੰਦੀ ਤੁਹਾਡੇ ਜਿਹੜੀ ਕਲਮ ਆ ਤਲਵਾਰ ਹੈ, ਤੁਸੀਂ ਕੱਟ ਕੇ ਆਪਣੀ ਜਗ੍ਹਾ ਆਪ ਉੱਥੇ ਬਣਾਉਣੀ ਹੈ। ਤੁਸੀਂ ਇੱਕ ਯੋਧਾ ਜੇ, ਨਾ ਕਿ ਤੁਸੀਂ ਇੱਕ ਆਪਣੇ ਆਪ ਨੂੰ ਸਿੰਪਲ ਰਾਈਟਰ ਦੇ ਤੌਰ ਤੇ ਨਾ ਲਓ। ਤੁਸੀਂ ਜਗ੍ਹਾ ਬਣਾਓ, ਤੁਹਾਡੀ ਜਗ੍ਹਾ ਆਪਣੇ ਆਪ ਬਣਦੀ ਹੈ। ਤੁਹਾਨੂੰ ਦੁਨੀਆ ਵਿੱਚ ਕੋਈ ਵੀ ਇਹੋ ਜਿਹਾ ਅਖਬਾਰ ਨਹੀਂ ਜੇ ਤੁਹਾਡੀ ਲਿਖਤ ਦੇ ਵਿੱਚ ਵੇਲੀ ਤੁਹਾਨੂੰ ਕੋਈ ਇਗਨੋਰ ਨਹੀਂ ਕਰ ਸਕਦਾ, ਦੂਜਾ ਪੱਤਰਕਾਰ ਤੁਹਾਨੂੰ ਪਛਾਣ ਨਹੀਂ ਸਕਦਾ। ਬਾਕੀ ਚੁਣੌਤੀਆਂ ਬਹੁਤ ਨੇ ਇਹਦੇ ਨਾਲ ਕਿ ਮੈਂ ਜਿੱਥੋਂ ਤੱਕ ਆਪਣਾ ਦੇਖਦਾ ਕਿ ਮੈਨੂੰ ਇੱਕ ਆਪਣੀ ਖਬਰ ਮੈਂ ਕਰਨੀ ਹੁੰਦੀ ਹੈ ਜਿਹੜੀ ਕਿਉਂਕਿ ਮੈਂ ਰਿਸਰਚ ਨਾਲ ਰਿਲੇਟਡ ਹੁੰਦੀਆਂ ਨੇ। ਮੋਸਟ ਇੰਪੋਰਟੈਂਟ ਮੇਰੇ ਕੋਲ ਪਾਕਿਸਤਾਨ ਬੀਟ ਹੈਗੀ, ਪਾਕਿਸਤਾਨ ਦਾ ਦੇਖਣਾ ਹੁੰਦਾ। ਬਾਅਦ ਦੂਜੀ ਗੱਲ ਕਿ ਮੈਂ ਜਿਹੜੀ ਇਤਿਹਾਸ ਦੇ ਵਿੱਚ ਗਲਤੀਆਂ ਕੀਤੀਆਂ ਨੇ ਦੂਜੇ ਪੱਤਰਕਾਰ ਕਰਦੇ ਨੇ ਰੋਜ਼ਾਨਾ, ਚਾਹੇ ਪਾਕਿਸਤਾਨ 'ਚ ਨੇ ਚਾਹੇ ਹਿੰਦੁਸਤਾਨ 'ਚ ਨੇ, ਮੈਨੂੰ ਉਹਨਾਂ ਨੂੰ ਵੀ ਕਲੀਅਰ ਕਰਨਾ ਪੈਂਦਾ। ਮੇਰੇ ਦੋਹਰੀ ਜ਼ਿੰਮੇਵਾਰੀ ਮੇਰੀ ਹੈਗੀ। ਤੇ ਮੈਂ ਤੁਹਾਡੇ ਜਿਹੜੀ ਇੱਕ ਬਸ ਰਿਕੁਐਸਟ ਕਰਦਾ ਉਹਨਾਂ ਸਾਹਿਤਕਾਰਾਂ ਜਿਹੜੀ ਪੱਤਰਕਾਰੀ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਕੰਮ ਕਰਦੇ ਪਏ ਨੇ ਜਾਂ ਜਿਹੜੇ ਪੱਤਰਕਾਰ ਸੁਣੀ ਸੁਣਾਈ ਗੱਲ ਦੇ ਨੂੰ ਇੱਕ ਤੱਥ ਬਣਾ ਕੇ ਜਿਹੜੇ ਪੇਸ਼ ਕਰਦੇ ਨੇ ਉਦੋਂ ਥੋੜਾ ਜਿਹਾ ਹਿਸਟੋਰੀਕਲ ਪ੍ਰੂਫ ਲੈ ਲਿਆ ਕਰਨ ਉਹਦੀ ਭੂਮਿਕਾ ਹੈ ਕੀ ਹੈ। ਨਹੀਂ ਤਾਂ ਅਸੀਂ ਇੱਕ ਬਹੁਤ ਵੱਡਾ ਇੱਕ ਵਿਨਾਸ਼ ਵਾਲੇ ਪਾਸੇ ਚੱਲਦੇ ਨੇ ਤੇ ਇੱਕ ਬਹੁਤ ਵੱਡਾ ਨੁਕਸਾਨ ਕਰ ਦਾਂਗੇ ਇਤਿਹਾਸ ਦਾ ਵੀ, ਵਿਰਾਸਤ ਦਾ ਵੀ, ਜਦੋਂ ਅਸੀਂ ਆਪਣੇ ਤਰੀਕੇ ਨਾਲ ਉਹਨੂੰ ਲਿਖਣ ਲੱਗ ਪੈਂਦੇ, ਆਪਣੇ ਤਰੀਕੇ ਨਾਲ ਬਿਆਨਬਾਜ਼ੀ ਜਿਹੜੀ ਕਰਨ ਲੱਗ ਪੈਂਦੇ। ਤੇ ਖੁਦ ਜੇ ਲਾਈਵ ਹੁੰਦਾ ਤਾਂ ਬਹੁਤ ਕਾਫੀ ਗੱਲਾਂ ਅਸੀਂ ਕਰਨ ਵਾਲੀਆਂ, ਪਰ ਇਹਨਾਂ ਨਾਲ ਇਜਾਜ਼ਤ ਮੰਗਦਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਸਰ, ਸਾਨੂੰ ਤੁਹਾਡਾ ਮੈਸੇਜ ਪਹੁੰਚ ਗਿਆ। ਬਿਲਕੁਲ ਹਰ ਇਨਸਾਨ ਦਾ ਇੱਕ ਵੱਖਰਾ ਤਜਰਬਾ ਹੁੰਦਾ। ਤੁਸੀਂ ਪ੍ਰੋਫੈਸ਼ਨਲੀ ਪੱਤਰਕਾਰ ਹੋ ਤੇ ਬਹੁਤ ਜਿਹੜਾ ਕੰਮ ਕਰਦੇ ਹੋ ਮਿਹਨਤ ਨਾਲ, ਤੁਹਾਡੇ ਤਜਰਬੇ ਬਾਕੀਆਂ ਨਾਲੋਂ ਜ਼ਰੂਰ ਵੱਖਰੇ ਰਹੇ ਨੇ। ਬਾਕੀ ਜਦੋਂ ਵੀ ਕੋਈ ਨਵਾਂ ਬੰਦਾ ਨਵੇਂ ਸਫ਼ਰ ਤੇ ਤੁਰਦਾ ਤਾਂ ਉਹਦੀਆਂ ਮੁਸ਼ਕਲਾਂ ਜਿਹੜੀਆਂ ਉਹ ਹਮੇਸ਼ਾ ਹੀ ਜ਼ਿਆਦਾ ਹੁੰਦੀਆਂ ਨੇ। ਕੁਛ ਅਰਸੇ ਬਾਅਦ ਤੁਸੀਂ ਕਿਸੇ ਵੀ ਚੀਜ਼ ਦੇ ਆਦੀ ਹੋ ਜਾਂਦੇ ਹੋ, ਉਹਨੂੰ ਸਮਝ ਜਾਂਦੇ ਹੋ, ਜਾਂ ਤੁਸੀਂ ਆਪਦਾ ਮੈਂਟਲ ਲੈਵਲ, ਮਾਨਸਿਕ ਲੈਵਲ ਉਸ ਹਿਸਾਬ ਨਾਲ ਸੈੱਟ ਕਰ ਲੈਂਦੇ ਹੋ ਕਿ ਤੁਹਾਨੂੰ ਫਿਰ ਉਹ ਬੜਾ ਫਰਕ ਨਹੀਂ ਪੈਂਦਾ ਹੁੰਦਾ ਕਿ ਹੋਰ ਕੀ ਗੱਲਾਂ ਕਰਦੇ ਆ। ਮੈਂ ਅਨੰਤ ਗਿੱਲ ਜੀ ਦੀ ਮੁਸ਼ਕਲ ਇੱਥੇ ਸਮਝਦੀ ਹਾਂ, ਜਦੋਂ ਤੁਸੀਂ ਕਿਸੇ ਨਵੀਂ ਰਾਹ ਤੇ ਪੈੜ ਧਰਦੇ ਹੋ ਤਾਂ ਉਹ ਮੁਸ਼ਕਲਾਂ ਜ਼ਿਆਦਾ ਹਾਵੀ ਹੋ ਕੇ ਤੁਹਾਡੇ ਤੇ ਆਉਂਦੀਆਂ ਨੇ ਤੇ ਉਦੋਂ ਤੁਸੀਂ ਰਿਐਕਟ ਵੀ ਜਿਹੜਾ ਹੈਗਾ ਜਲਦੀ ਕਰਦੇ ਹੋ। ਸਮੇਂ ਦੇ ਨਾਲ ਤੁਸੀਂ ਰਿਐਕਸ਼ਨ ਵੀ ਜਿਹੜਾ ਕੰਟਰੋਲ ਕਰ ਲੈਂਦੇ ਹੋ ਤੇ ਤੁਹਾਨੂੰ ਮੁਸ਼ਕਲਾਂ ਵੀ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ। ਤੁਸੀਂ ਬਹੁਤ ਸਾਨੂੰ ਹਿੰਮਤ ਵਾਲੇ ਸ਼ਬਦ ਭੇਜੇ ਸੁਰਿੰਦਰ ਜੀ, ਤੇ ਬਿਲਕੁਲ ਸਹੀ ਗੱਲ ਕਹੀ ਕਿ ਪਹਿਲਾਂ ਤੱਥਾਂ ਨੂੰ ਪਰਖ ਲੈਣਾ ਚਾਹੀਦਾ, ਭਾਵੇਂ ਉਹ ਸਾਹਿਤਕ ਪੱਤਰਕਾਰੀ ਹੈ, ਭਾਵੇਂ ਉਹ ਆਮ ਪੱਤਰਕਾਰੀ ਹੈ। ਸੋਸ਼ਲ ਮੀਡੀਆ ਨੇ ਤੁਹਾਨੂੰ ਰਾਈਟਸ ਦਿੱਤੇ ਨੇ ਕਿ ਤੁਸੀਂ ਕੁਝ ਵੀ ਪਾਓ, ਪਰ ਉਹਦਾ ਕੀ ਸਮਾਜ ਤੇ ਅਸਰ ਪਏਗਾ ਉਹ ਜ਼ਰੂਰ ਦੇਖ ਲੈਣਾ ਚਾਹੀਦਾ। ਅਸੀਂ ਆਪਣੇ ਪ੍ਰੋਗਰਾਮ ਦੇ ਬਿਲਕੁਲ ਆਖਰੀ ਸਵਾਲ ਤੇ ਹਾਂ। ਸਵਾਲ ਸਾਡੇ ਕੋਲੇ ਹੋਰ ਵੀ ਬਹੁਤ ਆਏ ਹੋਏ ਨੇ, ਪਰ ਹੁਣ ਸਮਾਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਆ। ਮੇਰਾ ਆਖਰੀ ਸਵਾਲ ਜਿਹੜਾ ਹੈ ਮਿੰਟੂ ਬਰਾੜ ਜੀ ਨੂੰ ਜਾਏਗਾ ਤੇ ਰਾਮ ਮੂਰਤੀ ਸਰ ਤੇ ਅਨੰਤ ਜੀ ਐਡ ਕਰ ਸਕਦੇ ਨੇ ਜੋ ਕੁਝ ਐਡ ਕਰਨਾ ਚਾਹੁੰਦੇ ਨੇ ਕਿ ਨਵੀਂ ਪੀੜ੍ਹੀ ਨੂੰ ਸਾਹਿਤਕ ਪੱਤਰਕਾਰੀ ਨਾਲ ਪੋਜ਼ਿਟਿਵ ਵੇ ਨਾਲ, ਸਕਾਰਾਤਮਕ ਵੇ ਨਾਲ ਕਿਵੇਂ ਜੋੜਿਆ ਜਾਵੇ। ਮਿੰਟੂ ਜੀ ਦੇਖੋ, ਮੈਂ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਵੀ ਜਿਵੇਂ ਕੋਚਰ ਸਰ ਨੇ ਵੀ ਬੜੀ ਵਧੀਆ ਗੱਲ ਕਹੀ ਆ ਤੇ ਮੈਂ ਉਹਦੇ 'ਚ ਵੀ ਥੋੜਾ ਜਿਹਾ ਮੈਨੂੰ ਕਿਤੇ ਨਾ ਕਿਤੇ ਲੱਗਿਆ, ਜਿਵੇਂ ਉਹਨਾਂ ਨੇ ਕਿਹਾ ਵੀ ਦਮ ਹੋਣਾ ਚਾਹੀਦਾ ਬੰਦੇ 'ਚ, ਤਾਂ ਬਿਲਕੁਲ ਸੀਨਾ ਪਾੜ ਕੇ ਪੱਥਰਾਂ ਦਾ ਉੱਗ ਪੈਂਦਾ ਜਿਨ੍ਹਾਂ ਨੇ ਉੱਗਣਾ ਹੁੰਦਾ। ਮੈਂ ਇਸ ਚੀਜ਼ ਤੇ ਪੂਰਾ ਸਹਿਮਤ ਹਾਂ। ਮੈਂ ਦੇਖਿਆ ਉੱਗਦੇ ਬਹੁਤ ਸਾਰੇ ਜਿਹੜੇ ਉੱਗੇ ਆ ਏਦਾਂ ਜਿਨ੍ਹਾਂ ਨੇ ਆਪਦੇ ਦਮ ਦੇ ਜ਼ਰੀਏ ਵੱਡਿਆਂ ਨੂੰ ਅੱਗੇ ਲਾ ਲਿਆ। ਪਰ ਹੁਣ ਇੱਕ ਪੈਮਾਨਾ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਅਸੀਂ ਪੈਮਾਨਾ ਕਿਹੜਾ ਜਾਣੀਏ ਵੀ ਬੰਦੇ ਦੀ ਲਿਖਤ 'ਚ ਦਮ ਹੈਗਾ ਕਿ ਨਹੀਂ ਹੈਗਾ। ਮੈਂ ਕਿਸੇ ਦੀ ਸਮੀਖਿਆ ਤਾਂ ਨਹੀਂ ਕਰ ਸਕਦਾ ਕਿਉਂਕਿ ਕਿਸੇ ਦੀ ਚੱਲ ਮੈਂ ਕਰਦਾ, ਜੇ ਮੈਂ ਆਪਦੀ ਗੱਲ ਕਰਾਂ, ਮੈਂ ਚਲੋ ਮੰਨ ਲਓ ਮੈਂ ਇੱਕ ਆਰਟੀਕਲ ਸ਼ੇਅਰ ਕਰਦਾ ਕਿਤੇ ਵੀ ਕਰਦਾ ਤੇ ਉਹਦੇ ਤੇ 1000 ਦੇ ਨੇੜੇ ਕਮੈਂਟ ਆਉਂਦਾ ਤੇ 1000 ਦੇ ਵਿੱਚੋਂ 99% ਲੋਕਾਂ ਨੇ ਬਹੁਤ ਸੋਹਣਾ ਕਿਹਾ ਤੇ ਜਿੱਥੋਂ ਤੱਕ ਸ਼ੇਅਰ ਕਰ ਸਕਦਾ ਸ਼ੇਅਰ ਕਰਦੇ ਆ ਉਹਨੂੰ। ਫਿਰ ਉਹਨੂੰ ਮੈਂ ਉਹਨੂੰ ਕਿਵੇਂ ਸਮਝਾਂ ਵੀ ਉਹਦੇ 'ਚ ਦਮ ਨਹੀਂ ਸੀਗਾ ਤੇ ਉਹਨੂੰ ਅਖਬਾਰ ਨੇ ਛਾਪਿਆ ਨਹੀਂ। ਇਹ ਇੱਕ ਮੇਰਾ ਸਵਾਲ ਆ। ਕੋਈ ਨਹੀਂ, ਨਿੱਜੀ ਤੌਰ ਤੇ ਜ਼ਰੂਰ ਆਪਾਂ ਕੋਚਰ ਸਾਹਿਬ ਨਾਲ ਮੈਂ ਗੱਲ ਕਰੂੰਗਾ ਤੇ ਇਹਦਾ ਹੱਲ ਕੱਢਾਂ ਕਿਉਂਕਿ ਇਹਨਾਂ ਦਾ ਤਜਰਬੇ 'ਚੋਂ ਸਿੱਖਾਂਗੇ, ਸਿੱਖਣਾ ਚਾਹੀਦਾ ਬੰਦੇ ਨੂੰ।
ਵੀ ਫੇਰ ਕਿੱਥੇ ਕਮੀ ਰਹਿ ਗਈ, ਵੀ ਫੇਰ ਤਾਂ ਇਹੀ ਰਹਿ ਗਿਆ ਨਾ ਵੀ ਭਾਈ ਨਹੀਂ ਜਾਂ ਤਾਂ ਸਾਡੇ ਮੁਤਾਬਕ ਲਿਖ ਤੇ ਜਾਂ ਫਿਰ ਉਹ ਕਰ, ਵੀ ਕਿਤੇ ਨਾ ਕਿਤੇ ਕੁਝ ਹੈਗਾ, ਕਿਤੇ ਤਾਂ ਕੋਈ ਕੜੀ ਸਾਨੂੰ ਮਿਲਾਉਣੀ ਨਹੀਂ ਆ ਰਹੀ। ਚਲੋ ਇਹ ਕੱਢਾਂਗੇ ਆਪਾਂ ਇਹਦਾ ਹੱਲ। ਪਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਪੱਤਰਕਾਰਤਾ ਵਾਲੇ ਪਾਸੇ ਆਉਣਾ ਜਾਂ ਸਾਹਿਤ ਵਾਲੇ ਪਾਸੇ ਆਉਣਾ, ਮੈਂ ਤਾਂ ਬੇਨਤੀ ਇਹ ਕਰੂੰਗਾ ਵੀ 10 ਕਿਤਾਬਾਂ ਪੜ੍ਹ ਕੇ ਇੱਕ ਕਿਤਾਬ ਲਿਖਣ ਵਾਲਾ ਤਾਂ ਸਾਹਿਤਕਾਰ ਨਾ ਬਣੋ ਜੀ। ਉਹਦੇ ਚ ਮੈਨੂੰ ਨਹੀਂ ਕੋਈ ਦਮ ਲੱਗਦਾ ਵੀ 10 ਕਿਤਾਬਾਂ ਪੜ੍ਹੀਆਂ ਉਹਨਾਂ ਚੋਂ ਇੱਕ ਕਿਤਾਬ ਅੱਗੇ ਲਿਖਤੀ, ਫਿਰ 10 ਪੜ੍ਹੀਆਂ ਉਹਨਾਂ ਚੋਂ ਇੱਕ ਅੱਗੇ ਲਿਖਤੀ। ਉਦੋਂ ਬਿਹਤਰ ਤਾਂ ਇਹ ਆ ਵੀ ਜਿਹੜਾ ਤੁਸੀਂ ਆਲੇ ਦੁਆਲੇ ਚ, ਹੁਣ ਮੈਂ ਇੱਥੇ ਕੈਂਗਰੂ ਆਈਲੈਂਡ ਇੱਕ ਟਾਪੂ ਤੇ ਬੈਠਾ, ਇਸ ਟਾਪੂ ਦੇ ਉੱਤੇ ਮੈਂ ਮੇਰੇ ਕੋਲ ਇੱਕ ਵੱਡੀ ਓਪਰਚੁਨਿਟੀ ਹੈ, ਮੈਂ ਇਕੱਲਾ ਇੱਕ ਪੰਜਾਬੀਆਂ ਲਿਖ ਸਕਦਾ ਤੇ ਮੇਰੇ ਕੋਲੇ ਪੰਜਾਬੀ ਨਜ਼ਰੀਆ ਤੇ ਮੈਂ ਇਹਦੇ ਬਾਰੇ ਐਕਸਪਲੇਨ ਕਰ ਸਕਦਾ, ਮੈਂ ਬੜੀਆਂ ਵਧੀਆ ਗੱਲਾਂ ਲਿਖ ਸਕਦਾ, ਹੋਰ ਕੋਈ ਨਹੀਂ ਉਹਦੇ ਲਿਖ ਸਕਦਾ, ਮੈਂ ਕੋਈ ਕੰਪੀਟੀਸ਼ਨ ਨਹੀਂ, ਕੋਈ ਹੈ ਹੀ ਨਹੀਂ ਇੱਥੇ। ਸੋ ਇਸ ਕਰਕੇ ਸਾਰਿਆਂ ਦੇ ਆਲੇ ਦੁਆਲੇ ਏਦਾਂ ਓਪਰਚੁਨਿਟੀਆਂ ਆਈਆਂ, ਕੋਈ ਕੰਮ ਕਰਦਾ, ਮੈਂ ਖੇਤੀ ਕਰਦਾ ਸੀ, ਮੈਂ ਪੇਂਡੂ ਆਸਟ੍ਰੇਲੀਆ ਸ਼ੁਰੂ ਕਰ ਲਿਆ, ਲੋਕਾਂ ਨੇ ਬਹੁਤ ਪਸੰਦ ਕੀਤਾ ਵੀ ਖੇਤੀ ਦਿਖਾਉਂਦਾ ਆਸਟ੍ਰੇਲੀਆ ਦੀ। ਸੋ ਉਹ ਮੇਰੇ ਕੋਲੇ ਓਪਰਚੁਨਿਟੀ ਸੀ, ਮੈਂ ਕਰ ਲਈ ਸ਼ੁਰੂ, ਇਵੇਂ ਹਰ ਕੋਲੇ ਆ। ਸੋ ਇੱਕ ਤਾਂ ਤੁਸੀਂ ਇਹ ਕੰਮ ਜ਼ਰੂਰ ਕਰੋ। ਦੂਜੀ ਪੱਤਰਕਾਰਤਾ ਦੇ ਮਾਮਲੇ 'ਚ ਮੈਂ ਤਾਂ ਵਿਦੇਸ਼ 'ਚੋਂ ਹੀ ਸਿੱਖਿਆ ਵੀ ਪੜ੍ਹ ਕੇ ਆਉਣਾ ਚਾਹੀਦਾ, ਬਿਨਾਂ ਪੜ੍ਹੇ ਬਿਨਾਂ ਉਸ ਲਾਈਨ ਬਾਰੇ ਜਾਣੇ ਤੁਸੀਂ ਨਹੀਂ ਆ ਸਕਦੇ। ਮੈਂ ਆਇਆ ਸੀ, ਮੈਂ ਇੱਕ ਨਿੱਕੀ ਜੀ ਗੱਲ ਨਾਲ ਕਰੂੰਗਾ ਇਸ ਗੱਲ ਨੂੰ ਵੀ ਮੈਨੂੰ ਸ਼ੁਰੂ 'ਚ ਪਤਾ ਨਹੀਂ ਸੀਗਾ ਵੀ ਇੱਥੇ ਆਪਣੇ ਤਾਂ ਉੱਥੇ ਸਾਈਕਲ ਤੇ ਵੀ ਪੱਤਰਕਾਰ ਲਿਖਾ ਲਈਦਾ ਸੀ, ਸਕੂਟਰ ਤੇ ਵੀ ਲਿਖਾ ਲਈਦਾ ਤੇ ਕਾਰਡ ਵੀ ਬਣ ਜਾਂਦਾ, ਰੋਹ ਵੀ ਚੱਲ ਜਾਂਦਾ ਸੀ। ਇੱਥੇ ਮੈਂ ਇੱਕ ਥਾਂ ਤੇ ਪੁਲਿਸ ਵਾਲੇ ਲੇਡੀ ਸੀ ਤੇ ਉਹਨੂੰ ਇਹ ਕਹਿ ਬੈਠਾ ਵੀ ਮੈਂ ਮੀਡੀਆ ਚਲਾਉਣਾ ਤੇ ਉਹਨੇ ਮੇਰੇ ਤੇ ਥ੍ਰੈਟਨ ਦਾ ਕਿਹਾ ਵੀ ਤੂੰ ਥ੍ਰੈਟ ਕਰਦਾ ਮੀਡੀਆ ਦੇ ਨਾਂ ਤੇ। ਇਹਦਾ ਮਤਲਬ ਵੀ ਇੱਥੇ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਮੈਂ ਮੀਡੀਆ ਰਿਪੋਰਟਰ ਹਾਂ, ਜੇ ਤੁਸੀਂ ਇਹ ਦੱਸੋਗੇ ਤਾਂ ਅਗਲੇ ਨੂੰ ਥ੍ਰੈਟ ਕਰਨਾ ਮੰਨਿਆ ਜਾਂਦਾ ਤੇ ਉਦੋਂ ਬਾਅਦ ਤੋਂ ਸਾਨੂੰ ਤਾਂ ਲੁਕੋ ਕੇ ਰੱਖਣਾ ਪੈਂਦਾ ਆਪਦਾ ਕਾਰਡ ਵੀ ਮੈਂ ਮੀਡੀਆ 'ਚ ਹਾਂ। ਸੋ ਇਦਾਂ ਦਾ ਇੱਥੇ ਮਾਹੌਲ ਤੇ ਉਹ ਬਣਿਆ ਹੋਇਆ। ਸੋ ਉਹਦੇ ਨਾਲ ਪੂਰੇ ਇਮਾਨਦਾਰੀ ਨਾਲ ਰਹਿੰਦੇ ਆ, ਪਰ ਕਿਉਂ ਉਹ ਅਸੀਂ ਸਿੱਖ ਲਿਆ ਇੱਥੇ। ਤੇ ਜੇ ਤੁਸੀਂ ਪੜ੍ਹ ਕੇ ਆਓਗੇ ਤਾਂ ਤੁਹਾਨੂੰ ਉਹੀ ਦੱਸੀਆਂ ਜਾਣਗੀਆਂ ਇਹ ਗੱਲਾਂ ਵੀ ਭਾਈ ਤੁਸੀਂ ਮੀਡੀਆ 'ਚ ਵਿਚਰਨਾ ਤਾਂ ਕਿੱਦਾਂ ਵਿਚਰਨਾ। ਜਿਹੜਾ ਅਨਪੜ੍ਹ ਆਊਗਾ ਉਹੀ ਪੱਤਰਕਾਰ ਸਾਈਕਲ ਤੇ ਲਿਖਾਊ, ਉਹੀ ਸਕੂਟਰ ਤੇ ਲਿਖਾਊਗਾ, ਪੜ੍ਹਿਆ ਲਿਖਿਆ ਕਦੇ ਨਹੀਂ ਲਿਖਾਉਂਦਾਗਾ ਜਿਹੜਾ ਇਸ ਲਾਈਨ 'ਚੋਂ ਪੜ੍ਹ ਕੇ ਆਇਆ। ਸੋ ਇੰਨੀ ਕੁ ਬੇਨਤੀ ਹੈ ਨੌਜਵਾਨ ਪੀੜ੍ਹੀ ਨੂੰ ਵੀ ਇਸ 'ਚ ਕੋਈ ਮਾੜਾ ਨਹੀਂ ਇਸ ਕੰਮ 'ਚ ਆਉਣਾ। ਤੇ ਸਾਹਿਤ ਰਚਨ ਵਾਸਤੇ ਤਾਂ ਮੈਂ ਕਹਿਣਾ ਵੀ ਜੋ ਵੀ ਤੁਹਾਡੇ ਆਲੇ ਦੁਆਲੇ ਵਾਪਰਦਾ, ਜੋ ਦੇਖਿਆ ਸੋ ਦਿਖਾਇਆ ਦੇ ਤਰਜ਼ ਦੇ ਉੱਤੇ ਜੇ ਤੁਸੀਂ ਉਹਨੂੰ ਚੰਗੇ ਸ਼ਬਦਾਂ 'ਚ ਪਰੋ ਸਕਦੇ ਹੋ ਤਾਂ ਹੋ ਸਕਦਾ ਆਉਣ ਵਾਲੇ ਦਿਨ 'ਚ ਵੱਡਾ ਸਾਹਿਤ ਬਣ ਜੇ। ਜੀ ਬਹੁਤ ਵਧੀਆ ਗੱਲ ਕਹੀ ਤੁਸੀਂ ਮਿੰਟੂ ਬਰਾੜ ਜੀ। ਰਾਮਮੂਰਤੀ ਸਰ, ਤੁਸੀਂ ਕੁਝ ਐਡ ਕਰਨਾ ਚਾਹੋਗੇ ਇਹਦੇ ਵਿੱਚ? ਹਾਂਜੀ ਮਧੂ ਜੀ, ਇੱਕ ਨਾ ਇਸ ਆਪਣੀ ਪੂਰੀ ਗੱਲਬਾਤ ਦਾ ਇੱਕ ਸਵਾਲ ਹਾਲੇ ਮੈਂ ਮਹਿਸੂਸ ਕਰਦਾ ਵੀ ਅਣਸੁਲਝਿਆ ਪਿਆ ਆ ਜੀ। ਉਹ ਇਹ ਆ ਵੀ ਕੀ ਇੱਕ ਸਾਹਿਤਕ ਪੱਤਰਕਾਰ ਸਾਹਿਤ ਦੇ ਪਾਸਾਰ ਦੇ ਵਿੱਚ, ਸਾਹਿਤ ਦੀ ਪ੍ਰਫੁੱਲਤਾ ਦੇ ਵਿੱਚ ਆਪਣਾ ਕੀ ਯੋਗਦਾਨ ਪਾ ਸਕਦਾ? ਉਸ ਸਵਾਲ ਦੇ ਨਾਲ ਹੀ ਇਹ ਸਵਾਲ ਵੀ ਤੁਹਾਡਾ ਜਿਹੜਾ ਜੁੜ ਜਾਂਦਾ। ਤੇ ਮੈਂ ਇਹ ਸੋਚਦਾ ਵੀ ਇੱਕ ਜਿਹੜਾ ਸਾਹਿਤਕ ਪੱਤਰਕਾਰ ਆ ਉਹਦੀ ਡਿਊਟੀ ਬਣਦੀ ਆ ਕਿ ਉਹ ਆਪਣੇ ਆਲੇ ਦੁਆਲੇ ਦੇਖੇ ਵੀ ਕੌਣ ਨਵਾਂ ਲਿਖਣ ਵਾਲਾ ਵਿਅਕਤੀ ਸਾਹਮਣੇ ਆ ਰਿਹਾ, ਕੌਣ ਪੁਰਾਣਾ ਸਾਹਿਤਕਾਰ ਮੇਰੇ ਏਰੀਏ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਰਹਿੰਦਾ, ਤੇ ਉਹ ਉਹਨਾਂ ਤੱਕ ਪਹੁੰਚ ਕਰੇ, ਉਹਨਾਂ ਨਾਲ ਇੰਟਰਵਿਊ ਕਰੇ, ਮੁਲਾਕਾਤ ਕਰੇ, ਉਹਨੂੰ ਅਖਬਾਰ ਦੇ ਵਿੱਚ ਛਾਇਆ ਕਰੇ ਤੇ ਨਵੇਂ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਵੀ ਅਖਬਾਰਾਂ ਦੇ ਵਿੱਚ ਥਾਂ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰੇ ਤੇ ਉਹਨਾਂ ਨਵੇਂ ਸਾਹਿਤਕਾਰਾਂ ਨੂੰ ਉਹ ਅਖਬਾਰ ਮੁਹੱਈਆ ਵੀ ਕਰਵਾਵੇ, ਚੰਗੀਆਂ ਕਿਤਾਬਾਂ ਵੀ ਪੜ੍ਹਨ ਵਾਸਤੇ ਉਹ ਉਹਨਾਂ ਨੂੰ ਮੁਹੱਈਆ ਕਰਵਾਵੇ, ਜਾਂ ਕਹਿ ਲਓ ਉਹਨਾਂ ਨੂੰ ਸੁਜੈਸਟ ਕਰੇ ਵੀ ਇਹ ਕਿਤਾਬ ਨਵੀਂ ਜਿਹੜੀ ਉਹ ਆਈ ਆ। ਤਾਂ ਇਸ ਤਰੀਕੇ ਦੇ ਨਾਲ ਇੱਕ ਜਿਹੜਾ ਸਾਹਿਤਕ ਪੱਤਰਕਾਰ ਆ ਉਹ ਸਾਹਿਤ ਦੀ ਪ੍ਰਫੁੱਲਤਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ, ਆਪਣਾ ਹਿੱਸਾ ਪਾ ਸਕਦਾ। ਜਿਵੇਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਚੈਨਲ ਬਣੇ ਆ ਜਿਨ੍ਹਾਂ ਨੇ ਇਹ ਸੱਦਾ ਦਿੱਤਾ ਹੈ ਸਾਹਿਤਕਾਰਾਂ ਨੂੰ, ਕਵੀਆਂ ਨੂੰ, ਨਵਿਆਂ ਨੂੰ ਵੀ ਪੁਰਾਣਿਆਂ ਨੂੰ ਵੀ ਤੁਸੀਂ ਆਪਣੀਆਂ ਰਚਨਾਵਾਂ ਰਿਕਾਰਡ ਕਰਕੇ ਸਾਨੂੰ ਭੇਜੋ, ਅਸੀਂ ਲੋਕਾਂ ਤੱਕ ਤੁਹਾਡੀਆਂ ਰਚਨਾਵਾਂ ਜਿਹੜੀਆਂ ਉਹ ਪਹੁੰਚਾਵਾਂਗੇ। ਠੀਕ ਹੈ। ਜੇ ਮੈਂ ਇੱਥੇ ਗੱਲ ਕਰਾਂ, ਭਾਜੀ ਡਾਕਟਰ ਲਖਵਿੰਦਰ ਜੌਹਲ ਜੀ ਹੁਣਾਂ ਨੇ ਕਾਵਲੋਕ ਚੈਨਲ ਜਿਹੜਾ ਉਹ ਸ਼ੁਰੂ ਕੀਤਾ ਤੇ ਉਹ ਇੱਕ ਸਾਹਿਤਕ ਪੱਤਰਕਾਰ ਹੋਣ ਦਾ ਆਪਣਾ ਫਰਜ਼ ਨਿਭਾ ਰਹੇ ਨੇ ਤੇ ਉਹਨਾਂ ਨੇ ਲੋਕਾਂ ਨੂੰ ਰਿਕਾਰਡ ਕਰਕੇ YouTube ਦੇ ਰਾਹੀਂ ਜਿਹੜਾ ਆ ਉਹ ਨਵੇਂ ਕਵੀਆਂ ਨੂੰ, ਪੁਰਾਣਿਆਂ ਕਵੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਹੋਰ ਵੀ ਬਹੁਤ ਸਾਰੇ ਸਾਡੇ ਸਾਥੀ ਅਜਿਹੇ ਕੰਮ ਕਰ ਰਹੇ ਨੇ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਇੱਕ ਪੱਤਰਕਾਰ, ਜਿਹੜਾ ਸਾਹਿਤਕ ਪੱਤਰਕਾਰ ਆ,
ਉਹ ਸਾਹਿਤ ਦੀ ਪ੍ਰਫੁੱਲਤਾ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ, ਆਪਣਾ ਯੋਗਦਾਨ ਦੇ ਸਕਦਾ। ਵਾਹ ਜੀ, ਬਹੁਤ ਬਹੁਤ ਸੋਹਣੀ ਗੱਲ ਕਹੀ ਜੀ। ਬਿਲਕੁਲ। ਹਾਂਜੀ, ਜਾਂਦੇ ਜਾਂਦੇ ਅਨੰਤ, ਤੁਸੀਂ ਇਹਦੇ ਵਿੱਚ ਕੁਝ ਐਡ ਕਰਨਾ ਚਾਹੋਗੇ ਜਾਂ ਪੂਰੀ ਗੱਲਬਾਤ ਦੇ ਸਿੱਟੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਹੋ, ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ ਅਨੰਤ, ਮੇਰਾ ਸਵਾਲ ਪਹੁੰਚਿਆ ਤੁਹਾਡੇ ਤੱਕ? ਮਿੰਟੂ ਬਰਾੜ ਵੀ 10 ਕਿਤਾਬ ਦੀ ਵੀ ਜਿਹਨੂੰ ਉਹ ਬਿਨਾਂ ਮੁਤਾਬਕ ਵੀ ਲਿਖ ਸਕਦਾ। ਹਾਂਜੀ, ਹੈਲੋ ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ? ਹਾਂਜੀ ਹਾਂਜੀ ਹਾਂਜੀ, ਨਹੀਂ ਆ ਰਹੀ ਹੈ ਹੁਣ ਰਾਜੇ। ਹੈਲੋ ਹੈਲੋ, ਮੇਰੀ ਆਵਾਜ਼ ਆ ਰਹੀ ਤੁਹਾਡੇ ਕੋਲ? ਹਾਂਜੀ, ਪਹੁੰਚ ਰਹੀ ਹੈ ਆਵਾਜ਼ ਅਨੰਤ। ਹਾਂਜੀ, ਮੈਂ ਉਹੀ ਕਹਿੰਦੀ ਆ ਨਾ ਵੀ ਜਿਨ੍ਹਾਂ ਨੂੰ ਲਿਖਣਾ ਆਉਂਦਾ, ਜਿਹੜੇ ਲਿਖਣਾ ਜਾਣ, ਉਹ ਹੁਣ ਮਿੰਟੂ ਕਹਿ ਰਹੇ ਵੀ ਬਿਨਾਂ ਲਿਖ ਸਕਦੇ। ਹਾਂਜੀ ਹਾਂਜੀ, ਪਰ ਜਿਹੜਾ ਹੈਗਾ ਨਾ ਵੀ ਜਿਹਦਾ ਕਾਰਨ ਬੜੀਆਂ ਚੰਗਾ ਸਾਹਿਤ ਹੈ ਨਾ, ਤੇ ਉਹ ਜਿਹੜਾ ਹੈਗਾ ਏਦਾਂ ਸਾਹਿਤ ਰਚਦੇ ਆ ਜਾਂ ਕੁਛ ਵੀ ਆਪਦੀ ਦੇਣ ਸਮਾਜ ਨੂੰ ਦੇ ਰਿਹਾ ਆਪਣੇ ਵੱਲੋਂ, ਉਹ ਪ੍ਰਵਾਨ ਤੇ ਪਰ ਜਿਹਦੇ ਕਲਾ ਲਿਖਣਾ ਕੋਈ ਆਪਾਂ ਫਿਰ ਲਿਖ ਲਾਂਗੇ, ਲਿਖਣੇ ਵਾਲੀ ਇਹ ਜਿਹੜੀ ਆਪਣੇ ਕੋਲ ਹੁੰਦਾ ਵੀ ਆਪਾਂ। ਹਾਂਜੀ ਜੀ ਅਨੰਤ ਜੀ, ਜੀ ਤੁਹਾਡੀ ਆਵਾਜ਼ ਸਾਡੇ ਤੱਕ ਕੱਟ ਕੇ ਪਹੁੰਚੀ, ਪਰ ਕੁੱਲ ਮਿਲਾ ਕੇ ਅੱਜ ਦੀ ਜਿਹੜੀ ਗੱਲਬਾਤ ਸੀਗੀ ਸਾਡੀ, ਉਹ ਕਿਸੇ ਸਿੱਟੇ ਤੇ ਅਸੀਂ ਨਹੀਂ ਪਹੁੰਚਾ ਸਕਦੇ, ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਲੰਬਾ ਚੌੜਾ ਤੇ ਓਪਨ ਟੌਪਿਕ ਹੈ, ਜਿਹਦੇ ਤੇ ਵੱਖ-ਵੱਖ ਪੱਖ ਨੇ। ਹਰ ਬੰਦੇ ਦਾ ਆਪਣਾ ਨਜ਼ਰੀਆ ਹੈ, ਹਰ ਲੇਖਕ ਦਾ, ਹਰ ਪੱਤਰਕਾਰ ਦਾ ਆਪਣਾ ਨਜ਼ਰੀਆ ਹੈ, ਤੇ ਆਪਣੇ ਨਜ਼ਰੀਏ ਮੁਤਾਬਕ ਹੀ ਜਿਹੜਾ ਹੈ ਹਰੇਕ ਨੇ ਆਪਣੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਸਿੱਟਾ ਅਸੀਂ ਕੱਢ ਸਕਦੇ ਹਾਂ ਇਸ ਤੋਂ, ਪਰ ਮੈਂ ਜਾਂਦੇ ਜਾਂਦੇ ਜ਼ਰੂਰ ਮਿੰਟੂ ਬਰਾੜ ਜੀ ਨੂੰ ਕਹੂੰਗੀ ਕਿ ਕੀ ਅੱਜ ਦੀ ਗੱਲਬਾਤ ਤੋਂ ਕੋਈ ਸਿੱਟਾ ਨਿਕਲਦਾ? ਇੱਕ ਦੋ ਲਾਈਨਾਂ ਦੇ ਵਿੱਚ ਕੀ ਸਿੱਟਾ ਨਿਕਲਦਾ ਸਾਹਿਤਕ ਪੱਤਰਕਾਰੀ ਨੂੰ ਲੈ ਕੇ? ਸਿੱਟਾ ਇਹ ਨਿਕਲਦਾ ਜੀ ਵੀ ਅਸੀਂ ਜੇ ਕੋਈ ਗੱਲ ਤੋਰੀ ਆ ਤਾਂ ਜ਼ਰੂਰ ਸਾਡੇ ਜਿੰਨੇ ਕੁ ਲਿਸਨਰ ਅੱਜ ਸੀਗੇ ਉਹਨਾਂ ਦੇ ਦਿਮਾਗ 'ਚ ਤਾਂ ਰਹੂਗੀ, ਤੇ ਜੋ ਦਿਮਾਗ 'ਚ ਰਹੂਗੀ ਤਾਂ ਨਾਲ ਵਿਚਾਰਾਂ ਵੀ ਕਰਨਗੇ, ਤੇ ਫਿਰ 1 ਤੋਂ 2, 2 ਤੋਂ 4 ਤੇ ਐਂ ਕਾਫਲੇ ਬਣਦੇ ਹੁੰਦੇ ਆ ਜੀ। ਮੇਰਾ ਤਾਂ ਇਹ ਮੰਨਣਾ ਵੀ ਕੋਈ ਵੀ ਊਮਤਾਈ ਆ, ਕੋਈ ਵੀ ਚੰਗਿਆਈ ਆ, ਉਹਨੂੰ ਜਿੰਨਾ ਚਿਰ ਆਪਾਂ ਵਿਚਾਰਾਂਗੇ ਨਾ ਬੈਠ ਕੇ, ਉਹ ਅੱਗੇ ਨਹੀਂ ਤੁਰਦੀ। ਸੋ ਬਹੁਤ ਵੱਡਾ ਉਪਰਾਲਾ ਜੀ ਤੁਸੀਂ ਕੀਤਾ ਸਾਰਿਆਂ ਨੇ ਰਲ ਕੇ, ਸਾਨੂੰ ਵੀ ਸਾਥ ਦਿੱਤਾ, ਜਿੰਨੀ ਕੁ ਅਸੀਂ ਸੋਝੀ ਦੇ ਮਾਲਕ ਸੀ ਜਾਂ ਜਿੰਨਾ ਕੁ ਅਸੀਂ ਕਰ ਸਕਦੇ ਸੀ ਆਪਦੇ ਵੱਲੋਂ ਦਿੱਤਾ ਸਹਿਯੋਗ। ਤੇ ਮੈਂ ਇੱਥੇ ਸਾਰੇ ਹੀ ਜਿਹੜੇ ਧੰਨਵਾਦ ਦੇ ਨਾਲ ਇਹ ਜ਼ਰੂਰ ਕਹੂੰਗਾ ਵੀ ਕਦੇ ਵੀ ਕਿਸੇ ਨੂੰ ਵੀ ਕਿਸੇ ਵੀ ਰੂਪ 'ਚ ਅਸੀਂ ਤੁਹਾਡਾ ਸਾਥ ਦੇ ਸਕਦੇ ਹੋਏ ਤਾਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਜ਼ਰੀਏ ਸਾਡੇ ਕੰਟੈਕਟ ਨੰਬਰ ਸਾਡਾ ਮਿਲ ਜਾਂਦਾ, ਬੜਾ ਈਜ਼ੀਲੀ ਸਾਨੂੰ ਪਾਇਆ ਜਾ ਸਕਦਾ, ਤੇ ਜ਼ਰੂਰ ਸਾਥ ਦੇਵਾਂਗੇ। ਤੇ ਪਰ ਮੈਂ ਖੁਸ਼ ਹਾਂ ਅੱਜ ਦੀ ਜਿਹੜੀ ਗੱਲਬਾਤ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਸਵਾਮੀ ਖੈਰਾਵਾਦੀ ਜੀ ਦੀ ਰਚਨਾ ਹੈ ਕਿ ਕਲਮਾਂ ਜਦ ਤੱਕ ਚੱਲਦੀਆਂ ਰਹਿਣਗੀਆਂ ਕੋਰੇ ਪੰਨਿਆਂ ਤੇ, ਰੁਤਬਾ ਉੱਚਾ ਰਹੂ ਸਦਾ ਇਹ ਸੱਚ ਪੰਜਾਬੀ ਦਾ, ਬੁੱਲੇ ਸ਼ਾਹ ਵਰਗੇ ਕਵੀਆਂ ਦੀ ਪਹਿਚਾਣ ਨਾ ਬਣਦੀ, ਖੈਰਾਵਾਦੀ ਸਿਰ ਤੇ ਹੁੰਦਾ ਨਾ ਜੇ ਹੱਥ ਪੰਜਾਬੀ ਦਾ। ਸੋ ਦੋਸਤੋ, ਤੁਸੀਂ ਪੰਜਾਬੀ ਲਿਖ ਰਹੇ ਹੋ, ਤੁਸੀਂ ਪੰਜਾਬੀ ਦੇ ਵਿੱਚ ਚਾਹੇ ਪੱਤਰਕਾਰੀ ਕਰ ਰਹੇ ਹੋ, ਸਾਹਿਤ ਰਚ ਰਹੇ ਹੋ, ਨਾ ਸੋਚੋ ਕਿ ਕਿਹੜੇ ਮੁਕਾਮ ਤੇ ਪਹੁੰਚੋਗੇ, ਨਾ ਸੋਚੋ ਕਿ ਕਿਹੜੀ ਮੰਜ਼ਿਲ ਤੇ ਪਹੁੰਚੋਗੇ। ਤੁਹਾਡਾ ਸਫ਼ਰ ਜਾਰੀ ਰਹੇ, ਪੰਜਾਬੀ ਪ੍ਰਤੀ ਤੁਹਾਡਾ ਮੋਹ ਜਾਰੀ ਰਹੇ, ਇਹੀ ਇੱਕ ਮਕਸਦ ਹੋਣਾ ਚਾਹੀਦਾ, ਚੱਲਦੇ ਰਹਿਣਾ, ਤੁਹਾਡੀ ਕਲਮ ਦਾ ਚੱਲਦੇ ਰਹਿਣਾ, ਇਹ ਇੱਕ ਮਕਸਦ ਹੋਣਾ ਚਾਹੀਦਾ। ਤੇ ਸਫ਼ਰ ਤੇ ਤੁਸੀਂ ਸਾਰੇ ਬੁਲੰਦੀ ਨਾਲ ਚੱਲਦੇ ਰਹੋ, ਇਹ ਸਾਡੀ ਦੁਆ ਹੈ। ਜਾਂਦੇ ਜਾਂਦੇ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਅੱਜ ਦੇ ਮਹਿਮਾਨਾਂ ਦਾ, ਜਿਨ੍ਹਾਂ ਨੇ ਇੰਨਾ ਕੀਮਤੀ ਸਮਾਂ ਸਾਡੇ ਲਈ ਕੱਢਿਆ। ਸੁਰਿੰਦਰ ਜੀ, ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਅਸੀਂ ਤੁਹਾਡਾ ਵੌਇਸ ਵਾਲਾ ਮਸਲਾ ਜਿਹੜਾ ਹੱਲ ਨਹੀਂ ਕਰ ਸਕੇ। ਸ਼ੁਕਰੀਆ, ਫਿਰ ਕਦੇ ਜ਼ਰੂਰ ਮਿਲਾਂਗੇ ਕਿਸੇ ਪ੍ਰੋਗਰਾਮ ਵਿੱਚ। ਰਾਮਮੂਰਤੀ ਸਰ, ਤੁਸੀਂ ਇੰਨਾ ਸਮਾਂ ਦਿੱਤਾ, ਸਾਨੂੰ ਬਹੁਤ ਬਹੁਤ ਸ਼ੁਕਰੀਆ। ਅਨੰਤ ਜੀ ਤੇ ਮਿੰਟੂ ਜੀ, ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਤੇ ਬੈਕ ਤੇ ਸਾਡੀ ਜਿਹੜੀ ਟੀਮ ਸਾਡਾ ਸਪੋਰਟ ਕਰ ਰਹੀ ਹੈ, ਕੁਲਜੀਤ ਕੌਰ ਗਜ਼ਲ ਜੀ ਤੇ ਵਿਕਰਮ ਸਿੱਖੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਰੀਤਾ ਪੌਲ ਜੀ, ਪੰਮਾ ਰਾਜਪੂਤ, ਰਿਆੜ ਮੈਮ, ਤੁਸੀਂ ਸਾਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹਿਣ ਲਈ ਤੇ ਆਪਣੇ ਖੂਬਸੂਰਤ ਵਿਚਾਰ ਦੇਣ ਲਈ।
ਅੰਤ ਤੇ ਸਾਰਿਆਂ ਨੂੰ ਬਹੁਤ ਸਾਰੀਆਂ ਦੁਆਵਾਂ, ਬੁਲੰਦ ਰਹੋ, ਖੁਸ਼ ਰਹੋ, ਫਿਰ ਮਿਲਾਂਗੇ।